हेलो गाइस। बच्चे अज आप स्टेट लैजिसलेचर वाला चैप्टर कंप्लीट करांगे। ठीक है, ऑलरेडी आप कुछ पार्ट कर चुके हैं। अज स्टेट लैजिसलेचर वाले चैप्टर का स्टेट लैजिसलेचर इस चैप्टर का बच्चे अज पार्ट सैकेंड है। ठीक है, अद्धे घंटे की वीडियो पहला हैगी एक ऑलरेडी इस चैप्टर की, अगर वो नहीं देखी पहला वो भी देख लो। ठीक है, आप इत्थे तक कंप्लीट कर चुके हैं बच्चे कि जी लैजिसलेटिव काउंसल सी अपना सैकेंड चैंबर है स्टेट का, जो कि कुछ स्टेट्स है, बेसिकली 6 स्टेट्स है। ਤਾਂ ਇਸ ਲੈਜਿਸਲੇਟਿਵ ਕਾਊਂਸਲ ਦੇ ਵਿੱਚ ਜਿਹੜੇ ਮੈਂਬਰਸ ਨੇ ਉਹਨਾਂ ਦਾ ਇਲੈਕਸ਼ਨ ਕਿਵੇਂ ਹੁੰਦਾ ਹੈ ਜਾਂ ਫਿਰ ਉਹਨਾਂ ਦੀ ਨੋਮੀਨੇਸ਼ਨ ਕਿਵੇਂ ਹੁੰਦੀ ਹੈਗੀ। ਠੀਕ ਹੈ, ਆਪਾਂ ਨੇ ਦੇਖਿਆ ਸੀ 1/3 1/3 ਦੇ ਦੋ ਡਿਵੀਜ਼ਨ ਸੀਗੀਆਂ, ਅਤੇ ਜਿਹੜਾ ਥਰਡ 1/3 ਸੀਗਾ, ਤੀਜਾ 1/3 ਸੀ, ਉਹਦੇ ਅੱਗੇ ਹੋਰ ਡਿਵੀਜ਼ਨ ਸੀਗੀਆਂ। ਠੀਕ ਹੈ, 1/12 1/12 ਐਂਡ ਦੈਨ 1/6 ਨੋਮੀਨੇਟ ਮੈਂਬਰਸ। ਠੀਕ ਹੈ, ਤਾਂ ਇਹਦੀ ਡਿਟੇਲ ਰਾਜੇ ਆਪਾਂ ਨੇ ਕਾਫੀ ਅੱਛੀ ਤਰ੍ਹਾਂ ਕੀਤੀ ਹੈ ਲਾਸਟ ਸੈਸ਼ਨ ਦੇ ਵਿੱਚ। ਅਗਰ ਤੁਸੀਂ ਉਹ ਨਹੀਂ ਦੇਖੀ ਤਾਂ ਪਲੀਜ਼ ਪਹਿਲਾਂ ਉਹ ਦੇਖ ਲਓ। ਠੀਕ ਹੈ, ਤਾਂ ਹੁਣ ਇੱਥੋਂ ਆਪਾਂ ਕੰਟੀਨਿਊ ਕਰਦੇ ਆਪਣਾ ਨੈਕਸਟ ਪਾਰਟ। ਠੀਕ ਹੈ ਬੱਚੇ, ਸਟੇਟ ਲੈਜਿਸਲੇਚਰ ਦਾ। ਤਾਂ ਇਹ ਤਾਂ ਗੱਲ ਰਹੀ ਸੀ ਬੱਚੇ ਕਿ ਜਿਹੜੀ ਇਲੈਕਸ਼ਨ ਨੇ ਕਿਵੇਂ ਹੁੰਦੇ ਨੇ। ਠੀਕ ਹੈ, ਮਤਲਬ ਜਿਵੇਂ ਆਪਾਂ ਗੱਲ ਕਰੀਏ MLAs ਦੀ, ਸਟੇਟ ਲੈਜਿਸਲੇਟਿਵ ਅਸੈਂਬਲੀ ਦੀ, ਉਹਨਾਂ ਦੇ ਮੈਂਬਰਸ ਆਪਾਂ ਕਿਵੇਂ ਇਲੈਕਟ ਕਰਦੇ ਹਾਂ ਬੱਚੇ, ਖੁਦ ਵੋਟਾਂ ਪਾ ਕੇ। ਠੀਕ ਹੈ, ਓਬਵੀਅਸਲੀ ਡਾਇਰੈਕਟ ਇਲੈਕਸ਼ਨ ਹੁੰਦਾ ਹੈਗਾ, ਜਿਵੇਂ ਆਪਾਂ ਆਪਣਾ ਕੈਪਟਨ ਸਾਹਿਬ ਨੂੰ ਚੁਣਿਆ ਹੋਇਆ ਆਪਾਂ ਨੇ, ਤਾਂ ਉਹ ਸਾਰੇ MLAs ਨੇਗੇ। ਠੀਕ ਹੈ, ਆਪਣੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰਸ ਨੇਗੇ। ਇਹ ਤਾਂ ਹੋਈ ਗੱਲ ਫਸਟ ਹਾਊਸ ਦੀ, SLA ਦੀ। ਠੀਕ ਹੈ, ਜੋ ਸੈਕਿੰਡ ਹਾਊਸ ਹੈ ਬੱਚੇ ਆਪਣਾ SLC ਹੈ, ਜੋ ਸਟੇਟ ਲੈਜਿਸਲੇਟਿਵ ਕਾਊਂਸਲ ਹੈ, ਜੋ ਉਹਨਾਂ ਦੇ ਇਲੈਕਸ਼ਨ ਮੈਂਬਰ ਆਪਾਂ ਇੱਦਾਂ ਕਰ ਲਈ। ਠੀਕ ਹੈ, ਹੁਣ ਇਹ ਤਾਂ ਗੱਲ ਰਹੀ ਇਲੈਕਸ਼ਨ ਦੀ। ਹੁਣ ਆਪਾਂ ਜੇ ਗੱਲ ਕਰੀਏ ਕੁਆਲੀਫਿਕੇਸ਼ਨ ਦੀ ਕਿ ਕਿਹੜੇ ਹਾਊਸ ਦੇ ਵਿੱਚ, ਕਾਊਂਸਲ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ ਕੋਈ ਵੀ ਜਿਹੜਾ ਮੈਂਬਰ ਹੈ ਕਿਵੇਂ ਬਣ ਸਕਦਾ, ਉਹਦੀ ਕੁਛ ਸਰਟਨ ਕੁਆਲੀਫਿਕੇਸ਼ਨ ਡੈਫੀਨਿਟਲੀ ਹੋਣੀਆਂ ਚਾਹੀਦੀਆਂ ਨੇ, ਜਿਵੇਂ ਆਪਾਂ MPs ਦੇ ਕੇਸ ਵਿੱਚ ਦੇਖਿਆ ਸੀਗਾ। ਠੀਕ ਹੈ, MPs ਦੇ ਕੇਸ 'ਚ ਕੁਆਲੀਫਿਕੇਸ਼ਨ ਦੇਖੇ, ਇੱਥੇ ਵੀ ਆਉਣਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਬੱਚੇ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ ਰਾਜੇ, ਨੋ ਡਾਊਟ। ਠੀਕ ਹੈ, ਹੁਣ ਜਿਹੜੇ ਲੈਜਿਸਲੇਟਿਵ ਕਾਊਂਸਲ ਹੈ ਬੱਚੇ, ਉਹਦੇ ਵਿੱਚ ਦੋ ਤਰ੍ਹਾਂ ਦੇ ਮੈਂਬਰ ਸੀਗੇ ਆਪਾਂ ਨੇ ਦੇਖਿਆ ਸੀਗਾ। ਇੱਕ ਇਲੈਕਟਡ ਮੈਂਬਰ ਸੀਗੇ। ਠੀਕ ਹੈ, ਇੱਕ ਤਾਂ ਇਲੈਕਟਡ ਮੈਂਬਰ ਸੀਗੇ, ਇਹ ਸਾਰੇ ਇਲੈਕਟਡ ਨੇਗੇ, ਅਤੇ ਇੱਕ ਕੈਟੇਗਰੀ ਸੀ ਬੱਚੇ ਨੋਮੀਨੇਟਡ ਮੈਂਬਰ ਸੀ। ਠੀਕ ਹੈ, ਤਾਂ ਇਹ ਦੋਨਾਂ ਮੈਂਬਰਸ ਦੀ ਇਲੈਕਟਡ ਅਤੇ ਨੋਮੀਨੇਟਡ, ਇਹਨਾਂ ਦੀ ਅਲੱਗ-ਅਲੱਗ ਕੁਆਲੀਫਿਕੇਸ਼ਨ ਹੈਗੀ, ਉਹ ਆਪਾਂ ਦੇਖ ਲੈਂਦੇ ਹਾਂ। ਦੇਖੋ, ਜਿਹੜੇ ਤਾਂ ਹੈਗੇ ਨੇ ਇਲੈਕਟਡ ਮੈਂਬਰਸ ਬੱਚੇ, ਉਹਨਾਂ ਦੀ ਕੁਆਲੀਫਿਕੇਸ਼ਨ ਇਹ ਹੈ, ਜੇ ਉਹਨਾਂ ਨੇ ਬਿਹਾਰ ਦੀ ਸਟੇਟ ਲੈਜਿਸਲੇਟਿਵ ਕਾਊਂਸਲ ਦੇ ਵਿੱਚ ਇਲੈਕਸ਼ਨ ਲੜਨਾ ਬੱਚੇ। ਠੀਕ ਹੈ, ਤਾਂ ਉਹਨਾਂ ਨੂੰ ਉਸ ਬਿਹਾਰ ਸਟੇਟ ਦੇ ਵਿੱਚ ਹੀ, ਕੰਸਰਨ ਸਟੇਟ ਦੇ ਵਿੱਚ ਹੀ ਇਲੈਕਟਰ ਹੋਣਾ ਪਏਗਾ। ਮਤਲਬ ਕੀ ਹੈ ਬੱਚੇ, ਉਹਨਾਂ ਦੀ ਵੋਟ ਉਸ ਸਟੇਟ ਦੇ ਵਿੱਚ ਹੀ ਹੋਣੀ ਚਾਹੀਦੀ ਹੈਗੀ। ਠੀਕ ਹੈ, ਤੁਸੀਂ ਉਸ ਸਟੇਟ ਦੇ ਵਿੱਚ ਖੁਦ ਇਲੈਕਟਰ ਹੋਣੇ ਚਾਹੀਦੇ ਹੋ, ਤੁਹਾਡੀ ਵੋਟ ਉੱਥੇ ਸਟੇਟ ਦੇ ਵਿੱਚ ਬਣੀ ਹੋਣੀ ਚਾਹੀਦੀ ਹੈ, ਤੁਸੀਂ ਤਦ ਹੀ ਉਸ ਸਟੇਟ ਦੇ SLC ਦੇ ਮੈਂਬਰ ਦੇ ਇਲੈਕਸ਼ਨ ਦੇ ਵਿੱਚ ਖੜੇ ਹੋ ਸਕਦੇ। ਠੀਕ ਹੈ ਜੀ, ਮਤਲਬ ਅਗਰ SLC ਦਾ ਮੈਂਬਰ ਬਣਨਾ ਤਾਂ ਤੁਹਾਨੂੰ ਉਸ ਸਟੇਟ ਦਾ ਇਲੈਕਟਰ ਵੀ ਹੋਣਾ ਪਊਗਾ, ਉਸ ਸਟੇਟ ਦੇ ਵੋਟਰ ਵੀ ਹੋਣਾ ਪਊਗਾ। ਠੀਕ ਹੈ ਜੀ, ਇਹ ਤਾਂ ਗੱਲ ਰਹੀ ਬੱਚੇ ਇਲੈਕਸ਼ਨ ਦੀ। ਦੂਜੀ ਬੱਚੇ, ਅਗਰ ਸੈਕਿੰਡ ਕੈਟੇਗਰੀ ਕਿਹੜੀ ਸੀ ਆਪਣੀ, ਨੋਮੀਨੇਟ ਮੈਂਬਰਸ ਦੀ, ਕਿ ਜਿਹੜੇ ਮੈਂਬਰਸ ਨੂੰ ਗਵਰਨਰ ਨੋਮੀਨੇਟ ਕਰਦਾ ਹੈ SLC ਦੇ ਵਿੱਚ। ਠੀਕ ਹੈ, ਤਾਂ ਹੁਣ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਜਿਹੜੇ ਬਿਹਾਰ ਦੇ ਗਵਰਨਰ ਨੇ ਕਿਸੇ ਨੂੰ ਵੀ ਚੁਣ ਕੇ ਬਿਠਾ ਦੇਣਗੇ, ਕਿਸੇ ਨੂੰ ਵੀ ਆਪਣੀ ਮਰਜ਼ੀ ਨਾਲ ਨੋਮੀਨੇਟ ਕਰ ਦੇਣਗੇ। ਠੀਕ ਹੈ, ਨਹੀਂ, ਕੁਝ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਉਹ ਕੀ ਹੈ ਜੀ, ਕਿ ਉਹ ਬੰਦਾ ਜਿਹਨੂੰ ਨੋਮੀਨੇਟ ਕਰਨਾ ਹੈ SLC ਦੇ ਵਿੱਚ, ਉਹ ਬੰਦਾ ਉਸ ਕੰਸਰਨ ਸਟੇਟ ਦੇ ਵਿੱਚ ਰੈਜ਼ੀਡੈਂਟ ਹੋਣਾ ਚਾਹੀਦਾ। ਠੀਕ ਹੈ, ਹੁਣ ਦੇਖੋ ਵਰਡ ਦਾ ਫਰਕ ਹੈ, ਇੱਥੇ ਸੀਗਾ ਇਲੈਕਟਰ, ਉਹਦੀ ਵੋਟ ਬਣੀ ਹੋਣੀ ਚਾਹੀਦੀ ਉਸ ਸਟੇਟ ਦੇ ਵਿੱਚ, ਇੱਥੇ ਹੈ ਜਸਟ ਰੈਜ਼ੀਡੈਂਟ। ਠੀਕ ਹੈ, ਉਹਨਾਂ ਦੀ ਰਿਹਾਇਸ਼ ਹੋਣੀ ਚਾਹੀਦੀ ਹੈ। ਵੋਟਿੰਗ ਦਾ ਚਾਹੇ ਪੰਜਾਬ ਦਾ ਵੋਟਰ ਹੋਵੇ ਬੰਦਾ, ਬਟ ਅਗਰ ਬਿਹਾਰ ਦੇ ਵਿੱਚ ਰਿਜ਼ਾਈਡ ਕਰ ਰਿਹਾ ਤਾਂ ਉੱਥੋਂ ਬਿਹਾਰ ਦੇ ਵਿੱਚੋਂ ਉਹਨੂੰ ਨੋਮੀਨੇਸ਼ਨ ਕੀਤੀ ਜਾ ਸਕਦੀ ਹੈ SLC ਦੇ ਵਿੱਚ। ਠੀਕ ਹੈ, ਤਾਂ ਇਹ ਥੋੜ੍ਹਾ ਜਿਹਾ ਡਿਫਰੈਂਸ ਹੈ ਬੱਚੇ ਦੋਨਾਂ ਦੀ ਕੁਆਲੀਫਿਕੇਸ਼ਨ ਦੇ ਵਿੱਚ। ਜੇ ਬੱਚੇ ਆਪਾਂ ਗੱਲ ਕਰੀਏ ਅਸੈਂਬਲੀ ਦੀ, ਠੀਕ ਹੈ ਵੀ, SLA ਦੇ ਵਿੱਚ, ਜੇ ਆਪਾਂ ਪੰਜਾਬ ਦੀ ਹੀ ਗੱਲ ਕਰੀਏ, ਕਿਉਂਕਿ SLA ਤਾਂ ਪੰਜਾਬ ਦੇ ਵਿੱਚ ਵੀ ਹਰ ਸਟੇਟ ਦੇ ਵਿੱਚ ਹੈ, ਤਾਂ ਜੇ ਪੰਜਾਬ ਅਸੈਂਬਲੀ ਦੀ ਗੱਲ ਕਰੀਏ ਤਾਂ ਪੰਜਾਬ ਅਸੈਂਬਲੀ ਦੇ ਇਲੈਕਸ਼ਨ ਦੇ ਵਿੱਚ, ਜਾਂ ਕਹਿ ਸਕਦੇ ਆਪਾਂ ਪੰਜਾਬ ਅਸੈਂਬਲੀ ਦਾ MLA ਬਣਨ ਵਾਸਤੇ ਅਗਰ ਕਿਸੇ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ, ਉਹ ਹੈ ਜੀ ਕਿ ਉਹ ਪੰਜਾਬ ਸਟੇਟ ਦਾ ਹੀ ਇਲੈਕਟਰ ਹੋਣਾ ਚਾਹੀਦਾ। ਠੀਕ ਹੈ, ਤਾਂ ਪੰਜਾਬ ਦੇ ਵਿੱਚ ਹੀ ਉਹਦੀ ਵੋਟ ਬਣੀ ਹੋਣੀ ਚਾਹੀਦੀ ਹੈ, ਫਿਰ ਹੀ ਤੁਸੀਂ ਪੰਜਾਬ ਦੇ MLA ਲਈ ਖੜੇ ਹੋ ਸਕਦੇ ਹੋ। ਠੀਕ ਹੈ ਜੀ, ਤਾਂ ਬਸ ਫਰਕ ਬਾਕੀ ਤਾਂ ਦੋਨੋਂ ਲੌਜੀਕਲ ਸੀ ਬੱਚੇ। ਇਲੈਕਟਰ ਵੇਲੇ ਇੱਥੇ ਵੀ ਸੇਮ ਸੀਗਾ ਵੀ ਜਦੋਂ ਇਲੈਕਸ਼ਨ ਕਰਨਾ ਹੈ ਤੁਸੀਂ ਵੋਟ ਬਣੀ ਹੋਣੀ ਚਾਹੀਦੀ ਹੈ, ਇੱਥੇ ਵੀ ਜਦੋਂ ਇਲੈਕਸ਼ਨ ਹੋਣਾ ਤੁਹਾਡੀ ਵੋਟ ਬਣੀ ਹੋਣੀ ਚਾਹੀਦੀ ਹੈ। ਫਰਕ ਸਿਰਫ ਨੋਮੀਨੇਸ਼ਨ ਵੇਲੇ ਆਏਗਾ। ਠੀਕ ਹੈ, ਜਦੋਂ ਗਵਰਨਰ ਨੇ ਕੁਛ 116 ਮੈਂਬਰ ਜਿਹੜੇ ਨੋਮੀਨੇਟ ਕਰਨੇ ਸੀਗੇ, ਤਾਂ ਉਹਨਾਂ ਦੇ ਕੇਸ ਦੇ ਵਿੱਚ ਉਹ ਜਿਹੜੇ ਮੈਂਬਰਸ ਨੇ ਉਹ ਰੈਜ਼ੀਡੈਂਟ ਹੋਣੇ ਚਾਹੀਦੇ ਸੀਗੇ, ਬਸ ਇਹ ਫਰਕ ਹੈ, ਬਾਕੀ ਸਾਰਾ ਕੁਝ ਸੇਮ ਹੈਗਾ। ਠੀਕ ਹੈ ਜੀ, ਚਲੋ ਹੁਣ ਬੱਚੇ ਜਿਵੇਂ ਕੁਆਲੀਫਿਕੇਸ਼ਨਸ ਨੇ ਉਵੇਂ ਡਿਸਕੁਆਲੀਫਿਕੇਸ਼ਨਸ ਵੀ ਨੇਗੀਆਂ। ਠੀਕ ਹੈ, ਅਸੀਂ ਜਦੋਂ MPs ਵਾਲੇ ਪੜ੍ਹਿਆ ਸੀ ਬੱਚੇ, ਠੀਕ ਹੈ, ਉਦੋਂ ਵੀ ਆਪਾਂ ਕੁਛ ਡਿਸਕੁਆਲੀਫਿਕੇਸ਼ਨ ਬਾਰੇ ਡਿਸਕਸ ਕੀਤਾ ਸੀਗਾ। ਠੀਕ ਹੈ, ਤਾਂ ਸੇਮ ਰਾਜੇ ਇੱਥੇ ਆਉਣਗੀਆਂ। ਦੇਖੋ ਇੱਥੇ ਵੀ ਲਿਖਿਆ ਸਿਮਿਲਰ ਟੂ MPs। ਠੀਕ ਹੈ, ਜੋ ਇਸ MLAs ਦੀਆਂ ਆਪਣੀਆਂ ਡਿਸਕੁਆਲੀਫਿਕੇਸ਼ਨਸ ਨੇ, MLAs ਦੀਆਂ ਜਾਂ MLC ਦੀਆਂ, ਇਹਨਾਂ ਦੀ ਜਿਹੜੀ ਡਿਸਕੁਆਲੀਫਿਕੇਸ਼ਨ ਨੇ, ਇਹ ਦੇ ਆਰ ਵੈਰੀ ਸਿਮਿਲਰ ਟੂ MPs। ਠੀਕ ਹੈ, ਹੁਣ ਅਗਰ ਤੁਹਾਡੇ ਥੋੜ੍ਹਾ ਨਹੀਂ ਯਾਦ ਬੱਚੇ, ਤੁਸੀਂ ਪਹਿਲਾਂ ਵਾਲਾ ਲੈਕਚਰ ਦੇਖ ਸਕਦੇ ਹੋ, ਜਿਹਦੇ ਵਿੱਚ ਆਪਾਂ ਨੇ MPs ਦੀ ਡਿਸਕੁਆਲੀਫਿਕੇਸ਼ਨ ਦੀ ਗੱਲ ਕੀਤੀ ਹੈ ਬੱਚੇ। ਠੀਕ ਹੈ, ਪਾਰਲੀਮੈਂਟ ਵਾਲੇ ਚੈਪਟਰ ਦੇ ਵਿੱਚ ਅਸੀਂ ਕਾਫੀ ਡਿਟੇਲ ਦੇ ਵਿੱਚ ਦੇਖਿਆ ਸੀ। ਇਹ ਕਿਵੇਂ ਦੇਖਿਆ ਸੀ ਬੱਚੇ, ਜਿਵੇਂ ਕੋਈ ਤੁਸੀਂ ਥੋੜ੍ਹਾ ਯਾਦ ਹੋਣਾ ਕਿ ਅਗਰ ਕੋਈ ਬੰਦਾ ਡਾਊਰੀ ਦੇ ਵਿੱਚ ਬਿਲੀਵ ਕਰਦਾ ਹੈ,
सती प्रथा ਦੇ ਵਿੱਚ ਬਿਲੀਵ ਕਰਦਾ ਹੈ, ਠੀਕ ਹੈ। ਪ੍ਰਮੋਟਿੰਗ ਐਨਿਮਿਟੀ ਮਤਲਬ ਕੀ ਹੈ ਕਿ ਦੋ ਜਿਹੜੇ ਆਪਣੇ ਦੋ ਧੜ ਨੇਗੇ, ਠੀਕ ਹੈ, ਹਿੰਦੂ ਮੁਸਲਮਾਨ ਦੇ ਵਿੱਚ ਕੋਈ ਦੰਗੇ ਫਸਾਦ ਕਰਵਾ ਰਿਹਾ, ਠੀਕ ਹੈ, ਫਿਰਕੂ ਕੋਈ ਦੰਗੇ ਕਰਵਾ ਰਿਹਾ, ਕਮਿਊਨਲ ਰਾਈਟਸ ਕਰਵਾ ਰਿਹਾ ਹੈਗਾ, ਠੀਕ ਹੈ। ਅਗਰ ਇਹ ਜੀ ਕੋਈ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਤਾਂ ਉਸ ਟਾਈਮ 'ਤੇ ਆਪਾਂ ਉਸ MP ਨੂੰ ਜਾਂ ਉਸ MLA ਨੂੰ ਕੀ ਹੈ ਡਿਸਕੁਆਲੀਫਾਈ ਕਰ ਸਕਦੇ ਹਾਂ, ਠੀਕ ਹੈ। ਤਾਂ ਸਿਮਿਲਰ ਗਰਾਊਂਡਸ ਨੇ ਬੱਚੇ ਜੋ MPs ਨੂੰ ਡਿਸਕੁਆਲੀਫਿਕੇਸ਼ਨ ਕਰਨ ਨੇ ਉਹੀ MLAs ਨੂੰ ਵੀ ਡਿਸਕੁਆਲੀਫਾਈ ਕਰ ਸਕਦੇ ਨੇ, ਠੀਕ ਹੈ ਜੀ। ਇਹ ਚੀਜ਼ ਹੈਗੀ। ਬਾਕੀ ਰਾਜੀ ਜਿਹੜਾ ਅਨਸਾਊਂਡ ਮਾਈਂਡ ਇਹ ਸਾਰਾ ਕੁਛ ਸੀਗਾ, ਠੀਕ ਹੈ, ਇਹ ਸਾਰਾ ਕੁਛ ਵੀ ਡਿਸਕੁਆਲੀਫਿਕੇਸ਼ਨ ਦੇ ਵਿੱਚ ਆ ਜਾਊਗਾ, ਠੀਕ ਹੈ ਜੀ। ਨੈਕਸਟ ਹੈ ਬੱਚੇ ਗਰਾਊਂਡ ਆਫ ਡਿਫੈਕਸ਼ਨ। ਇਹ ਚੀਜ਼ ਵੀ ਆਪਾਂ ਨੇ MPs ਦੇ ਡਿਸਕੁਆਲੀਫਿਕੇਸ਼ਨ ਟਾਈਮ ਪੜ੍ਹੀ ਸੀ ਬੱਚੇ, ਠੀਕ ਹੈ। ਐਗਜ਼ਾਮਪਲ ਆਪਾਂ ਯਾਦ ਕਰ ਲੈਂਦੇ ਹਾਂ। ਦੇਖੋ ਆਪਾਂ ਨੇ ਦੇਖਿਆ ਸੀ, ਮੈਂ ਗੱਲ ਕਰ ਰਿਹਾ ਪਾਰਲੀਮੈਂਟ ਦੀ, ਸੰਸਦ ਦੀ ਗੱਲ ਕਰ ਰਿਹਾ, ਮੈਂ ਸੈਂਟਰ ਲੈਵਲ ਦੀ ਗੱਲ ਕਰ ਰਿਹਾ। ਸੈਂਟਰ ਲੈਵਲ ਦੇ ਵਿੱਚ ਦੇਖਿਆ ਸੀ ਬੱਚੇ ਆਪਾਂ ਨੇ ਕਿ ਅਗਰ ਆਮ ਆਦਮੀ ਪਾਰਟੀ ਤੋਂ ਜਿਹੜੇ ਭਗਵੰਤ ਮਾਨ ਬੈਠੇ ਨੇ ਇੱਥੇ, ਅਗਰ ਭਗਵੰਤ ਮਾਨ ਕਰ ਲਓ BJP ਦੇ ਵਿੱਚ ਚਲੇ ਜਾਂਦੇ ਨੇ ਬੱਚੇ, ਠੀਕ ਹੈ, BJP ਦੇ ਵਿੱਚ ਚਲੇ ਜਾਂਦੇ ਨੇ, ਤਾਂ ਇਹ ਦੇਖੋ ਇਹ ਗੱਲ ਗਲਤ ਹੈ ਨਾ। ਤੁਸੀਂ ਖੜੇ ਤਾਂ ਇਲੈਕਸ਼ਨ ਜਿੱਤੇ ਤੁਸੀਂ ਆਪ ਦੀ ਟਿਕਟ ਦੇ ਉੱਪਰ ਔਰ ਤੁਸੀਂ ਜਾਂ BJP ਦੇ ਵਿੱਚ ਰਹੋ, ਠੀਕ ਹੈ, ਤਾਂ ਇਹ ਚੀਜ਼ ਗਲਤ ਹੈ। ਇਸੇ ਗਲਤ ਚੀਜ਼ ਨੂੰ ਆਪਾਂ ਕਹਿੰਦੇ ਹਾਂ ਬੱਚੇ ਡਿਫੈਕਸ਼ਨ, ਠੀਕ ਹੈ, ਵੀ ਤੁਸੀਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਡਿਫੈਕਟ ਕਰ ਗਏ, ਠੀਕ ਹੈ। ਹੁਣ ਇਹ ਚੀਜ਼ ਕਿਉਂਕਿ ਗਲਤ ਹੈ ਤਾਂ ਇਸ ਚੀਜ਼ ਨੂੰ ਰੋਕਣ ਵਾਸਤੇ ਅਸੀਂ ਕੀ ਕੀਤਾ ਹੋਇਆ ਹੈ ਕਿ ਅਗਰ ਕੋਈ ਬੰਦਾ ਇੱਦਾਂ ਕਰਦਾ ਹੈ ਅਸੀਂ ਉਹਨੂੰ ਡਿਸਕੁਆਲੀਫਾਈ ਕਰ ਸਕਦੇ ਹਾਂ, ਅਸੀਂ ਉਹਨੂੰ ਡਿਸਕੁਆਲੀਫਾਈ ਕਰ ਸਕਦੇ ਹੁੰਦੇ ਹਾਂ, ਠੀਕ ਹੈ ਜੀ। ਇਹ ਚੀਜ਼ ਧਿਆਨ ਰੱਖਣੀ ਆਪਾਂ ਨੇ। ਹੁਣ ਡਿਸਕੁਆਲੀਫਾਈ ਕਿਵੇਂ ਕਰ ਸਕਦੇ ਹਾਂ? ਔਨ ਗਰਾਊਂਡ ਆਫ ਡਿਫੈਕਸ਼ਨ, ਕਿ ਅਗਰ ਡਿਫੈਕਟ ਕਰਦਾ ਤਾਂ ਉਹਨੂੰ ਡਿਸਕੁਆਲੀਫਾਈ ਕਰਨਾ ਹੈ। ਔਰ ਇਸ ਚੀਜ਼ ਦਾ ਡਿਸੀਜਨ ਕੌਣ ਲਏਗਾ ਜੀ? ਇਸ ਚੀਜ਼ ਦਾ ਡਿਸੀਜਨ ਲਏਗਾ ਸਪੀਕਰ ਜਾਂ ਫਿਰ ਚੇਅਰਮੈਨ। ਜੇ ਆਪਾਂ ਗੱਲ ਕਰੀਏ ਆਪਣੀ ਅਸੈਂਬਲੀ ਦੀ, ਸਟੇਟ ਅਸੈਂਬਲੀ ਦੀ, ਠੀਕ ਹੈ, ਇਹ ਹੈਗੀ ਪੰਜਾਬ ਦੀ ਅਸੈਂਬਲੀ। ਹੁਣ ਜੇ ਪੰਜਾਬ ਦੀ ਅਸੈਂਬਲੀ ਦੇ ਵਿੱਚੋਂ ਕੋਈ ਰਾਜੇ ਮੰਨ ਲਓ ਆਮ ਆਦਮੀ ਪਾਰਟੀ ਦਾ ਹੀ MLA ਇੱਥੇ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈਗਾ, ਠੀਕ ਹੈ, ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ, ਤਾਂ ਇੱਥੇ ਵੀ ਕੀ ਹੋਊਗੀ? ਡਿਫੈਕਸ਼ਨ ਹੋਊਗੀ। ਹੁਣ ਪੰਜਾਬ ਦੀ ਅਸੈਂਬਲੀ ਦਾ ਸਪੀਕਰ ਜਿਹੜਾ ਹੈ ਉਹ ਡਿਸੀਜਨ ਲਏਗਾ ਕਿ ਹਾਂਜੀ ਇਸ ਬੰਦੇ ਨੂੰ ਡਿਸਕੁਆਲੀਫਾਈ ਕਰਨਾ ਕਿ ਨਹੀਂ ਕਰਨਾ, ਠੀਕ ਹੈ। ਔਰ ਉਹੀ ਗੱਲ ਜੇ SLC ਦੀ ਆਪਾਂ ਗੱਲ ਕਰੀਏ, ਬਿਹਾਰ ਦੀ SLC ਦੀ ਮੈਂ ਗੱਲ ਕਰਾਂ ਤਾਂ ਉੱਥੇ ਵੀ ਸੇਮ ਚੀਜ਼ ਹੈ। ਜੇ ਕੋਈ ਵੀ ਇੱਕ ਪਾਰਟੀ ਤੋਂ ਬੰਦਾ ਦੂਸਰੀ ਪਾਰਟੀ ਦੇ ਵਿੱਚ ਜਾ ਰਿਹਾ ਤਾਂ ਉੱਥੇ ਉਹਨਾਂ ਦਾ ਜਿਹੜਾ ਚੇਅਰਮੈਨ ਹੈਗਾ, ਹੁਣ ਦੇਖੋ ਨਾਮ ਦਾ ਫਰਕ ਪੈ ਗਿਆ, SLC ਦੇ ਵਿੱਚ ਬੱਚੇ ਚੇਅਰਮੈਨ ਹੁੰਦਾ, SLA ਦੇ ਵਿੱਚ ਬੱਚੇ ਸਪੀਕਰ ਹੁੰਦਾ ਹੈਗਾ, ਠੀਕ ਹੈ। ਹੁਣ ਇੱਥੇ ਚੇਅਰਮੈਨ ਡਿਸੀਜਨ ਲਏਗਾ ਜੀ ਕਿ ਹਾਂਜੀ ਉਹਨਾਂ ਨੂੰ ਤੁਸੀਂ ਡਿਸਕੁਆਲੀਫਾਈ ਕਰਨਾ ਕਿ ਨਹੀਂ ਕਰਨਾ ਹੈਗਾ, ਠੀਕ ਹੈ ਜੀ। ਤਾਂ ਇਹ ਚੀਜ਼ ਹੈਗੀ। ਇਹ ਸਾਰਾ ਕੁਝ ਬੱਚੇ ਆਪਣੇ ਕੋਲ ਆਉਂਦਾ ਹੈ 10th ਸ਼ਡਿਊਲ ਦੇ ਵਿੱਚ, ਠੀਕ ਹੈ। ਆਪਾਂ ਨੂੰ ਪਤਾ 12 ਸ਼ਡਿਊਲਸ ਨੇ ਆਪਣੇ ਸੰਵਿਧਾਨ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ 10th ਸ਼ਡਿਊਲ ਦੇ ਵਿੱਚ ਡਿਫੈਕਸ਼ਨ ਦੀ ਗੱਲ ਕੀਤੀ ਗਈ ਹੈ, ਐਂਟੀ ਡਿਫੈਕਸ਼ਨ ਲਾਅ ਦੀ ਗੱਲ ਕੀਤੀ ਗਈ ਹੈ ਕਿ ਅਗਰ ਕੋਈ ਬੰਦਾ ਡਿਫੈਕਟ ਕਰਦਾ MP MLA ਤਾਂ ਉਹਨੂੰ ਤੁਸੀਂ ਡਿਸਕੁਆਲੀਫਾਈ ਕਰ ਸਕਦੇ ਹੋ, ਠੀਕ ਹੈ। ਬਸ ਫਰਕ ਇਹੀ ਹੈ ਬੱਚੇ, ਜਿਹੜੇ ਅਬਵ ਗਰਾਊਂਡ ਸੀ ਇਹਨਾਂ ਦੇ ਵਿੱਚ ਜਿਹੜਾ ਡਿਸੀਜਨ ਲਏਗਾ ਕੌਣ ਲਏਗਾ? ਗਵਰਨਰ ਲਏਗਾ, ਠੀਕ ਹੈ। ਜਿਵੇਂ ਅਸੀਂ ਦੇਖਿਆ ਸੀ ਸੈਂਟਰ ਦੇ ਵਿੱਚ ਇਹ ਡਿਸੀਜਨ ਪ੍ਰੈਜ਼ੀਡੈਂਟ ਲੈ ਰਿਹਾ ਸੀਗਾ, ਤਾਂ ਹੁਣ ਇੱਥੇ ਕੌਣ ਡਿਸੀਜਨ ਲਏਗਾ? ਗਵਰਨਰ ਲਏਗਾ। ਬਟ ਅਗਰ ਡਿਸਕੁਆਲੀਫਿਕੇਸ਼ਨ ਔਨ ਗਰਾਊਂਡ ਆਫ ਡਿਫੈਕਸ਼ਨ ਹੋ ਰਹੀ ਹੈ, 10th ਸ਼ਡਿਊਲ ਅੰਡਰ ਹੋ ਰਹੀ ਹੈ, ਫਿਰ ਡਿਸੀਜਨ ਲਏਗਾ ਜੀ ਸਪੀਕਰ, ਠੀਕ ਹੈ। ਹੋਰ ਕੋਈ ਵੀ ਰੀਜ਼ਨ ਹੈ ਉਹਦਾ ਡਿਸੀਜਨ ਲਏਗਾ ਜੀ ਗਵਰਨਰ ਕਿ ਹਾਂਜੀ ਫਲਾਣੇ ਬੰਦੇ ਨੂੰ ਤੁਸੀਂ ਡਿਸਕੁਆਲੀਫਾਈ ਕਰਨਾ ਹੈ ਕਿ ਨਹੀਂ ਕਰਨਾ, ਤਾਂ ਉਹਦਾ ਫਾਈਨਲ ਡਿਸੀਜਨ ਗਵਰਨਰ ਸਾਹਿਬ ਲੈਣਗੇ, ਠੀਕ ਹੈ। ਇਹ ਧਿਆਨ ਰੱਖਣਾ ਪੈਣਾ। ਚਲੋ ਨੈਕਸਟ ਬੱਚੇ ਇਹ ਜਿਹੜੇ MLAs ਨੇ ਜਾਂ MLCs ਨੇ, ਦੇਖੋ ਜਿਹੜੇ ਤਾਂ SLA ਬੱਚੇ ਸਟੇਟ ਲੈਜਿਸਲੇਟਿਵ ਅਸੈਂਬਲੀ ਹੈ ਉਹਨਾਂ ਦੇ ਮੈਂਬਰਸ ਨੂੰ ਆਪਾਂ MLA ਕਹਿ ਦਿੰਦੇ ਹਾਂ। ਜਿਹੜੇ ਸਟੇਟ ਲੈਜਿਸਲੇਟਿਵ ਕਾਊਂਸਲ ਹੈ ਬੱਚੇ, ਸੈਕਿੰਡ ਹਾਊਸ ਹੈ ਜੋ ਕੁਝ ਸਟੇਟਸ ਦੇ ਵਿੱਚ ਹੈ, ਸਿਰਫ 6 ਸਟੇਟਸ ਦੇ ਵਿੱਚ ਹੈ, ਉਹਨਾਂ ਦੇ ਮੈਂਬਰਸ ਨੂੰ ਅਸੀਂ MLC ਕਹਿ ਦਿੰਦੇ ਹਾਂ ਬੱਚੇ, ਮੈਂਬਰਸ ਆਫ ਲੈਜਿਸਲੇਟਿਵ ਕਾਊਂਸਲ। ਇੱਥੇ ਜੀ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀ, ਠੀਕ ਹੈ, ਥੋੜ੍ਹਾ ਜਿਹਾ ਫਰਕ ਹੈਗਾ। ਹੁਣ ਇਹਨਾਂ ਦੋਨਾਂ ਨੂੰ ਹੀ MLAs ਨੂੰ ਜਾਂ MLCs ਨੂੰ ਸਹੁੰ ਕੌਣ ਚੁਕਾਏਗਾ ਬੱਚੇ? ਗਵਰਨਰ ਹੀ ਚੁਕਵਾਉਣਗੇ, ਠੀਕ ਹੈ। ਇਹੀ ਚੀਜ਼ ਆਪਾਂ ਨੇ ਬੱਚੇ ਸੈਂਟਰ ਦੇ ਵਿੱਚ ਕੀਤੀ ਸੀ ਕਿ ਜੋ MPs ਨੂੰ ਓਥ ਟੇਕਿੰਗ ਹੈ ਉਹ ਕੌਣ ਕਰਵਾ ਰਿਹਾ ਸੀ? ਉਹ ਪ੍ਰੈਜ਼ੀਡੈਂਟ ਸਾਹਿਬ ਕਰਵਾ ਰਹੇ ਸੀਗੇ, ਠੀਕ ਹੈ। ਬਟ ਅਸੀਂ ਇਹ ਵੀ ਦੇਖਿਆ ਸੀਗਾ ਕਿ ਪ੍ਰੈਜ਼ੀਡੈਂਟ ਕਿਉਂਕਿ 800 MPs ਦੇ ਬੱਚੇ ਤਾਂ ਇਕੱਲੇ ਨੂੰ ਸਹੁੰ ਚੁਕਾਉਣੀ ਫਿਜ਼ੀਬਲ ਨਹੀਂ ਹੈਗਾ, ਠੀਕ ਹੈ। ਤਾਂ ਇਨ ਜਨਰਲ ਕੀ ਹੁੰਦਾ, ਪ੍ਰੈਜ਼ੀਡੈਂਟ ਕਿਸੇ ਹੋਰ ਨੂੰ ਕਹਿ ਦਿੰਦੇ ਨੇਗੇ ਆਪਣੇ ਬਿਹਾਫ 'ਤੇ, ਠੀਕ ਹੈ। ਇਨ ਜਨਰਲ ਸਪੀਕਰ ਪ੍ਰੋਟਮ ਜਿਹੜਾ ਹੁੰਦਾ ਆਪਾਂ ਦੇਖਿਆ ਸੀ, ਸਪੀਕਰ ਪ੍ਰੋਟਮ, ਇਹ ਜਿਹੜਾ ਪ੍ਰੋਟਮ ਸਪੀਕਰ ਹੈ ਇਹ ਹੀ ਸਹੁੰ ਚੁਕਵਾਉਂਦਾ ਹੁੰਦਾ, ਠੀਕ ਹੈ। ਬਟ ਆਪਾਂ MCQ ਵਾਸਤੇ ਯਾਦ ਰੱਖਣਾ ਕਿ ਪ੍ਰੈਜ਼ੀਡੈਂਟ ਸਹੁੰ ਚੁਕਵਾਉਂਦੇ ਨੇਗੇ, ਠੀਕ ਹੈ, ਇਹ ਧਿਆਨ ਰੱਖਣਾ ਪੈਣਾ। ਇਨ ਜਨਰਲ ਇਨ ਪ੍ਰੈਕਟਿਸ ਬੱਚੇ ਸਪੀਕਰ ਪ੍ਰੋਟਮ ਹੀ ਸਹੁੰ ਚੁਕਾ ਦਿੰਦਾ ਹੈਗਾ। ਸੇਮ ਚੀਜ਼ ਰਾਜੇ ਸਟੇਟ ਦੇ ਵਿੱਚ ਹੈਗੀ ਕਿ ਬੁੱਕਸ ਦੇ ਵਿੱਚ ਆਪਾਂ ਕਹਾਂਗੇ ਕਿ ਗਵਰਨਰ ਹੀ ਸਹੁੰ ਚੁਕਾਉਂਦਾ, ਕਾਗਜ਼ਾਂ ਦੇ ਵਿੱਚ ਤਾਂ ਇਹੀ ਚੀਜ਼ ਹੈ, ਬਟ ਓਬਵੀਅਸਲੀ ਗਵਰਨਰ ਖੁਦ ਨਹੀਂ ਕਰਵਾਉਂਦੇ, ਕਿਸੇ ਹੋਰ ਨੂੰ ਆਪਣੇ ਬਿਹਾਫ 'ਤੇ ਕਹਿ ਦਿੰਦੇ ਨੇ, ਠੀਕ ਹੈ। ਇੱਥੇ ਵੀ ਮੋਸਟ ਪ੍ਰੋਬੇਬਲੀ ਸਪੀਕਰ ਪ੍ਰੋਟਮ ਨੂੰ ਹੀ ਕਹਿ ਦੇਣਗੇ, ਠੀਕ ਹੈ ਜੀ, ਚੀਜ਼ ਹੈ। ਚਲੋ ਨੈਕਸਟ ਬੱਚੇ ਸਪੀਕਰ ਆਫ ਅਸੈਂਬਲੀ। ਸਪੀਕਰ ਆਫ ਅਸੈਂਬਲੀ ਹੁਣ ਜਿਵੇਂ ਆਪਾਂ ਨੇ ਬੱਚੇ ਪਾਰਲੀਮੈਂਟ ਦੇ ਵਿੱਚ ਪੜ੍ਹਿਆ, ਸਾਰਾ ਕੁਝ ਡਿਟੋ ਸੇਮ ਹੈ ਬੱਚੇ, ਐਗਜ਼ੈਕਟਲੀ ਸੇਮ ਚੀਜ਼ਾਂ ਆਉਣਗੀਆਂ, 99% ਚੀਜ਼ਾਂ ਸੇਮ ਨਹੀਂ ਗੀਆਂ, ਠੀਕ ਹੈ। ਜਿਵੇਂ ਆਪਾਂ ਨੇ ਲੋਕ ਸਭਾ ਦਾ ਸਪੀਕਰ ਦੀ ਗੱਲ ਕੀਤੀ ਹੈ, ਇੱਥੇ ਵੀ ਉਹੀ ਸਪੀਕਰ ਦੀ ਗੱਲ ਹੋਵੇਗੀ, ਠੀਕ ਹੈ। ਜਿਵੇਂ ਆਪਣੇ ਰਾਜ ਸਭਾ ਦੇ ਚੇਅਰਮੈਨ ਦੀ ਗੱਲ ਕਰਾਂਗੇ ਆਪਾਂ ਬੱਚੇ ਕੀਤੀ ਸੀ, ਉਸੇ ਤਰ੍ਹਾਂ ਆਪਾਂ ਜਿਹੜਾ MLC ਦੇ ਜਿਹੜੇ ਚੇਅਰਮੈਨ ਦੀ ਉਹਦੀ ਵੀ ਗੱਲ ਕਰਾਂਗੇ ਆਪਾਂ, ਠੀਕ ਹੈ ਜੀ। ਪਹਿਲਾਂ ਗੱਲ ਕਰਦੇ ਹਾਂ ਸਪੀਕਰ ਦੀ। ਸਭ ਤੋਂ ਪਹਿਲਾਂ ਬੱਚੇ ਇਲੈਕਸ਼ਨ, ਸਪੀਕਰ ਦਾ ਇਲੈਕਸ਼ਨ ਆਪਣੇ ਅਸੈਂਬਲੀ ਦੇ ਵਿੱਚੋਂ ਹੀ ਹੁੰਦਾ ਹੈ। ਇਹ ਸਾਰੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਅਸੈਂਬਲੀ ਦੀ, ਪੰਜਾਬ ਦੀ ਅਸੈਂਬਲੀ।
ਤਾਂ ਸਪੀਕਰ ਦਾ ਇਲੈਕਸ਼ਨ ਬੱਚੇ ਇਹਨਾਂ ਦੇ ਵਿੱਚੋਂ ਹੀ ਕਰੂਗਾ, ਠੀਕ ਹੈ। ਇਹ ਸਾਰੇ ਮੈਂਬਰ ਆਪਣੇ ਵੋਟਾਂ ਪਾਣਗੇ, ਠੀਕ ਹੈ, ਫਿਰ ਕਿਸੇ ਬੰਦੇ ਨੂੰ ਇੱਥੇ ਸਪੀਕਰ ਬਿਠਾ ਦੇਣਗੇ, ਠੀਕ ਹੈ। ਜਿਵੇਂ ਸੈਂਟਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਇਲੈਕਸ਼ਨ ਹੋ ਰਹੀ ਸੀ, ਉਸੇ ਤਰ੍ਹਾਂ ਬੱਚੇ ਪੰਜਾਬ ਦੀ ਜਾਂ ਕਿਸੇ ਵੀ ਸਟੇਟ ਦੀ ਅਸੈਂਬਲੀ ਦੇ ਵਿੱਚ ਆਪ ਹੀ ਮੈਂਬਰ, ਸਾਰੇ ਮੈਂਬਰ ਆਪ MLAs ਇਹ ਆਪ ਵੋਟਾਂ ਪਾਣਗੇ ਕਿ ਹਾਂਜੀ ਸਾਡਾ ਸਪੀਕਰ ਕੌਣ ਹੋਣਾ ਚਾਹੀਦਾ ਹੈਗਾ, ਠੀਕ ਹੈ, ਫਰੋਮ ਅਮੰਗ ਸਟੇਟਸ ਮੈਂਬਰਸ, ਠੀਕ ਹੈ। ਓਬਵੀਅਸਲੀ ਅਗਰ ਕਿਸੇ ਨੇ ਸਪੀਕਰ ਬਣਨਾ ਤਾਂ ਪਹਿਲਾਂ ਮੈਂਬਰ ਹੋਣਾ ਪਊਗਾ, ਠੀਕ ਹੈ। ਇਹ ਚੀਜ਼ ਲੋਕ ਸਭਾ ਵਾਸਤੇ ਵੀ ਟਰੂ ਸੀਗੀ, ਠੀਕ ਹੈ ਜੀ। ਅਗਰ ਰਿਮੂਵ ਕਰਨਾ ਬੱਚੇ, ਰਿਮੂਵ ਦੇਖੋ ਖੁਦ ਇੱਕ ਬੰਦਾ ਖੁਦ ਰਿਜ਼ਾਈਨ ਕਰ ਸਕਦਾ ਹੈਗਾ, ਠੀਕ ਹੈ। ਤਾਂ ਸਪੀਕਰ ਨੇ ਅਗਰ ਰਿਜ਼ਾਈਨ ਕਰਨਾ ਹੈ ਤਾਂ ਕਿਹਨੂੰ ਆਪਣਾ ਤਿਆਗ ਪੱਤਰ ਦੇਗਾ ਬੱਚੇ, ਡਿਪਟੀ ਸਪੀਕਰ ਨੂੰ ਦੇਗਾ, ਧਿਆਨ ਦੇਣਾ ਇਸ ਚੀਜ਼ 'ਤੇ, ਠੀਕ ਹੈ। ਇਹੀ ਚੀਜ਼ ਬੱਚੇ ਲੋਕ ਸਭਾ ਦੇ ਵਿੱਚ ਪੜ੍ਹੀ ਸੀ ਆਪਾਂ ਨੇ ਕਿ ਤਿਆਗ ਪੱਤਰ ਡਿਪਟੀ ਸਪੀਕਰ ਦਊਗਾ। ਦੇਖੋ ਇੱਥੇ ਕਨਫਿਊਜ਼ਨ ਹੋ ਸਕਦੀ ਹੈ ਵੀ ਸਪੀਕਰ ਹੋ ਸਕਦਾ ਗਵਰਨਰ ਨੂੰ ਦੇਣ ਜਾਂ ਕਿਸੇ ਹੋਰ ਨੂੰ ਦੇਣ, ਹੈ ਨਾ, ਮਤਲਬ ਸੀਨੀਅਰ ਨੂੰ ਨਹੀਂ, ਇੱਥੇ ਜੂਨੀਅਰ ਨੂੰ ਦੇ ਰਿਹਾ ਤਿਆਗ ਪੱਤਰ ਆਪਣਾ। ਸਪੀਕਰ ਆਪਣਾ ਤਿਆਗ ਪੱਤਰ ਆਪਣੇ ਡਿਪਟੀ ਸਪੀਕਰ ਨੂੰ ਦੇ ਰਿਹਾ ਹੈਗਾ, ਠੀਕ ਹੈ ਜੀ। ਇਹ ਤਾਂ ਗੱਲ ਰਹੀ ਬੱਚੇ ਰੈਜ਼ਿਗਨੇਸ਼ਨ ਦੀ, ਖੁਦ ਬੰਦਾ ਰਿਜ਼ਾਈਨ ਕਰ ਰਿਹਾ ਹੈ ਸਪੀਕਰ। ਅਗਰ ਆਪਾਂ ਨੇ ਰਿਮੂਵ ਕਰਨਾ, ਆਪਾਂ ਨੇ ਮਤਲਬ ਇਸ ਅਸੈਂਬਲੀ ਨੇ ਰਿਮੂਵ ਕਰਨਾ ਹੈ, ਫਿਰ ਕਿਵੇਂ ਹੋਊਗਾ, ਦੈਨ ਰਿਮੂਵਡ ਬਾਈ ਰੈਜ਼ੋਲੂਸ਼ਨ ਆਫ ਮੈਜੋਰਿਟੀ ਆਲ ਦਾ ਦੈਨ ਮੈਂਬਰ, ਠੀਕ ਹੈ। ਇੱਕ ਐਬਸੋਲੂਟ ਮੈਜੋਰਿਟੀ ਨਾਲ ਆਪਾਂ ਪਾਸ ਕਰਾਂਗੇ ਬੱਚੇ, ਠੀਕ ਹੈ। ਬਟ ਉਸ ਤੋਂ ਪਹਿਲਾਂ 14 ਡੇਜ਼ ਦਾ ਨੋਟਿਸ ਆਪਾਂ ਨੂੰ ਦੇਣਾ ਪਏਗਾ, ਠੀਕ ਹੈ। ਇਹ ਆਪਾਂ ਨੂੰ ਧਿਆਨ ਰੱਖਣਾ ਬੱਚੇ, ਕਿਉਂਕਿ ਚੱਲਦਾ ਫਿਰਦਾ ਬੰਦਾ ਨਹੀਂ ਹੈਗਾ ਬੱਚੇ ਸਪੀਕਰ। ਅਗਰ ਅੱਜ ਰਿਮੂਵ ਕਰਨਾ ਹੈ ਤਾਂ ਅੱਜ ਹੀ ਨਹੀਂ ਰਿਮੂਵ ਕਰ ਸਕਦੇ, ਆਪਾਂ ਨੂੰ ਅੱਜ ਪਹਿਲਾਂ ਨੋਟਿਸ ਦੇਣਾ ਪਊਗਾ ਕਿ ਸਰ ਆਪਾਂ ਨੈਕਸਟ 14 ਡੇਜ਼ ਦੇ ਵਿੱਚ ਤੁਹਾਨੂੰ ਰਿਮੂਵ ਕਰਾਂਗੇ, ਠੀਕ ਹੈ। ਤਾਂ ਐਡਵਾਂਸ ਨੋਟਿਸ 14 ਦਿਨਾਂ ਦਾ ਦੇਣਾ ਹੀ ਪਏਗਾ। ਇਹ 14 ਡੇਜ਼ ਦਾ ਨੋਟਿਸ ਬੱਚੇ ਹਰ ਵਾਰੀ ਆਉਂਦਾ ਹੈਗਾ, ਚਾਹੇ ਤੁਸੀਂ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ ਹੈ, ਚਾਹੇ ਵਾਈਸ ਪ੍ਰੈਜ਼ੀਡੈਂਟ ਨੂੰ ਕਰਨਾ ਹੈ, ਚਾਹੇ ਸਪੀਕਰ ਨੂੰ ਕਰਨਾ ਹੈ, ਚਾਹੇ ਡਿਪਟੀ ਸਪੀਕਰ ਨੂੰ ਕਰਨਾ ਹੈ, ਚਾਹੇ ਡਿਪਟੀ ਚੇਅਰਮੈਨ ਨੂੰ ਕਰਨਾ ਹੈ। ਤਾਂ ਕਿਸੇ ਵੀ ਫੰਕਸ਼ਨੈਰੀ ਨੂੰ ਤੁਸੀਂ ਰਿਮੂਵ ਕਰਨਾ ਹੈ, 14 ਡੇਜ਼ ਦਾ ਨੋਟਿਸ ਆ ਹੀ ਰਿਹਾ ਸੀਗਾ ਆਪਣੇ ਕੇਂਦਰ ਦੇ ਵਿੱਚ। ਤਾਂ ਇੱਥੇ ਵੀ ਸੇਮ ਚੀਜ਼ ਲਾਗੂ ਹੋ ਰਹੀ ਹੈ ਬੱਚੇ, ਸਪੀਕਰ, ਡਿਪਟੀ ਸਪੀਕਰ, ਚੇਅਰਮੈਨ, ਡਿਪਟੀ ਚੇਅਰਮੈਨ, ਇਹਨਾਂ ਨੂੰ ਵੀ ਅਗਰ ਰਿਮੂਵ ਕਰਨਾ ਹੈ ਤਾਂ ਚਾਰਾਂ ਕੇਸਿਸ ਦੇ ਵਿੱਚ 14 ਡੇਜ਼ ਦਾ ਨੋਟਿਸ ਹਮੇਸ਼ਾ ਚਾਹੀਦਾ ਹੀ ਚਾਹੀਦਾ ਹੋਏਗਾ, ਠੀਕ ਹੈ, ਹਰ ਕੇਸ ਦੇ ਵਿੱਚ, ਠੀਕ ਹੈ ਜੀ। ਚਲੋ ਠੀਕ ਹੈ ਬੱਚੇ, ਤਾਂ ਸਪੀਕਰ ਦੀਆਂ ਪਾਵਰਸ ਦੀ ਗੱਲ ਕਰਦੇ ਹਾਂ ਬੱਚੇ। ਅਗੇਨ ਬਿਲਕੁਲ ਸਿਮਿਲਰ ਨੇ ਲੋਕ ਸਭਾ ਦੇ ਸਪੀਕਰ ਵਾਂਗੂ, ਠੀਕ ਹੈ। ਜਿਵੇਂ ਲੋਕ ਸਭਾ ਦੇ ਸਪੀਕਰ ਦੀਆਂ ਪਾਵਰ ਸੀਗੀਆਂ, ਉਹ ਇੱਥੇ ਵੀ ਸੇਮ ਪਾਵਰਸ ਨੇ ਆਲਮੋਸਟ। ਕਿਵੇਂ ਬੱਚੇ, ਕਿ ਹਾਊਸ ਦੇ ਵਿੱਚ ਆਰਡਰ ਮੇਨਟੇਨ ਕਰਦਾ ਹੈਗਾ, ਡਿਸਿਪਲਿਨ ਮੇਨਟੇਨ ਕਰਦਾ ਹੈ, ਠੀਕ ਹੈ, ਡਿਸਾਈਡ ਕਰਦਾ ਕਿ ਕੋਈ ਬਿੱਲ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ, ਠੀਕ ਹੈ। ਇਹ ਕਾਫੀ ਇੰਪੋਰਟੈਂਟ ਪਾਵਰ ਹੈ ਸਪੀਕਰ ਦੀ, ਲੋਕ ਸਭਾ ਦੇ ਵਿੱਚ ਵੀ ਔਰ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਵੀ, ਠੀਕ ਹੈ। 10th ਸ਼ਡਿਊਲ ਦੇ ਵਿੱਚ ਪਾਵਰਸ ਨੇ ਬੱਚੇ, ਹੁਣੀ ਪੜ੍ਹਿਆ ਸੀ ਆਪਾਂ ਨੇ ਕਿ 10th ਸ਼ਡਿਊਲ ਦੇ ਅੰਡਰ ਉਹ ਡਿਸਕੁਆਲੀਫਾਈ ਜਾਂ ਕੁਆਲੀਫਾਈ ਕਰ ਸਕਦਾ ਬੰਦੇ ਨੂੰ, ਠੀਕ ਹੈ। ਸਪੀਕਰ ਜਿਹੜਾ ਹੈਗਾ ਉਹ 10th ਸ਼ਡਿਊਲ ਦੇ ਅੰਡਰ ਆਪਣੇ ਜਿਹੜੇ MLAs ਨੇ ਉਹਨਾਂ ਨੂੰ ਡਿਸਕੁਆਲੀਫਾਈ ਕਰ ਸਕਦਾ ਹੈਗਾ, ਠੀਕ ਹੈ। ਇਹ ਵੀ ਸਪੀਕਰ ਦੀ ਪਾਵਰ ਹੈਗੀ, ਠੀਕ ਹੈ। ਆਪਾਂ ਕੀ ਪੜ੍ਹ ਰਹੇ ਹਾਂ, ਸਪੀਕਰ ਦੀ ਪਾਵਰਸ ਹੀ ਪੜ੍ਹ ਰਹੇ ਆਪਾਂ, ਠੀਕ ਹੈ ਬੱਚੇ। ਇੱਕ ਹੈ ਜੀ ਕਾਸਟਿੰਗ ਵੋਟ, ਇਹ ਆਪਾਂ ਨੇ ਕਾਫੀ ਇਹ ਵੀ ਡਿਟੇਲ ਦੇ ਵਿੱਚ ਦੇਖਿਆ ਸੀਗਾ, ਆਪਾਂ ਦੁਬਾਰਾ ਦੇਖ ਲੈਣ ਇੱਕ ਵਾਰੀ। ਦੇਖੋ ਅਸੈਂਬਲੀ ਹੈਗੀ ਹੈ, ਅਸੈਂਬਲੀ ਦੇ ਵਿੱਚ ਕੋਈ ਵੀ ਕੰਮ ਕਿਵੇਂ ਹੋਊਗਾ, ਵੋਟਿੰਗ ਨਾਲ ਹੋਊਗਾ, ਠੀਕ ਹੈ। ਮੰਨ ਲਓ ਕੋਈ ਬਿੱਲ ਪੇਸ਼ ਕੀਤਾ, ਹੁਣ ਇਹ ਬਿੱਲ ਲਾਅ ਬਣੂਗਾ ਜਾਂ ਨਹੀਂ ਬਣੂਗਾ, ਠੀਕ ਹੈ, ਇਹ ਕੌਣ ਡਿਸਾਈਡ ਕਰੂ, ਇਹ ਮੈਜੋਰਿਟੀ ਡਿਸਾਈਡ ਕਰੂਗੀ, ਠੀਕ ਹੈ। ਮੰਨ ਲਓ 110 MLA ਬੈਠੇ ਨੇ ਪੰਜਾਬ ਦੀ ਅਸੈਂਬਲੀ ਦੇ ਵਿੱਚ, ਠੀਕ ਹੈ, 117 ਦੀ ਸਟਰੈਂਥ ਹੈ, ਮੰਨ ਲਓ 110 ਪ੍ਰੈਜ਼ੈਂਟ ਨੇਗੇ। ਹੁਣ ਇਹਨਾਂ 110 ਦੇ ਵਿੱਚੋਂ ਅਗਰ ਤਾਂ ਬੱਚੇ ਬਿੱਲ ਨੂੰ ਪਾਸ ਕਰਨ ਵਾਲੇ 56 ਨੇ ਔਰ ਮਨਾ ਕਰਨ ਵਾਲੇ 54 ਨੇ, ਫਿਰ ਕੀ ਹੋਊਗਾ, ਬਿੱਲ ਓਬਵੀਅਸਲੀ ਪਾਸ ਹੋਊਗਾ ਕਿਉਂਕਿ ਮੈਜੋਰਿਟੀ ਹੈਗੀ ਹੈ। ਅਗਰ ਬੱਚੇ ਪਾਸ ਕਰਨ ਵਾਲੇ 54 ਨੇ ਔਰ ਮਨਾ ਕਰਨ ਵਾਲੇ 56 ਨੇ, ਫਿਰ ਓਬਵੀਅਸਲੀ ਬਿੱਲ ਪਾਸ ਨਹੀਂ ਹੋਏਗਾ, ਠੀਕ ਹੈ, ਬਲੋਕ ਹੋ ਜਾਏਗਾ, ਇੱਥੇ ਪਾਸ ਹੋ ਜਾਊਗਾ। ਤਾਂ ਮਤਲਬ ਕੀ ਹੈ, ਅਗਰ ਇੱਕ ਪਾਸੇ ਵੀ ਮੈਜੋਰਿਟੀ ਆ ਰਹੀ ਹੈ, ਆਪਣਾ ਡਿਸੀਜਨ ਲਿਆ ਜਾ ਰਿਹਾ ਹੈਗਾ, ਠੀਕ ਹੈ। ਹੁਣ ਇਮੈਜਿਨ ਕਰੋ ਸਿਚੁਏਸ਼ਨ ਕਿ ਇਸ ਬਿੱਲ ਦੇ ਉੱਪਰ 55 ਵੋਟਾਂ ਇੱਧਰ ਹੋ ਗਈਆਂ, 55 ਇੱਧਰ ਹੋ ਗਈਆਂ। 55 ਬੰਦੇ ਕਹਿ ਰਹੇ ਨੇ ਬਿੱਲ ਪਾਸ ਹੋਣਾ ਚਾਹੀਦਾ, ਵੋਟਿੰਗ ਕਰਤੀ, 55 ਕਰਦੇ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਹੈਗਾ, ਠੀਕ ਹੈ। ਹੁਣ ਇਸ ਕੇਸ ਦੇ ਵਿੱਚ ਬੱਚੇ ਇਹ ਕੀ ਹੋ ਗਈ, ਇੱਕ ਟਾਈ ਹੋ ਗਈ, ਠੀਕ ਹੈ, ਇੱਕ ਡਰਾਅ ਹੋ ਗਿਆ, ਮਤਲਬ ਆਪਣਾ ਇੱਕ ਡੈਡਲੌਕ ਕ੍ਰੀਏਟ ਹੋ ਗਿਆ। ਹੁਣ ਬੱਚੇ ਕੀ ਹੈ, ਇੱਥੇ ਕੀ ਕਰੂਗਾ ਸਪੀਕਰ, ਇੱਥੇ ਸਪੀਕਰ ਆਪਣਾ ਐਕਸ਼ਨ ਦੇ ਵਿੱਚ ਆਊਗਾ, ਇਹ ਆਪਣੀਆਂ ਮੈਜੀਕਲ ਪਾਵਰਸ ਯੂਜ਼ ਕਰੂਗਾ। ਇਹ ਕੀ ਕਰੂਗਾ ਸਪੀਕਰ, ਜਿਹੜੇ ਵੀ ਹੁਣ ਦੇਖੋ ਜਦੋਂ ਟਾਈ ਹੋ ਗਿਆ ਤਾਂ ਹੁਣ ਇਹ ਵੋਟ ਕਰਨ ਦੀ ਸਟਾਰਟ ਕਰੂਗਾ, ਠੀਕ ਹੈ। ਚਾਹੇ ਤਾਂ ਵੋਟ ਇੱਧਰ ਕਰ ਸਕਦਾ ਬੱਚੇ ਯੈਸ ਵਾਲੇ ਪਾਸੇ, ਚਾਹੇ ਵੋਟ ਨੋ ਵਾਲੇ ਪਾਸੇ। ਜਿੱਧਰ ਵੀ ਵੋਟ ਕਰਤੀ ਓਬਵੀਅਸਲੀ ਗੱਲ ਹੈ ਉਹ ਵਾਲਾ ਖੇਮਾ ਜਿੱਤ ਜਾਏਗਾ, ਯਾਨੀ ਕਿ ਜੇ ਲੈਫਟ ਸਾਈਡ 'ਤੇ ਇਹਨੇ ਵੋਟ ਕਰਤੀ ਤਾਂ ਓਬਵੀਅਸਲੀ ਬਿੱਲ ਪਾਸ ਹੋ ਜਾਏਗਾ, ਅਗਰ ਰਾਈਟ ਸਾਈਡ 'ਤੇ ਇਹਨੇ ਵੋਟ ਕਰਤੀ ਤਾਂ ਬਿੱਲ ਪਾਸ ਨਹੀਂ ਹੋਏਗਾ, ਠੀਕ ਹੈ। ਤਾਂ ਮਤਲਬ ਕੀ ਹੈ, ਸਪੀਕਰ ਬੱਚੇ ਇਨ ਜਨਰਲ ਤਾਂ ਵੋਟ ਨਹੀਂ ਕਰਦਾ। ਹੁਣ ਦੇਖੋ ਇੱਥੇ ਮੈਜੋਰਿਟੀ ਬਣ ਰਹੀ ਸੀ, ਪ੍ਰੋਪਰ ਆਪਾਂ ਨੂੰ ਦਿਖ ਰਿਹਾ ਸੀਗਾ, ਤਾਂ ਇੱਥੇ ਸਪੀਕਰ ਵੋਟ ਨਹੀਂ ਕਰਦਾ ਹੈਗਾ। ਸਪੀਕਰ ਸਿਰਫ ਉਦੋਂ ਹੀ ਵੋਟ ਕਰਦਾ ਹੈ, ਆਪਣੀਆਂ ਮੈਜੀਕਲ ਪਾਵਰ ਉਦੋਂ ਹੀ ਯੂਜ਼ ਕਰਦਾ ਹੈ ਜਦੋਂ ਟਾਈ ਹੋ ਜਾਏ, ਡਰਾਅ ਹੋ ਜਾਏ, ਠੀਕ ਹੈ, ਵੀ ਡਰਾਅ ਨੂੰ ਤੋੜਨ ਵਾਸਤੇ, ਟਾਈ ਨੂੰ ਬ੍ਰੇਕਰ ਕਰਨ ਵਾਸਤੇ, ਤਾਂ ਉਦੋਂ ਸਪੀਕਰ ਆਪਣੇ ਪਾਵਰਸ ਯੂਜ਼ ਕਰਦਾ ਹੈ। ਇਸੇ ਚੀਜ਼ ਨੂੰ ਬੱਚੇ ਆਪਾਂ ਕਹਿੰਦੇ ਹਾਂ ਕਾਸਟਿੰਗ ਵੋਟ, ਠੀਕ ਹੈ। ਜੋ ਵੋਟ ਸਿਰਫ ਟਾਈ ਨੂੰ ਬ੍ਰੇਕ ਕਰਨ ਵਾਸਤੇ ਕੀਤੀ ਜਾਵੇ ਉਹਨੂੰ ਆਪਾਂ ਕਾਸਟਿੰਗ ਵੋਟ ਕਹਿ ਦਿੰਦੇ ਹੁੰਦੇ, ਠੀਕ ਹੈ। ਇਨ ਜਨਰਲ ਬੱਚੇ ਜਿਹੜੀ ਸਿੰਪਲ ਵੋਟ ਹੈ ਉਹਨੂੰ ਕਾਸਟਿੰਗ ਵੋਟ ਨਹੀਂ ਕਹਿੰਦੇ, ਔਰ ਸਪੀਕਰ ਕੋਲੇ ਜਨਰਲ ਵੋਟ ਹੈ ਵੀ ਨਹੀਂ ਹੈਗੀ, ਸਿਰਫ ਕਾਸਟਿੰਗ ਵੋਟ ਹੀ ਹੈਗੀ ਹੈ, ਠੀਕ ਹੈ, ਜੋ ਕਿ ਸਿਰਫ ਡਰਾਅ ਨੂੰ ਬ੍ਰੇਕ ਕਰਨ ਵਾਸਤੇ ਹੁੰਦੀ ਹੈ। ਚਲੋ ਕੁਝ ਹੋਰ ਪਾਵਰਸ ਨੇ ਬੱਚੇ ਸਪੀਕਰ ਦੀਆਂ, ਕੀ ਹੈ ਬੱਚੇ ਕਿ ਉਹ ਖੁਦ ਚੇਅਰਮੈਨ ਹੈ, ਆਪਾਂ ਨੇ ਦੇਖਿਆ ਸੀਗਾ
ਪਾਰਲੀਮੈਂਟ ਦੇ ਵਿੱਚ ਵੀ ਕਈ ਕਮੇਟੀਜ਼ ਨੇਗੀਆਂ, ਉਸੇ ਤਰ੍ਹਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਵੀ ਕਈ ਕਮੇਟੀਜ਼ ਨੇਗੀਆਂ। ਹੁਣ ਜਿਹੜਾ ਆਪਣਾ ਸਪੀਕਰ ਹੈ ਬੱਚੇ, ਉਹ ਕੁਝ ਕਮੇਟੀਜ਼ ਆਪ ਹੀ ਚੇਅਰਮੈਨ ਹੈ। ਦੇਖੋ ਇਹ ਹੈਗੀ ਆਪਣੀ ਅਸੈਂਬਲੀ, ਇਹਨਾਂ ਅਸੈਂਬਲੀਜ਼ ਦੇ ਵਿੱਚੋਂ ਆਪਣੇ ਕੁਝ ਮੈਂਬਰਸ, ਮੰਨ ਲਓ 10 ਮੈਂਬਰ, 20 ਮੈਂਬਰ, ਹੈ ਨਾ 25 ਮੈਂਬਰ, ਇੱਦਾਂ ਮੈਂਬਰਸ ਚੁਣ ਕੇ ਕੁਝ ਕਮੇਟੀਜ਼ ਬਣਾਈਆਂ ਹੋਈਆਂ ਨੇਗੀਆਂ, ਠੀਕ ਹੈ। ਹਰ ਕਮੇਟੀ ਦਾ ਆਪਣਾ ਆਪਣਾ ਕੰਮ ਹੈ ਬੱਚੇ। ਰੂਲਸ ਕਮੇਟੀ ਇਹ ਰੂਲਸ ਬਣਾਉਂਦੀ ਹੈ ਵੀ ਅਸੈਂਬਲੀ ਦੇ ਵਿੱਚ ਕਿਵੇਂ ਕੰਮ ਕਰਨਾ, ਕਿਵੇਂ ਨਹੀਂ ਕਰਨਾ, ਉਹਦੇ ਰੂਲਸ ਬਣਾਉਂਦੀ ਹੈ ਕਮੇਟੀ, ਠੀਕ ਹੈ। ਬਿਜ਼ਨਸ ਐਡਵਾਈਜ਼ਰੀ ਕਮੇਟੀ ਵੀ ਕਿਵੇਂ ਕੰਮ ਕਰਨਾ ਆਪਾਂ ਨੇ, ਹੈ ਨਾ। ਹੋਰ ਜਿਹੜੀਆਂ ਚੀਜ਼ਾਂ ਨੇਗੀਆਂ ਵੀ ਕੋਈ ਬਿੱਲ ਕਿਵੇਂ ਪਾਸ ਹੋਊਗਾ, ਕਿਵੇਂ ਪੇਸ਼ ਕਰਨਾ ਹੈ, ਜਿਵੇਂ ਵੀ ਮਤਲਬ ਬਿਜ਼ਨਸ ਕਿਵੇਂ ਹੋਊਗਾ ਕਮੇਟੀ ਦੇ ਵਿੱਚ, ਆਪਣੀ ਅਸੈਂਬਲੀ ਦੇ ਵਿੱਚ, ਠੀਕ ਹੈ। ਇਹ ਸਾਰਾ ਬਿਜ਼ਨਸ ਦਾ ਜਿਹੜਾ ਐਡਵਾਈਜ਼ ਹੈ ਇਹ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇਗੀ, ਠੀਕ ਹੈ। ਤਾਂ ਹਰ ਕਮੇਟੀ ਦਾ ਆਪਣਾ ਆਪਣਾ ਰੋਲ ਹੈ ਬੱਚੇ। ਜਿਵੇਂ ਆਪਣੇ ਕੇਂਦਰ ਦੇ ਵਿੱਚ ਪੜ੍ਹਿਆ ਸੀ, ਪਾਰਲੀਮੈਂਟ ਦੇ ਵਿੱਚ ਪੈਕ ਹੁੰਦੀ ਹੈ ਆਪਣੀ, ਐਸਟੀਮੇਟ ਕਮੇਟੀ ਹੁੰਦੀ ਹੈ ਆਪਣੀ, ਕਮੇਟੀ ਔਨ ਪਬਲਿਕ ਅੰਡਰਟੇਕਿੰਗਸ ਹੁੰਦੀ ਹੈ। ਤਾਂ ਹਰ ਕਮੇਟੀ ਦਾ ਆਪਣਾ ਆਪਣਾ ਰੋਲ ਹੁੰਦਾ ਹੈਗਾ, ਠੀਕ ਹੈ ਜੀ। ਉਸੇ ਤਰ੍ਹਾਂ ਇਹਨਾਂ ਕਮੇਟੀ 'ਚ ਆਪਾਂ ਨੇ ਦੇਖਿਆ ਸੀ ਕੁਝ ਚੇਅਰਮੈਨ ਵੀ ਹੁੰਦੇ ਨੇਗੇ, ਠੀਕ ਹੈ। ਓਬਵੀਅਸਲੀ ਜੇ ਕੋਈ ਕਮੇਟੀ ਹੈ ਤਾਂ ਉਹਦਾ ਚੇਅਰਮੈਨ ਤਾਂ ਹੋਏਗਾ ਨਾ। ਤਾਂ ਹੁਣ ਜਿਹੜੀਆਂ ਇਹ 3 ਕਮੇਟੀਜ਼ ਨੇਗੀਆਂ, ਬਿਜ਼ਨਸ ਐਡਵਾਈਜ਼ਰੀ ਕਮੇਟੀ, ਰੂਲਸ ਕਮੇਟੀ ਐਂਡ ਜਨਰਲ ਪਰਪਸ ਕਮੇਟੀ, ਇਹਨਾਂ ਦਾ ਚੇਅਰਮੈਨ ਸਪੀਕਰ ਖੁਦ ਹੁੰਦਾ ਹੈਗਾ, ਠੀਕ ਹੈ। ਸਪੀਕਰ ਆਪ ਹੀ ਇਹਨਾਂ ਦਾ ਚੇਅਰਮੈਨ ਹੁੰਦਾ ਹੈਗਾ। ਇਸ ਤੋਂ ਇਲਾਵਾ ਬੱਚੇ ਜਿਹੜੀਆਂ ਹੋਰ ਕਮੇਟੀਜ਼ ਰਹਿ ਗਈਆਂ, ਠੀਕ ਹੈ, ਇਹ ਤਾਂ 3 ਕਮੇਟੀਜ਼ ਦੀ ਗੱਲ ਹੋ ਗਈ। ਇਸ ਤੋਂ ਇਲਾਵਾ ਜਿਹੜੀਆਂ ਹੋਰ ਕਮੇਟੀਜ਼ ਰਹਿ ਗਈਆਂ, ਇਹਨਾਂ ਦੇ ਚੇਅਰਮੈਨ ਨੂੰ ਵੀ ਸਪੀਕਰ ਹੀ ਅਪੋਇੰਟ ਕਰਦਾ। ਧਿਆਨ ਦੇਣਾ ਇਸ ਚੀਜ਼ 'ਤੇ, ਠੀਕ ਹੈ। ਆਪਾਂ ਨੇ ਪੜ੍ਹ ਚੁੱਕੇ ਆਲਰੇਡੀ ਇਹ ਚੀਜ਼। ਦੇਖੋ ਇਹਨਾਂ 3 ਕਮੇਟੀਜ਼ ਦਾ ਤਾਂ ਚੇਅਰਮੈਨ ਕੌਣ ਹੈ? ਸਪੀਕਰ ਖੁਦ ਹੈਗਾ। ਇਹਨਾਂ ਕਮੇਟੀਜ਼ ਜਿਹੜੇ ਹੋਰ ਕਮੇਟੀਜ਼ ਰਹਿ ਗਈਆਂ, ਇਹਨਾਂ ਦੇ ਚੇਅਰਮੈਨ ਕੌਣ ਅਪੋਇੰਟ ਕਰ ਰਿਹਾ? ਇਹਨਾਂ ਨੂੰ ਕਮੇਟੀ ਨੂੰ ਸਪੀਕਰ ਹੀ ਅਪੋਇੰਟ ਕਰ ਰਿਹਾ ਹੈਗਾ, ਠੀਕ ਹੈ। ਸਪੀਕਰ ਖੁਦ ਨਹੀਂ ਹੈਗਾ, ਸਪੀਕਰ ਅਪੋਇੰਟ ਕਰ ਰਿਹਾ ਇਹਨਾਂ ਦੇ ਚੇਅਰਮੈਨ ਨੂੰ। ਇੱਥੇ ਸਪੀਕਰ ਖੁਦ ਹੀ ਚੇਅਰਮੈਨ ਸੀਗਾ, ਇਹ ਫਰਕ ਹੈ ਥੋੜ੍ਹਾ ਜਿਹਾ, ਠੀਕ ਹੈ। ਤਾਂ ਇਹ ਸਾਰੀਆਂ ਪਾਵਰਸ ਨੇ ਬੱਚੇ ਸਪੀਕਰਸ ਦੀਆਂ, ਠੀਕ ਹੈ। ਬੱਚੇ ਥੋੜ੍ਹੇ ਬਹੁਤੇ ਨੋਟਸ ਬਣਾ ਲਿਆ ਕਰੋ, ਠੀਕ ਹੈ, ਤਾਂ ਜ਼ਿਆਦਾ ਕਲੈਰਿਟੀ ਆਏਗੀ। ਤੁਹਾਡੇ ਹੱਥ ਆਪਣੇ ਨਾਲ ਲਿਖੀ ਹੋਈ ਜਦੋਂ ਚੀਜ਼ ਤੁਸੀਂ ਦੁਬਾਰਾ ਰਿਵਾਈਜ਼ ਕਰੋਗੇ, ਉਹਨੂੰ ਨਾਲ ਜ਼ਿਆਦਾ ਕਲੈਰਿਟੀ ਆਏਗੀ। ਤਾਂ ਨੋਟਸ ਪ੍ਰੈਫਰ ਕਰਦਾ ਰਾਜੇ ਥੋੜ੍ਹੇ ਬਹੁਤੇ ਬਣਾ ਲਿਆ ਕਰੋ। ਅਦਰਵਾਈਜ਼ ਦੇਖੋ ਤੁਹਾਡੇ ਕੋਲ PDF ਵਗੈਰਾ ਹੁੰਦੀ, ਸਾਰਾ ਕੁਝ ਹੋਏਗਾ ਅਵੇਲੇਬਲ, ਤਾਂ ਬਟ ਤੁਸੀਂ ਨੋਟਸ ਬਣਾਇਆ ਕਰੋ ਰਾਜੇ, ਠੀਕ ਹੈ। ਚਲੋ ਨੈਕਸਟ ਬੱਚੇ ਆਪਾਂ ਗੱਲ ਕਰਦੇ ਹਾਂ ਡੈਪੂਟੀ ਸਪੀਕਰ ਦੀ। ਡੈਪੂਟੀ ਸਪੀਕਰ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਓਬਵੀਅਸਲੀ ਇਹਦਾ ਵੀ ਇਲੈਕਸ਼ਨ ਬੱਚੇ ਕੌਣ ਕਰਦਾ ਹੈ? ਅਸੈਂਬਲੀ ਆਪ ਹੀ ਕਰਦੀ ਹੈ। ਜਿਵੇਂ ਸਾਰੇ ਮੈਂਬਰਸ ਨੇ, MLAs ਨੇ ਵੋਟਾਂ ਪਾ ਕੇ ਸਪੀਕਰ ਨੂੰ ਚੁਣਿਆ ਸੀ, ਉਸੇ ਤਰ੍ਹਾਂ ਸਾਰੇ ਮੈਂਬਰ ਵੋਟਾਂ ਪਾ ਕੇ ਡਿਪਟੀ ਸਪੀਕਰ ਨੂੰ ਵੀ ਚੁਣਦੇ ਨੇ, ਠੀਕ ਹੈ ਜੀ। ਓਬਵੀਅਸਲੀ ਕੰਮ ਕੀ ਹੈ ਬੱਚੇ? ਜਦੋਂ ਸਪੀਕਰ ਆਫਿਸ ਦੇ ਵਿੱਚ ਨਹੀਂ ਹੈਗਾ ਤਾਂ ਡਿਪਟੀ ਸਪੀਕਰ ਉਸ ਟਾਈਮ 'ਤੇ ਕੰਮ ਕਰ ਸਕਦਾ ਹੈ, ਠੀਕ ਹੈ। ਪਰਫਾਰਮ ਦ ਡਿਊਟੀਜ਼ ਆਫ ਸਪੀਕਰਸ ਵੈਨ ਆਫਿਸ ਇਜ਼ ਵੇਕੈਂਟ, ਠੀਕ ਹੈ ਜੀ। ਅਗਰ ਡਿਪਟੀ ਸਪੀਕਰ ਨੇ ਆਪਣਾ ਤਿਆਗ ਪੱਤਰ ਦੇਣਾ ਬੱਚੇ, ਉਹ ਕਿਹਨੂੰ ਦੇਗਾ? ਸਪੀਕਰ ਨੂੰ ਦੇਗਾ, ਠੀਕ ਹੈ। ਡਿਪਟੀ ਸਪੀਕਰ ਨੇ ਅਗਰ ਆਪਣਾ ਤਿਆਗ ਪੱਤਰ ਦੇਣਾ ਤਾਂ ਸਪੀਕਰ ਨੂੰ ਦੇਗਾ, ਓਬਵੀਅਸਲੀ, ਕਿਉਂਕਿ ਉਹ ਸੀਨੀਅਰ ਹੈ। ਤੇ ਸਪੀਕਰ ਕਿਹਨੂੰ ਦੇ ਰਿਹਾ ਸੀ ਬੱਚੇ? ਸਪੀਕਰ ਡਿਪਟੀ ਸਪੀਕਰ ਨੂੰ ਦੇ ਰਿਹਾ ਸੀਗਾ, ਠੀਕ ਹੈ। ਤਾਂ ਦੋਨੇ ਇੱਕ ਦੂਸਰੇ ਨੂੰ ਆਪਣਾ ਤਿਆਗ ਪੱਤਰ ਦੇ ਰਹੇ ਨੇਗੇ, ਇਹ ਧਿਆਨ ਰੱਖਣਾ ਆਪਣੇ। ਇਹੀ ਚੀਜ਼ ਬੱਚੇ ਲੋਕ ਸਭਾ ਦੇ ਵਿੱਚ ਸੀਗੀ, ਠੀਕ ਹੈ। ਡਿਪਟੀ ਸਪੀਕਰ ਸਪੀਕਰ ਨੂੰ ਔਰ ਸਪੀਕਰ ਡਿਪਟੀ ਸਪੀਕਰ ਨੂੰ, ਠੀਕ ਹੈ। ਦੋਨੇ ਇੱਕ ਦੂਸਰੇ ਨੂੰ ਆਪਣਾ ਤਿਆਗ ਪੱਤਰ ਦੇਣਗੇ। ਇਹ ਚੀਜ਼ ਆਪਣੀ ਲੋਕ ਸਭਾ ਦੇ ਵਿੱਚ ਸੇਮ ਸੀਗੀ। ਨੈਕਸਟ ਗੱਲ ਕਰਦੇ ਬੱਚੇ ਆਪਾਂ ਚੇਅਰਮੈਨ ਦੀ, ਜੋ ਕਿ ਹੈਗਾ ਆਪਣਾ SLC ਦੇ ਵਿੱਚ, ਜੋ ਕਿ ਕੁਛ ਹੀ ਸਟੇਟਸ ਦੇ ਵਿੱਚ ਹੈਗਾ, ਠੀਕ ਹੈ। SLC ਦਾ ਬੱਚੇ ਚੇਅਰਮੈਨ ਜਿਹੜਾ ਹੈਗਾ, ਅਗੇਨ ਉਹਦਾ ਜਿਹੜਾ ਇਲੈਕਸ਼ਨ ਹੈ ਬੱਚੇ, ਉਹ ਕਿੱਥੋਂ ਹੁੰਦਾ ਹੈ? ਉਹ ਕਾਊਂਸਲ ਹੀ ਕਰਦੀ ਹੈ। ਸਾਰੇ ਕਾਊਂਸਲ ਦੇ ਮੈਂਬਰ ਇਕੱਠੇ ਹੁੰਦੇ ਨੇ ਅਤੇ ਵੋਟਾਂ ਪਾਉਂਦੇ ਨੇ ਅਤੇ ਆਪਣਾ ਜਿਹੜਾ ਕੀ ਹੈ ਚੇਅਰਮੈਨ ਚੁਣ ਲੈਂਦੇ ਨੇਗੇ, ਠੀਕ ਹੈ ਜੀ। ਇੱਥੇ ਥੋੜ੍ਹਾ ਜਿਹਾ ਫਰਕ ਹੈ ਬੱਚੇ ਕੇਂਦਰ ਨਾਲੋਂ, ਠੀਕ ਹੈ। ਤੁਹਾਡੇ ਯਾਦ ਹੋਣਾ, ਜੇ ਮੈਂ ਗੱਲ ਕਰਾਂ ਰਾਜ ਸਭਾ ਦੀ, ਰਾਜ ਸਭਾ ਦਾ ਜਿਹੜਾ ਚੇਅਰਮੈਨ ਹੈ ਬੱਚੇ, ਆਪਾਂ ਹਮੇਸ਼ਾ ਪੜ੍ਹਦੇ ਹੁੰਦੇ ਹਾਂ, ਰਾਜ ਸਭਾ ਦਾ ਜਿਹੜਾ ਚੇਅਰਮੈਨ ਹੈ ਉਹ ਕੌਣ ਹੈ? ਨਨ ਅਦਰ ਦੈਨ ਵਾਈਸ ਪ੍ਰੈਜ਼ੀਡੈਂਟ, ਠੀਕ ਹੈ। ਵਾਈਸ ਪ੍ਰੈਜ਼ੀਡੈਂਟ ਹੀ ਆਪਣਾ ਰਾਜ ਸਭਾ ਦਾ ਚੇਅਰਮੈਨ ਬਣਦਾ ਹੈਗਾ, ਠੀਕ ਹੈ। ਤਾਂ ਹੁਣ ਇੱਥੇ ਫਰਕ ਕੀ ਆ ਰਿਹਾ ਬੱਚੇ? ਜਿਹੜਾ ਤਾਂ ਸਟੇਟ ਦੇ ਵਿੱਚ SLC ਦਾ ਚੇਅਰਮੈਨ ਹੈ, ਉਹ ਅਸੀਂ ਕਹਿ ਰਹੇ ਹਾਂ ਵੀ ਮੈਂਬਰਸ ਚੁਣਨਗੇ ਔਰ ਆਪਣੇ ਵਿੱਚੋਂ ਹੀ ਚੁਣਨਗੇ। ਮੰਨ ਲਓ ਇਹ ਬੰਦਾ ਬੈਠਾ ਸੀ ਇੱਥੇ, MLC ਬੈਠਾ ਸੀਗਾ, ਔਰ ਇਸ ਬੰਦੇ ਨੂੰ ਚੁਣ ਕੇ ਆਪਾਂ ਨੇ ਚੇਅਰਮੈਨ ਬਣਾਤਾ। ਦੈਟ ਮੀਨਸ ਕੀ ਹੋ ਰਿਹਾ ਹੈ? ਜਿਵੇਂ ਸਪੀਕਰ ਚੁਣਿਆ ਸੀਗਾ, ਠੀਕ ਹੈ, ਸਪੀਕਰ ਚੁਣਿਆ ਸੀ ਆਪਾਂ ਨੇ, ਡਿਪਟੀ ਸਪੀਕਰ ਚੁਣਿਆ ਸੀ ਆਪਾਂ ਨੇ, ਠੀਕ ਹੈ, ਮੈਂਬਰ ਦੇ ਵਿੱਚੋਂ। ਉਸੇ ਤਰ੍ਹਾਂ ਚੇਅਰਮੈਨ ਵੀ ਆਪਾਂ ਮੈਂਬਰ ਦੇ ਵਿੱਚੋਂ ਚੁਣ ਰਹੇ ਆਪਾਂ, ਠੀਕ ਹੈ। ਬਟ ਇੱਥੇ ਫਰਕ ਆਉਂਦਾ ਆਪਣਾ ਕੇਂਦਰ ਵਾਲਾ। ਕੇਂਦਰ ਦੇ ਵਿੱਚ ਜਿਹੜਾ ਚੇਅਰਮੈਨ ਸੀ ਬੱਚੇ, ਅਸੀਂ ਦੇਖਿਆ ਸੀ ਹੀ ਸ਼ੁੱਡ ਨਾਟ ਬੀ ਅ ਮੈਂਬਰ ਆਫ ਹਾਊਸ, ਠੀਕ ਹੈ। ਉਹ ਜਿਹੜਾ ਚੇਅਰਮੈਨ ਸੀ ਉਹ ਆਊਟਸਾਈਡਰ ਹੋਣਾ ਚਾਹੀਦਾ, ਇਹ ਮਸਟ ਕੁਆਲੀਫਿਕੇਸ਼ਨ ਸੀ ਉਹਦੀ, ਠੀਕ ਹੈ। ਵੀ ਰਾਜ ਸਭਾ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਬੰਦਾ ਉਹ। ਇਹ ਬਹੁਤ ਵੱਡਾ ਡਿਫਰੈਂਸ ਹੈ ਬੱਚੇ। ਉਹਦਾ ਰੀਜ਼ਨ ਇਹੀ ਹੈ ਕਿਉਂਕਿ ਉਹਦੇ ਕੋਲ ਐਡੀਸ਼ਨਲ ਇੱਕ ਉਪਾਧੀ ਹੈਗੀ ਹੈ ਵਾਈਸ ਪ੍ਰੈਜ਼ੀਡੈਂਟ ਦੀ, ਠੀਕ ਹੈ। ਬਟ ਸਟੇਟ ਦੇ ਵਿੱਚ ਚੇਅਰਮੈਨ ਕੋਲ ਕੋਈ ਐਡੀਸ਼ਨਲ ਉਪਾਧੀ ਨਹੀਂ ਹੈਗੀ। ਆਪਣੇ ਕੋਲ ਕੋਈ ਵਾਈਸ ਗਵਰਨਰ ਦਾ ਆਫਿਸ ਨਹੀਂ ਹੈਗਾ ਸਟੇਟ ਦੇ ਵਿੱਚ, ਠੀਕ ਹੈ। ਅਗਰ ਹੁੰਦਾ ਤਾਂ ਆਪਾਂ ਸ਼ਾਇਦ ਕਰ ਲੈਂਦੇ ਇਹ ਚੀਜ਼ਾਂ, ਬਟ ਕਿਉਂਕਿ ਨਹੀਂ ਹੈਗਾ, ਦੈਟ ਇਜ਼ ਵਾਈ ਇਹ ਆਊਟਸਾਈਡਰ ਨਹੀਂ ਹੋਣਾ ਚਾਹੀਦਾ ਬੱਚੇ। SLC ਦੇ ਵਿੱਚ ਆਪਾਂ ਨੇ ਦੇਖਿਆ ਨਾ, SLC ਇਜ਼ ਕੰਪੇਅਰੇਬਲ ਟੂ ਰਾਜ ਸਭਾ, ਇਹ ਚੀਜ਼ ਆਪਾਂ ਪੜ੍ਹਦੇ ਹਾਂ, ਠੀਕ ਹੈ ਜੀ। ਤਾਂ ਹੁਣ ਰਾਜ ਸਭਾ ਦੇ ਜਿਹੜੇ ਚੇਅਰਮੈਨ ਹੈ ਬੱਚੇ, ਉਹ ਹਾਊਸ ਤੋਂ ਬਾਹਰਲਾ ਬੰਦਾ ਹੈ ਕਿਉਂਕਿ ਉਹ ਵਾਈਸ ਪ੍ਰੈਜ਼ੀਡੈਂਟ ਹੈ। ਬਟ SLC ਦਾ ਜਿਹੜਾ ਚੇਅਰਮੈਨ ਹੈ ਉਹ ਹਾਊਸ ਦੇ ਅੰਦਰਲਾ ਹੀ ਬੰਦਾ ਹੋਣਾ ਚਾਹੀਦਾ, ਠੀਕ ਹੈ, ਹਾਊਸ ਦਾ ਮੈਂਬਰ ਹੋਣਾ ਚਾਹੀਦਾ। ਹੀ ਸ਼ੁੱਡ ਬੀ ਐਨ MLC, ਠੀਕ ਹੈ। ਪਹਿਲਾਂ MLC ਹੋਣਾ ਚਾਹੀਦਾ, ਫਿਰ ਹੀ ਤੁਸੀਂ ਚੇਅਰਮੈਨ ਬਣ ਸਕਦੇ ਹੋ। ਇਹ ਸੇਮ ਚੀਜ਼ ਹੈ ਬੱਚੇ ਸਪੀਕਰ ਦੇ ਵਿੱਚ, ਡਿਪਟੀ ਸਪੀਕਰ ਦੇ ਵਿੱਚ, ਚੇਅਰਮੈਨ ਦੇ ਵਿੱਚ ਐਂਡ ਡਿਪਟੀ ਚੇਅਰਮੈਨ ਦੇ ਵਿੱਚ, ਠੀਕ ਹੈ। ਤਾਂ ਚਾਰੇ ਫੰਕਸ਼ਨਰੀ ਜਿਹੜੇ ਸਟੇਟ ਦੇ ਵਿੱਚ ਹੈਗੇ ਨੇ ਉਹ ਆਪਣੇ ਆਪਣੇ ਹਾਊਸ ਦੇ ਮੈਂਬਰਸ ਨੇਗੇ, ਠੀਕ ਹੈ।
ਕੇਂਦਰ ਦੇ ਵਿੱਚ ਕੀ ਹੋ ਰਿਹਾ ਸੀ, ਸਪੀਕਰ ਤਾਂ ਹੈਗਾ ਸੀਗਾ, ਡਿਪਟੀ ਸਪੀਕਰ ਵੀ ਹੈਗਾ ਸੀ ਆਪਣੇ ਹਾਊਸ ਦਾ ਮੈਂਬਰ, ਬਟ ਜਿਹੜਾ ਚੇਅਰਮੈਨ ਹੈ ਉਹ ਹਾਊਸ ਦਾ ਮੈਂਬਰ ਨਹੀਂ ਸੀਗਾ, ਠੀਕ ਹੈ। ਔਰ ਡਿਪਟੀ ਚੇਅਰਮੈਨ ਵੀ ਹਾਊਸ ਦਾ ਮੈਂਬਰ ਹੈਗਾ ਸੀਗਾ, ਬਿਲਕੁਲ ਹੈਗਾ ਸੀਗਾ, ਠੀਕ ਹੈ। ਕੇਂਦਰ ਦੇ ਵਿੱਚ ਰਾਜ ਸਭਾ ਦੇ ਵਿੱਚ ਡਿਪਟੀ ਚੇਅਰਮੈਨ ਡੈਫੀਨਿਟਲੀ ਮੈਂਬਰ ਹੈ, ਇਕੱਲਾ ਜਿਹੜਾ ਚੇਅਰਮੈਨ ਹੈ ਬੱਚੇ, ਜੋ ਵਾਈਸ ਪ੍ਰੈਜ਼ੀਡੈਂਟ ਹੈ ਆਪਣਾ, ਸਿਰਫ ਇਹੀ ਬੰਦਾ ਹੈ ਜੋ ਰਾਜ ਸਭਾ ਦਾ ਚੇਅਰਮੈਨ ਨਹੀਂ ਹੈਗਾ, ਠੀਕ ਹੈ। ਇਹ ਆਪਣੇ ਬੜਾ ਧਿਆਨ ਰੱਖਣਾ ਹੈਗਾ। ਚਲੋ ਤਾਂ ਗੱਲ ਕਰਦੇ ਹਾਂ ਬੱਚੇ ਸਟੇਟ ਦੇ SLC ਦੇ ਚੇਅਰਮੈਨ ਦੀ, ਠੀਕ ਹੈ। ਇਲੈਕਸ਼ਨ ਆਪਣਾ ਦੇਖ ਲਿਆ। ਅਗਰ ਇਸ ਬੰਦੇ ਨੇ ਰਿਜ਼ਾਈਨ ਕਰਨਾ ਬੱਚੇ ਤਾਂ ਉਹ ਓਬਵੀਅਸਲੀ ਡਿਪਟੀ ਚੇਅਰਮੈਨ ਨੂੰ ਆਪਣਾ ਤਿਆਗ ਪੱਤਰ ਦੇਗਾ, ਠੀਕ ਹੈ। ਜਿਵੇਂ ਸਪੀਕਰ ਡਿਪਟੀ ਸਪੀਕਰ ਨੂੰ ਦੇ ਰਿਹਾ ਸੀ ਬੱਚੇ ਤਿਆਗ ਪੱਤਰ, ਉਸੇ ਤਰ੍ਹਾਂ ਚੇਅਰਮੈਨ ਡਿਪਟੀ ਚੇਅਰਮੈਨ ਨੂੰ ਆਪਣਾ ਤਿਆਗ ਪੱਤਰ ਦੇਗਾ, ਠੀਕ ਹੈ ਜੀ। ਇਹ ਤਾਂ ਗੱਲ ਰਹੀ ਬੱਚੇ ਖੁਦ ਰਿਜ਼ਾਈਨ ਕਰ ਰਿਹਾ ਬੰਦਾ। ਅਗਰ ਉਹਨਾਂ ਨੂੰ ਰਿਮੂਵ ਵੀ ਕਰਨਾ ਹੈ ਅਸੈਂਬਲੀ ਨੇ, SLC ਨੇ, ਠੀਕ ਹੈ, ਸਟੇਟ ਲੈਜਿਸਲੇਟਿਵ ਕਾਊਂਸਲ ਨੇ, ਅਗਰ ਚੇਅਰਮੈਨ ਨੂੰ ਰਿਮੂਵ ਕਰਨਾ ਹੈ, ਅਗੇਨ ਸੇਮ ਪ੍ਰੋਸੀਜਰ ਹੈ ਬੱਚੇ ਕਿ ਮਤਾ ਪਾਸ ਹੋਏਗਾ, ਰੈਜ਼ੋਲੂਸ਼ਨ ਪਾਸ ਹੋਏਗੀ, ਬਟ ਅਗੇਨ 14 ਡੇਜ਼ ਦਾ ਨੋਟਿਸ ਰਿਕੁਆਇਰਡ ਹੈਗਾ, ਠੀਕ ਹੈ। ਡੈਪੂਟੀ ਚੇਅਰਮੈਨ ਬੱਚੇ ਅਗੇਨ ਇਲੈਕਸ਼ਨ ਤਾਂ ਆਪ ਹੀ ਕਰਦੇ ਨੇ, ਤੇ ਤਿਆਗ ਪੱਤਰ ਕਿਹਨੂੰ ਦੇ ਰਿਹਾ ਜੀ, ਤਿਆਗ ਪੱਤਰ ਇਹ ਦੇ ਰਿਹਾ ਜੀ ਆਪਣਾ ਚੇਅਰਮੈਨ ਨੂੰ, ਠੀਕ ਹੈ। ਚੇਅਰਮੈਨ ਆਪਣਾ ਤਿਆਗ ਪੱਤਰ ਡੈਪੂਟੀ ਚੇਅਰਮੈਨ ਨੂੰ ਦੇ ਰਿਹਾ, ਔਰ ਡੈਪੂਟੀ ਚੇਅਰਮੈਨ ਆਪਣਾ ਤਿਆਗ ਪੱਤਰ ਚੇਅਰਮੈਨ ਨੂੰ ਦੇ ਰਿਹਾ, ਠੀਕ ਹੈ। ਸਪੀਕਰ ਤਿਆਗ ਪੱਤਰ ਡੈਪੂਟੀ ਸਪੀਕਰ ਨੂੰ ਦੇ ਰਿਹਾ, ਔਰ ਡਿਪਟੀ ਸਪੀਕਰ ਆਪਣਾ ਤਿਆਗ ਪੱਤਰ ਸਪੀਕਰ ਨੂੰ ਦੇ ਰਿਹਾ, ਠੀਕ ਹੈ। ਇਹ ਚੀਜ਼ ਆਪਣੇ ਧਿਆਨ ਰੱਖਣੀ ਹੈਗੀ, ਠੀਕ ਹੈ ਜੀ। ਅਗੇਨ ਬੱਚੇ 14 ਡੇਜ਼ ਦਾ ਨੋਟਿਸ ਇੱਥੇ ਵੀ ਰਿਕੁਆਇਰਡ ਹੈਗਾ, ਠੀਕ ਹੈ। ਨੈਕਸਟ ਆਪਾਂ ਦੇਖਦੇ ਹਾਂ ਸੈਸ਼ਨਸ ਆਫ ਸਟੇਟ ਲੈਜਿਸਲੇਚਰ। ਸੈਸ਼ਨਸ ਆਫ ਸਟੇਟ ਲੈਜਿਸਲੇਚਰ, ਇੱਕ ਸਟੇਟ ਲੈਜਿਸਲੇਚਰ ਦੇ ਵਿੱਚ ਕਿਹੋ ਜਿਹੇ ਸੈਸ਼ਨਸ ਹੋ ਸਕਦੇ ਨੇਗੇ, ਠੀਕ ਹੈ। ਹੁਣ ਐਗਜ਼ੈਕਟਲੀ ਸਿਮਿਲਰ ਹੈ ਬੱਚੇ ਇਹ ਪਾਰਲੀਮੈਂਟ ਦੀ, ਪਾਰਲੀਮੈਂਟ ਦਾ ਕੇਸ ਐਗਜ਼ੈਕਟਲੀ ਸਿਮਿਲਰ ਹੈਗਾ ਇਹ, ਠੀਕ ਹੈ, ਐਗਜ਼ੈਕਟਲੀ ਸਿਮਿਲਰ ਹੈ। ਤਾਂ ਹੁਣ ਜਿਵੇਂ ਜਿਵੇਂ ਰਾਜੇ ਮਤਲਬ ਕੀ ਪ੍ਰੋਸੀਜਰ ਹੁੰਦੇ ਨੇਗੇ ਪਾਰਲੀਮੈਂਟ ਦੇ ਵਿੱਚ ਬੈਠੇ ਬੰਦਾ, ਤਾਂ ਉਹਦੇ ਵਿੱਚ ਕੀ ਪ੍ਰੋਸੀਜਰ ਹੁੰਦੇ ਨੇ, ਐਡਜਰਨਮੈਂਟ ਸਾਈਨ ਏ, ਸਮਨ, ਪ੍ਰੋਰੋਗੇਸ਼ਨ, ਡਿਸੋਲੂਸ਼ਨ, ਐਗਜ਼ੈਕਟਲੀ ਸੇਮ ਟਰਮੀਨੋਲੋਜੀ ਬੱਚੇ ਆਪਣੇ ਪਾਰਲੀਮੈਂਟ ਦੇ ਵਿੱਚ ਯੂਜ਼ ਕੀਤੀ ਹੈ। ਤਾਂ ਪਲੀਜ਼ ਤੁਸੀਂ ਇੱਕ ਵਾਰੀ ਉਹਨੂੰ ਰੈਫਰ ਕਰ ਲਓ, ਐਟਲੀਸਟ 15-20 ਮਿੰਟ ਦੇ ਵਿੱਚ ਮੈंने ਇਹ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੋਇਆ, ਤਾਂ ਪਲੀਜ਼ ਤੁਸੀਂ ਉਹ ਦੇਖ ਲਓ, ਐਗਜ਼ੈਕਟਲੀ ਸੇਮ ਹੈਗਾ, ਠੀਕ ਹੈ। ਆਈ ਹੋਪ ਤੁਹਾਡੇ ਯਾਦ ਹੋਊਗਾ, ਅਗਰ ਨਹੀਂ ਯਾਦ ਪਲੀਜ਼ ਤੁਸੀਂ ਪਾਰਲੀਮੈਂਟ ਵਾਲਾ ਚੈਪਟਰ ਦੇ ਵਿੱਚ ਇਹ ਸੈਸ਼ਨ ਵਾਲਾ ਟੌਪਿਕ ਜ਼ਰੂਰ ਦੇਖ ਲੈਣਾ ਇੱਕ ਵਾਰੀ, ਠੀਕ ਹੈ। ਥੋੜ੍ਹਾ ਜਿਹਾ ਬਰੀਫ ਮੈਂ ਇੱਥੇ ਦੱਸ ਦਿੰਦਾ। ਦੇਖੋ ਜਿਹੜੀ ਐਡਜਰਨਮੈਂਟ ਹੈਗੀ ਆ, ਆਪਾਂ ਕਰਦੇ ਹੁੰਦੇ ਸੀ ਬੱਚੇ 3 ਸੈਸ਼ਨ ਨੇ ਆਪਣੇ, ਬਜਟ ਸੈਸ਼ਨ, ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ। ਇਹ ਐਗਜ਼ੈਕਟਲੀ ਇਹ ਸੈਂਟਰ ਦੇ ਵਿੱਚ ਵੀ ਸੀ ਬੱਚੇ, ਇਹ ਸਟੇਟ ਦੇ ਵਿੱਚ ਵੀ ਹੈਗਾ, ਠੀਕ ਹੈ। ਅਸੀਂ ਦੇਖਿਆ ਸੀ ਵੀ ਜਦੋਂ ਵੀ ਹੁਣ ਸੈਸ਼ਨ ਨੂੰ ਬੁਲਾਉਣਾ ਬੱਚੇ, ਮਤਲਬ ਵੀ ਹਾਂਜੀ ਦੇਖੋ ਇਹ ਤਾਂ ਕੀ ਮਤਲਬ ਸੀ ਬਜਟ ਸੈਸ਼ਨ ਦਾ, ਵੀ ਹਾਂਜੀ ਕੁਛ ਟਾਈਮ ਲਈ ਬੈਠਣਗੇ ਫਿਰ ਰਿਸੈਸ ਹੋ ਜੂਗੀ। ਇਹ ਵਾਲੇ ਟਾਈਮ ਨੂੰ ਆਪਾਂ ਕਹਿੰਦੇ ਸੀ ਬੱਚੇ ਰਿਸੈਸ, ਔਰ ਇਹ ਵਾਲੇ ਟਾਈਮ ਨੂੰ ਆਪਾਂ ਕਹਿੰਦੇ ਬੱਚੇ ਸੈਸ਼ਨ, ਵੀ ਹਾਊਸ ਸੈਸ਼ਨ ਦੇ ਵਿੱਚ ਹੈਗਾ, ਹਾਊਸ ਬੈਠਾ ਹੈਗਾ, ਕੰਮ ਕਰ ਰਹੇ ਨੇ ਬੰਦੇ। ਇੱਥੇ ਕੀ ਹੈ ਜੀ, ਹਾਊਸ ਸੈਸ਼ਨ ਦੇ ਵਿੱਚ ਨਹੀਂ ਹੈਗਾ, ਰਿਸੈਸ ਹੋਈ ਹੋਈ ਹੈ, ਮਤਲਬ ਸਾਰੇ ਆਪਣੇ ਆਪਣੇ ਘਰੇ ਗਏ ਹੋਏ ਨੇਗੇ। ਹਾਊਸ ਦੇ ਵਿੱਚ ਕੋਈ ਵੀ ਨਹੀਂ ਹੈਗਾ, ਅਸੈਂਬਲੀ ਦੇ ਵਿੱਚ ਕੋਈ ਵੀ ਨਹੀਂ ਹੈਗਾ, SLC ਦੇ ਵਿੱਚ ਕੋਈ ਵੀ ਨਹੀਂ ਹੈਗਾ, ਇਹ ਹੈਗਾ ਰਿਸੈਸ ਟਾਈਮ ਆਪਣਾ, ਠੀਕ ਹੈ ਜੀ। ਹੁਣ ਕਦੋਂ ਬੁਲਾਉਣਾ ਇਹਨਾਂ ਨੂੰ, ਮਤਲਬ ਸੈਸ਼ਨ ਦੇ ਵਿੱਚ ਜੇ ਆਪਾਂ ਕਹੀਏ ਵੀ ਹਾਊਸ ਨੇ ਸੈਸ਼ਨ ਦੇ ਵਿੱਚ ਆਉਣਾ, ਠੀਕ ਹੈ। ਮੰਨ ਲਓ ਇਹ ਸਿਚੁਏਸ਼ਨ ਦੀ ਆਪਾਂ ਗੱਲ ਕਰਦੇ ਹਾਂ ਵੀ ਹਾਂਜੀ ਬਜਟ ਸੈਸ਼ਨ ਸਟਾਰਟ ਹੋਣ ਵਾਲਾ ਹੈਗਾ ਤੇ ਆਪਾਂ ਨੇ ਬੰਦਿਆਂ ਨੂੰ ਬੁਲਾਉਣਾ ਹੈਗਾ, ਠੀਕ ਹੈ। ਉਸ ਬੁਲਾਉਣ ਦੇ ਪ੍ਰੋਸੈਸ ਨੂੰ ਆਪਾਂ ਕਹਿੰਦੇ ਬੱਚੇ ਸਮਨ ਕਹਿੰਦੇ ਆ, ਵੀ ਸਮਨ ਕਰਨਾ, ਠੀਕ ਹੈ। ਹੁਣ ਜਦੋਂ ਬੁਲਾ ਲਏ ਬੱਚੇ, ਹਾਊਸ ਮਹੀਨਾ 2 ਮਹੀਨੇ ਚੱਲਿਆ, ਠੀਕ ਹੈ। ਹੁਣ ਆਪਾਂ ਨੇ ਬੰਦ ਕਰਨਾ ਵੀ ਹਾਂਜੀ ਹੁਣ ਤੁਸੀਂ ਸਾਰੇ ਆਪਣੇ ਆਪਣੇ ਘਰੇ ਜਾਓ, ਯਾਨੀ ਕਿ ਰਿਸੈਸ ਹੋਣ ਵਾਲੀ ਹੈਗੀ, ਠੀਕ ਹੈ। ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਸੀ ਬੱਚੇ ਪ੍ਰੋਰੋਗੇਸ਼ਨ, ਠੀਕ ਹੈ। ਤਾਂ ਹੁਣ ਇਹ ਸਮਨ ਤੇ ਪ੍ਰੋਰੋਗੇਸ਼ਨ ਇਹ ਕੌਣ ਕਰਦਾ ਬੱਚੇ, ਇਹ ਗਵਰਨਰ ਕਰਦਾ ਹੈਗਾ, ਠੀਕ ਹੈ। ਪ੍ਰੋਰੋਗੇਸ਼ਨ ਬੁਲਾਉਣਾ ਬੱਚੇ, ਸਮਨ ਕੀ ਹੈ, ਪ੍ਰੋਰੋਗੇਸ਼ਨ ਹਟਾਉਣਾ, ਮਤਲਬ ਭੇਜਣਾ, ਘਰੇ ਭੇਜਣਾ, ਸਮਨ ਹੁੰਦਾ ਬੁਲਾਉਣਾ, ਠੀਕ ਹੈ। ਇਹ ਚੀਜ਼ ਪੜ੍ਹੀ ਸੀ ਆਪਾਂ ਨੇ। ਤਾਂ ਸਮਨ ਤੇ ਪ੍ਰੋਰੋਗੇਸ਼ਨ ਬੱਚੇ ਇਹ ਦੋਨੇ ਚੀਜ਼ਾਂ ਕੌਣ ਕਰ ਰਿਹਾ, ਇਹ ਚੀਜ਼ ਆਪਣਾ ਕਰ ਰਿਹਾ ਗਵਰਨਰ ਆਪਣਾ ਕਰ ਰਿਹਾ, ਠੀਕ ਹੈ ਜੀ। ਮਤਲਬ ਹਾਊਸ ਨੂੰ ਬੁਲਾਉਂਦਾ ਵੀ ਗਵਰਨਰ ਹੈ ਔਰ ਹਾਊਸ ਨੂੰ ਭੇਜਦਾ ਵੀ ਗਵਰਨਰ ਹੀ ਹੈ। ਐਗਜ਼ੈਕਟਲੀ ਸੇਮ ਬੱਚੇ ਪਾਰਲੀਮੈਂਟ ਦੇ ਵਿੱਚ ਦੇਖੇ ਆਪਣੇ, ਉੱਥੇ ਕੌਣ ਕਰ ਰਿਹਾ ਸੀ ਕੰਮ, ਇਹ ਉੱਥੇ ਆਪੇ ਕੰਮ ਪ੍ਰੈਜ਼ੀਡੈਂਟ ਸਾਹਿਬ ਕਰ ਰਹੇ ਸੀਗੇ, ਠੀਕ ਹੈ। ਪ੍ਰੈਜ਼ੀਡੈਂਟ ਸਾਹਿਬ ਵੀ ਬੁਲਾ ਰਹੇ ਸੀ ਔਰ ਪ੍ਰੈਜ਼ੀਡੈਂਟ ਸਾਹਿਬ ਹੀ ਭੇਜ ਰਹੇ ਸੀ ਵਾਪਸ, ਠੀਕ ਹੈ ਬੱਚੇ। ਤਾਂ ਇੱਕ ਇਹ ਤਾਂ ਕੋਈ ਗੱਲ ਹੋਈ ਬੱਚੇ ਸਮਨ ਤੇ ਪ੍ਰੋਰੋਗੇਸ਼ਨ ਦੀ। ਇੱਕ ਵਰਡ ਆਪਾਂ ਨੇ ਡਿਸੋਲੂਸ਼ਨ ਵੀ ਦੇਖਿਆ ਸੀਗਾ, ਬਟ ਡਿਸੋਲੂਸ਼ਨ ਓਬਵੀਅਸਲੀ ਸਿਰਫ ਔਰ ਸਿਰਫ SLA ਦਾ ਹੋਊਗਾ, ਠੀਕ ਹੈ। ਜਿਵੇਂ ਆਪਾਂ ਨੇ ਦੇਖਿਆ ਸੀ ਡਿਸੋਲੂਸ਼ਨ ਸਿਰਫ ਲੋਕ ਸਭਾ ਦਾ ਹੋ ਰਿਹਾ ਸੀਗਾ, ਰਾਜ ਸਭਾ ਦਾ ਨਹੀਂ ਹੋ ਰਿਹਾ ਸੀ, ਉਸੇ ਤਰ੍ਹਾਂ SLC ਦਾ ਵੀ ਡਿਸੋਲੂਸ਼ਨ ਨਹੀਂ ਹੋਏਗਾ। SLC ਕੀ ਹੈ ਬੱਚੇ, ਇੱਕ ਪਰਮਾਨੈਂਟ ਚੈਂਬਰ, ਆਪਾਂ ਲਾਸਟ ਸੈਸ਼ਨ ਦੇ ਵਿੱਚ ਪੜ੍ਹੀ ਵੀ ਇਹ ਚੀਜ਼, ਠੀਕ ਹੈ। SLC ਇੱਕ ਪਰਮਾਨੈਂਟ ਚੈਂਬਰ ਹੈ, ਜਿਵੇਂ ਕਿ ਰਾਜ ਸਭਾ ਪਰਮਾਨੈਂਟ ਹੈ, ਉਸੇ ਤਰ੍ਹਾਂ SLC ਵੀ ਪਰਮਾਨੈਂਟ ਹੈ, ਔਰ ਇਸੇ ਕਰਕੇ ਡਿਜ਼ੋਲਵ ਨਹੀਂ ਹੋ ਸਕਦਾ ਹੈਗਾ, ਠੀਕ ਹੈ। ਤਾਂ ਡਿਜ਼ੋਲੂਸ਼ਨ ਸਿਰਫ SLA ਦੀ ਹੋਏਗੀ ਸਟੇਟ ਦੇ ਕੇਸ 'ਚ, ਔਰ ਇਹ ਵੀ ਕੌਣ ਕਰੇਗਾ, ਇਹ ਵੀ ਗਵਰਨਰ ਹੀ ਕਰੇਗਾ, ਠੀਕ ਹੈ। ਅਸੀਂ ਇਹ ਵੀ ਚੀਜ਼ ਪੜ੍ਹੀ ਸੀ ਬੱਚੇ, DSP ਡਿਜ਼ੋਲੂਸ਼ਨ, ਸਮਨ, ਪ੍ਰੋਰੋਗੇਸ਼ਨ, DSP। ਇਹ DSP ਵਾਲੇ ਜਿਹੜੇ ਟਰਮਸ ਨੇ ਇਹ ਕੌਣ ਕਰ ਰਿਹਾ ਸੀ, ਇਹ ਆਪਣੇ ਸਟੇਟ ਦੇ ਕੇਸ ਦੇ ਵਿੱਚ ਗਵਰਨਰ ਕਰ ਰਿਹਾ, ਔਰ ਕੇਂਦਰ ਦੇ ਕੇਸ ਦੇ ਵਿੱਚ ਇਹੀ ਕੰਮ ਪ੍ਰੈਜ਼ੀਡੈਂਟ ਕਰ ਰਿਹਾ ਸੀਗਾ। ਇਹ ਆਪਾਂ ਨੇ ਧਿਆਨ ਦੇਣਾ ਹੈਗਾ, ਠੀਕ ਹੈ ਜੀ, ਗਵਰਨਰ ਤੇ ਪ੍ਰੈਜ਼ੀਡੈਂਟ। ਚਲੋ ਜਿਹੜੇ A ਵਾਲੀ ਟਰਮਸ ਨੇ ਬੱਚੇ, ਐਡਜਰਨਮੈਂਟ ਤੇ ਐਡਜਰਨਮੈਂਟ ਸਾਈਨ ਏ, ਇਹ ਕੌਣ ਕਰ ਰਿਹਾ ਸੀ, ਇਹ ਕਰ ਰਿਹਾ ਸੀ ਪ੍ਰੀਜ਼ਾਈਡਿੰਗ ਆਫੀਸਰ। ਜੇ ਆਪਾਂ ਗੱਲ ਕਰੀਏ ਸਟੇਟ ਦੀ, ਤਾਂ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇਹ ਕੰਮ ਕੌਣ ਕਰੇਗਾ ਜੀ, ਸਪੀਕਰ ਕਰੇਗਾ।
SLC ਦੇ ਵਿੱਚ ਕੌਣ ਕਰੇਗਾ ਜੀ ਇਹ ਕੰਮ, ਇਹ ਚੇਅਰਮੈਨ ਕਰੇਗਾ, ਯਾਨੀ ਕਿ ਰਿਸਪੈਕਟਿਵ ਹਾਊਸ ਦਾ ਪ੍ਰੀਜ਼ਾਈਡਿੰਗ ਆਫੀਸਰ ਜਿਹੜਾ ਹੈਗਾ ਇਹ ਕੰਮ ਕਰੇਗਾ। ਠੀਕ ਹੈ, ਇਹ ਧਿਆਨ ਦੇਣਾ ਆਪਾਂ ਨੇ। ਫਰਕ ਕੀ ਸੀ ਬੱਚੇ ਦੋਨਾਂ ਦੇ ਵਿੱਚ, ਐਡਜਰਨਮੈਂਟ ਦੇ ਵਿੱਚ ਆਪਾਂ ਟਾਈਮ ਨਿਸ਼ਚਿਤ ਕਰਦੇ ਸੀ ਬੱਚੇ ਕਿ ਹਾਊਸ ਇਜ਼ ਐਡਜਰਨ ਫॉर ਦਿਸ ਮਚ ਟਾਈਮ, 1 ਘੰਟੇ ਲਈ ਐਡਜਰਨ ਹੈ, ਕੁਛ ਦਿਨਾਂ ਲਈ ਐਡਜਰਨ ਹੈ, ਕੁਛ ਹਫ਼ਤਿਆਂ ਲਈ ਐਡਜਰਨ ਹੈ, ਯਾਨੀ ਕਿ ਟਾਈਮ ਪੀਰੀਅਡ ਦੱਸਦੇ ਸੀ ਆਪਾਂ ਐਡਜਰਨ ਕਰਨ ਵਾਸਤੇ। ਐਡਜਰਨ ਦਾ ਮਤਲਬ ਕੀ ਸੀ ਬੱਚੇ ਵੀ ਹਾਊਸ ਨੂੰ ਬੰਦ ਕਰ ਦੇਣਾ ਥੋੜੇ ਟਾਈਮ ਲਈ। ਮੰਨ ਲਓ ਸੁਬਾਹ ਆਏ ਹੋਏ ਨੇ 11 ਵਜੇ ਬੈਠੇ ਨੇ, 1 ਵਜੇ ਕੀ ਹੋਗਾ, ਲੰਚ ਬ੍ਰੇਕ ਹੋ ਗਿਆ। ਠੀਕ ਹੈ, ਹੁਣ ਜਦੋਂ ਲੰਚ ਬ੍ਰੇਕ ਹੋ ਗਿਆ ਤਾਂ ਸਪੀਕਰ ਕਹੂਗਾ ਹਾਊਸ ਇਜ਼ ਐਡਜਰਨਡ ਫॉर 1 ਆਵਰ। ਠੀਕ ਹੈ, ਵੀ ਹਾਂਜੀ ਲੰਚ ਬ੍ਰੇਕ ਹੋ ਗਿਆ, ਤੁਸੀਂ 1 ਆਵਰ ਲਈ ਆਪਣਾ ਖਾ ਪੀ ਕੇ ਆ ਸਕਦੇ ਹੋ। ਠੀਕ ਹੈ, ਤਾਂ ਮਤਲਬ ਕੀ ਹੈ, ਐਡਜਰਨਮੈਂਟ ਕਦੇ ਵੀ ਹੋ ਸਕਦੀ ਹੈਗੀ। ਇੱਕ ਦਿਨ ਦੇ ਵਿੱਚ ਕੀ ਹੁੰਦਾ ਬੱਚੇ, 2 ਸੀਟਿੰਗ ਹੋਣਗੀਆਂ, ਇੱਕ ਸਵੇਰ ਦੀ ਸੀਟਿੰਗ, ਇੱਕ ਸ਼ਾਮ ਦੀ ਸੀਟਿੰਗ। ਠੀਕ ਹੈ, ਤਾਂ ਹੁਣ ਜਿਹੜਾ ਵਿੱਚ ਵਾਲਾ ਟਾਈਮ ਹੋ ਗਿਆ ਉਹ ਹੁੰਦੀ ਹੈ ਐਡਜਰਨਮੈਂਟ। ਠੀਕ ਹੈ, ਚਾਹੇ ਮਤਲਬ ਜਦੋਂ ਵੀ ਕਿਤੇ ਵੀ ਜਾਣਾ ਹੋਵੇ ਹਾਊਸ ਨੂੰ ਐਡਜਰਨ ਕਰਕੇ ਜਾਣਾ ਪਊਗਾ, ਇੱਦਾਂ ਨਹੀਂ ਜਾ ਸਕਦੇ, ਕਿਉਂਕਿ ਦੇਖੋ ਬਹੁਤ ਵੱਡਾ ਕੰਮ ਹੈ ਨਾ, ਅਸੈਂਬਲੀ ਬੈਠੀ ਹੈ ਰਾਜੇ, ਕੋਈ ਛੋਟਾ ਐਵੇਂ ਤਾਂ ਹੈ ਨਹੀਂ ਆਪਾਂ ਉਵੇਂ ਇਕੱਠੇ ਹੋ ਕੇ ਬੈਠੇ ਹਾਂ ਯਾਰ ਦੋਸਤ। ਠੀਕ ਹੈ, ਫਾਰਮਲ ਹਰ ਚੀਜ਼ ਫਾਰਮਲ ਹੁੰਦੀ ਹੈ ਇਸ ਕਰਕੇ। ਚਲੋ ਐਡਜਰਨਮੈਂਟ ਸਾਈਨਿਡੀ ਕੀ ਹੁੰਦੀ ਹੈ ਬੱਚੇ, ਇਸ ਦੇ ਵਿੱਚ ਹਾਊਸ ਨੂੰ ਆਪਾਂ ਘਰੇ ਦਾ ਭੇਜਦੇ ਹਾਂ, ਹਾਊਸ ਨੂੰ ਮਤਲਬ ਸਾਰਿਆਂ ਨੂੰ MPs MLAs ਨੂੰ ਕਹਿੰਦੇ ਆ ਵੀ ਹਾਂਜੀ ਤੁਸੀਂ ਆਪਣਾ ਕੰਮਕਾਰ ਕਰ ਲਓ। ਉਹਦੇ ਵਿੱਚ ਕੀ ਹੁੰਦਾ ਹੈਗਾ, ਐਡਜਰਨਮੈਂਟ ਦੇ ਵਿੱਚ ਤਾਂ ਆਪਾਂ ਬੱਚੇ ਟਾਈਮ ਦੱਸਦੇ ਹੁੰਦੇ ਹਾਂ, ਐਡਜਰਨਮੈਂਟ ਸਾਈਨਿਡੀ ਦੇ ਵਿੱਚ ਟਾਈਮ ਨਹੀਂ ਦੱਸਣਾ। ਹਾਊਸ ਇਜ਼ ਐਡਜਰਨਡ ਫॉर ਇਨਡੈਫੀਨਿਟ ਪੀਰੀਅਡ। ਠੀਕ ਹੈ, ਅਸੀਂ ਪੜ੍ਹੀ ਸੀ ਬੱਚੇ, ਇਹ ਕਦੋਂ ਹੁੰਦਾ ਸਾਈਨਿਡੀ, ਇਹ ਉਦੋਂ ਹੁੰਦਾ ਜਦੋਂ ਆਪਾਂ ਨੇ ਪ੍ਰੋਰੋਗੇਸ਼ਨ ਕਰਨੀ ਹੁੰਦੀ ਹੈਗੀ। ਠੀਕ ਹੈ, ਯਾਨੀ ਕਿ ਪ੍ਰੋਰੋਗੇਸ਼ਨ ਕਰਨ ਤੋਂ ਕੁਛ ਟਾਈਮ ਪਹਿਲਾਂ, ਕੁਛ ਦਿਨ ਪਹਿਲਾਂ ਐਡਜਰਨਮੈਂਟ ਸਾਈਨਿਡੀ ਕਰ ਦਿੱਤੀ ਜਾਂਦੀ ਹੈ। ਠੀਕ ਹੈ ਰਾਜੇ, ਥੋੜ੍ਹਾ ਜਿਹਾ ਹੁਣ ਪਲੀਜ਼ ਤੁਸੀਂ ਪੁਰਾਣਾ ਚੈਪਟਰ ਦੇਖ ਲਓ, ਵੈਸੇ ਤਾਂ ਮੈंने ਕਾਫੀ ਡਿਟੇਲ ਦੇ ਵਿੱਚ ਦੁਬਾਰਾ ਫੇਰ ਦੱਸਤਾ। ਠੀਕ ਹੈ, ਹੁਣ ਐਡਜਰਨਮੈਂਟ ਸਾਈਨਿਡੀ ਵਾਲਾ ਅਗਰ ਤੁਹਾਡੇ ਨਹੀਂ ਹੈ ਤੁਸੀਂ ਪੁਰਾਣਾ ਦੇਖ ਸਕਦੇ ਹੋ। ਠੀਕ ਹੈ ਜੀ, ਤੁਹਾਨੂੰ ਮੈਂ ਦੱਸ ਰਿਹਾ ਵੀ ਪ੍ਰੋਰੋਗੇਸ਼ਨ ਤੋਂ ਕੁਛ ਟਾਈਮ ਪਹਿਲਾਂ ਆਪਾਂ ਐਡਜਰਨਮੈਂਟ ਸਾਈਨਿਡੀ ਕਰਦੇ ਹੁੰਦੇ ਸੀਗੇ। ਠੀਕ ਹੈ, ਐਡਜਰਨਮੈਂਟ ਸਾਈਨਿਡੀ ਕੌਣ ਕਰ ਰਿਹਾ, ਪ੍ਰੀਜ਼ਾਈਡਿੰਗ ਆਫੀਸਰ ਕਰ ਰਿਹਾ, ਸਪੀਕਰ ਕਰ ਰਿਹਾ, ਔਰ ਉਸ ਤੋਂ ਬਾਅਦ 2-3 ਦਿਨ ਬਾਅਦ ਪ੍ਰੋਰੋਗੇਸ਼ਨ ਕੌਣ ਕਰੇਗਾ, ਇਹ ਕਰੇਗਾ ਜੀ ਗਵਰਨਰ ਕਰੇਗਾ। ਠੀਕ ਹੈ, ਚਲੋ ਇਹ ਵੀ ਆਪਾਂ ਨੇ ਡਿਸਕਸ ਕਰ ਲਿਆ। ਚਲੋ ਠੀਕ ਹੈ ਜੀ, ਇੱਕ ਚੀਜ਼ ਬੱਚੇ ਆਪਾਂ ਨੇ ਡਿਸਕਸ ਕੀਤੀ ਸੀ ਕੋਰਮ ਦੀ। ਠੀਕ ਹੈ, ਦੇਖੋ ਕੋਰਮ ਕੀ ਸੀਗਾ, ਉਹ ਮਿਨੀਮਮ ਨੰਬਰ ਆਫ ਮੈਂਬਰਸ, ਦੇਖੋ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ 110 MLAs ਨੇ ਬੱਚੇ। ਠੀਕ ਹੈ, 117 MLAs ਨੇਗੇ। ਹੁਣ ਆਪਾਂ ਇਹ ਜ਼ਰੂਰੀ ਤਾਂ ਹੈ ਨਹੀਂ ਵੀ ਹਰ ਟਾਈਮ ਇਹ 117 ਬੰਦੇ ਪ੍ਰੈਜ਼ੈਂਟ ਹੋਣ। ਠੀਕ ਹੈ, ਹੋ ਸਕਦਾ ਕਿਸੇ ਟਾਈਮ 100 ਬੰਦਾ ਹੀ ਪ੍ਰੈਜ਼ੈਂਟ ਹੋਵੇ, ਜਾਂ ਹੋ ਸਕਦਾ ਕਿਸੇ ਟਾਈਮ 'ਤੇ 50 ਬੰਦੇ ਪ੍ਰੈਜ਼ੈਂਟ ਹੋਣ, ਈਵਨ ਹੋ ਸਕਦਾ ਬੱਚੇ ਕਿਸੇ ਦਿਨ 10 ਬੰਦੇ ਪ੍ਰੈਜ਼ੈਂਟ ਹੋਣ, ਹੋ ਸਕਦਾ ਨਾ, ਕੋਈ ਰੇਅਰ ਕੇਸ ਹੈ, ਕਦੇ ਵੀ ਕੁਝ ਵੀ ਹੋ ਸਕਦਾ ਹੈਗਾ। ਤਾਂ ਹੁਣ ਜਿਹੜਾ ਕੰਮ ਬੱਚੇ ਇਹਨਾਂ 117 ਬੰਦਿਆਂ ਨੇ ਕਰਨਾ ਹੈਗਾ, ਕੀ ਉਹੀ ਕੰਮ ਇਹ 10 ਬੰਦੇ ਕਰ ਸਕਦੇ ਨੇ ਬੱਚੇ? ਆਪਾਂ ਨੇ ਐਗਜ਼ੈਕਟਲੀ ਸੇਮ ਚੀਜ਼ ਬੱਚੇ ਕੇਂਦਰ ਦੇ ਵਿੱਚ ਵੀ ਦੇਖੀ ਸੀ, ਪਾਰਲੀਮੈਂਟ ਦੇ ਵਿੱਚ ਵੀ ਦੇਖੀ ਸੀਗੀ। ਠੀਕ ਹੈ, ਚਲੋ ਦੁਬਾਰਾ ਦੇਖ ਲੈਂਦੇ ਹਾਂ। ਤਾਂ ਲੌਜੀਕਲ ਜੀ ਗੱਲ ਹੈ ਬੱਚੇ, ਨਹੀਂ ਜਿਹੜੀ ਹੁਣ ਆਪਾਂ ਗੱਲ ਕਰਦੇ ਕੰਮ ਕੀ ਹੈ ਇਹਨਾਂ ਦਾ, ਡਿਬੇਟਸ ਕਰਨੀਆਂ। ਜਿਹੜੀ ਚੀਜ਼ ਦੇ ਉੱਪਰ ਡਿਬੇਟ 117 ਬੰਦੇ ਕਰ ਰਹੇ ਨੇ, ਉਹੀ ਸੇਮ ਚੀਜ਼ ਦੇ ਉੱਪਰ ਡਿਬੇਟ 10 ਬੰਦੇ ਕੰਮ ਕਰਕੇ ਕੰਮ ਕਰ ਸਕਦੇ ਨੇ? ਨਹੀਂ, ਬਿਲਕੁਲ ਵੀ ਨਹੀਂ। ਠੀਕ ਹੈ, ਤਾਂ ਮਤਲਬ ਕੀ ਹੈ ਬੱਚੇ, ਕੁਛ ਮਿਨੀਮਮ ਨੰਬਰ ਆਪਣੇ ਕੋਲ, ਆਪਾਂ ਗੱਲ ਕਰੀ 10 ਨਹੀਂ, ਸਿਰਫ 5 ਹੀ ਰਹਿ ਗਏ। ਠੀਕ ਹੈ, ਸਿਰਫ 5 ਹੀ ਰਹਿ ਗਏ, ਚਲੋ 10 ਤਾਂ ਫਿਰ ਵੀ ਠੀਕ ਹੈ, 5 ਹੀ ਰਹਿ ਗਏ ਮਤਲਬ। ਤਾਂ ਮਤਲਬ ਕੁਛ ਮਿਨੀਮਮ ਨੰਬਰ ਹੋਣਾ ਚਾਹੀਦਾ ਵੀ ਹਾਂਜੀ ਉਹਨੇ ਬੰਦੇ ਅਗਰ ਪ੍ਰੈਜ਼ੈਂਟ ਹੈਗੇ ਨੇ ਹਾਊਸ ਦੇ ਵਿੱਚ, ਫਿਰ ਹੀ ਤੁਸੀਂ ਕੰਮ ਕਰ ਪਾਓਗੇ। ਠੀਕ ਹੈ, ਅਦਰਵਾਈਜ਼ ਕੰਮ ਨਹੀਂ ਕਰ ਪਾਉਂਦੇ। ਠੀਕ ਹੈ, ਤਾਂ ਉਹ ਮਿਨੀਮਮ ਨੰਬਰ ਨੇ ਬੱਚੇ 1/10। ਜੇ 117 MLAs ਨੇ ਪੰਜਾਬ ਦੇ ਵਿੱਚ, ਤਾਂ ਇਹਨਾਂ ਦਾ 1% 10% ਕਿੰਨਾ ਹੋਇਆ ਬੱਚੇ, 11.7। ਯਾਨੀ ਕਿ ਐਟਲੀਸਟ ਅਗਰ 12 MLAs ਪ੍ਰੈਜ਼ੈਂਟ ਹੈਗੇ ਨੇ ਅਸੈਂਬਲੀ ਦੇ ਵਿੱਚ, ਫਿਰ ਹੀ ਕੰਮ ਹੋਏਗਾ। ਜੇ ਕਦੇ 11 ਮੈਂਬਰ ਰਹਿ ਗਏ ਰਾਜੇ, ਤਾਂ ਹਾਊਸ ਐਡਜਰਨ ਕਰਨਾ ਪਊਗਾ, ਹਾਊਸ ਦੇ ਵਿੱਚ ਕੰਮ ਨਹੀਂ ਹੋ ਪਾਏਗਾ। ਠੀਕ ਹੈ, ਤਾਂ ਉਹ ਮਿਨੀਮਮ ਨੰਬਰ ਆਫ MLAs ਜੋ ਕਿ ਰਿਕੁਆਇਰਡ ਨੇ ਇੱਕ ਹਾਊਸ ਦੀ ਪ੍ਰੋਸੀਡਿੰਗਸ ਨੂੰ ਕੰਟੀਨਿਊ ਕਰਨ ਵਾਸਤੇ, ਉਹਨੂੰ ਆਪਾਂ ਕੋਰਮ ਕਹਿ ਦਿੰਦੇ ਹਾਂ ਵੀ ਹਾਂਜੀ ਕੋਰਮ ਹੋਣਾ ਚਾਹੀਦਾ, ਫਿਰ ਹੀ ਤੁਸੀਂ ਹਾਊਸ ਦੀ ਪ੍ਰੋਸੀਡਿੰਗ ਨੂੰ ਕੰਟੀਨਿਊ ਕਰ ਸਕਦੇ ਹੋ। ਠੀਕ ਹੈ ਜੀ, ਇਹ ਚੀਜ਼ ਹੈ। ਤਾਂ ਇਨ ਜਨਰਲ ਇਹ ਚੀਜ਼ ਤਾਂ ਬੱਚੇ ਸੇਮ ਸੀ ਕੇਂਦਰ ਦੇ ਵਿੱਚ ਵੀ। ਕੇਂਦਰ ਦੇ ਵਿੱਚ 550 MP ਸੀ ਬੱਚੇ ਲੋਕ ਸਭਾ ਦੇ ਵਿੱਚ, ਅਤੇ ਅਸੀਂ ਕਿਹਾ ਸੀ ਵੀ ਜੇ 55 ਪ੍ਰੈਜ਼ੈਂਟ ਹੋਏ, ਯਾਨੀ ਕਿ 1/10 ਪ੍ਰੈਜ਼ੈਂਟ ਹੋਏ, ਫਿਰ ਹੀ ਕੰਮ ਹੋਏਗਾ। ਰਾਜ ਸਭਾ ਦੇ ਵਿੱਚ ਬੱਚੇ 250 ਮੈਂਬਰ ਸੀਗੇ, ਜੇ 25 ਮੈਂਬਰ ਇਹਨਾਂ ਦਾ 1/10 ਪ੍ਰੈਜ਼ੈਂਟ ਹੋਏ, ਫਿਰ ਹੀ ਕੰਮ ਹੋਏਗਾ। ਠੀਕ ਹੈ, ਤਾਂ ਇੱਥੇ ਵੀ 1/10 ਦੀ ਗੱਲ ਹੋ ਰਹੀ ਹੈ। ਬਟ ਇੱਥੇ ਇੱਕ ਐਡੀਸ਼ਨਲ ਚੀਜ਼ ਹੋਰ ਆ ਗਈ ਬੱਚੇ, ਉਹ ਕੀ ਆ ਗਈ, ਮੰਨ ਲਓ ਹੁਣ ਕਈ ਨਾਰਥ ਈਸਟਰਨ ਸਟੇਟਸ ਨੇ ਬੱਚੇ, ਉਹਨਾਂ ਦੇ MLAs ਕਿੰਨੇ ਨੇਗੇ, 60 ਨੇਗੇ, ਕਈਆਂ ਦੇ 40 ਵੀ ਨੇਗੇ। ਠੀਕ ਹੈ, ਤਾਂ ਹੁਣ ਇਸ ਕੇਸ ਦੇ ਵਿੱਚ ਇਹਨਾਂ ਦਾ 1/10 ਕਿੰਨਾ ਹੋਣਾ ਬੱਚੇ 6 ਮੈਂਬਰ, ਇਹਦਾ 1/10 4 ਮੈਂਬਰਸ। ਠੀਕ ਹੈ, ਯਾਨੀ ਕਿ ਅਗਰ ਆਪਾਂ 1/10 ਵਾਲੇ ਰੂਲ ਨਾਲ ਫੋਲੋ ਕਰੀਏ, ਫਿਰ ਤਾਂ 6 ਬੰਦੇ ਅੱਗੇ ਵੀ ਕੰਮ ਕਰ ਸਕਦੇ ਨੇ, 4 ਬੰਦੇ ਅੱਗੇ ਵੀ ਕੰਮ ਕਰ ਸਕਦੇ ਨੇ। ਠੀਕ ਹੈ, ਜੋ ਕਿ ਅਗੇਨ ਬਹੁਤ ਘੱਟ ਹੋ ਜਾਊਗਾ। ਠੀਕ ਹੈ, ਤਾਂ ਅਸੀਂ ਕਿਹਾ ਹੈ ਵੀ ਇਨ ਜਨਰਲ ਤਾਂ ਦੇਖੋ 1/10 ਦੇਖਣਾ ਹੈਗਾ, ਹਾਂਜੀ ਹਾਊਸ ਦਾ 1/10 ਕਰ ਦਿਓ, ਉਹਦਾ ਕੋਰਮ ਨਿਕਲਿਆ ਹੋਊਗਾ। ਬਟ ਅਗਰ ਇੰਨਾ ਘੱਟ ਜਾਂਦਾ ਹੈਗਾ, ਠੀਕ ਹੈ, ਤਾਂ ਇੰਨਾ ਘੱਟ ਨਹੀਂ ਕਰਨਾ, ਆਪਾਂ ਨੇ 10 ਮੈਂਬਰ ਐਟਲੀਸਟ ਰੱਖਣੇ ਨੇ। ਇਹਦਾ ਮਤਲਬ ਕੀ ਹੈ, ਜਾਂ ਤਾਂ 1/10 ਜਾਂ ਫਿਰ 10। ਠੀਕ ਹੈ, ਦੋਨਾਂ ਦੇ ਵਿੱਚੋਂ ਜਿਹੜਾ ਵੀ ਜ਼ਿਆਦਾ ਹੈਗਾ। ਠੀਕ ਹੈ, ਅਗਰ ਆਪਣਾ ਦੇਖੋ ਕਿੰਨਾ ਬਣ ਰਿਹਾ ਸੀ, ਆਪਣਾ 12 ਬਣ ਰਿਹਾ ਸੀਗਾ ਪੰਜਾਬ ਦਾ, ਤਾਂ ਪੰਜਾਬ ਕੀ 12 ਰਾਜ 10 ਤੋਂ ਵੱਡਾ, ਓਬਵੀਅਸਲੀ ਵੱਡਾ ਹੈ, ਤਾਂ 12 ਹੀ ਹੋਊਗਾ। ਠੀਕ ਹੈ, ਹੁਣ ਇੱਥੇ ਕਿੰਨੇ ਕੋਰਮ ਬਣ ਰਿਹਾ ਸੀ ਵਿੱਚ 4 ਬਣ ਰਿਹਾ ਸੀਗਾ, ਪਰ 4 ਬਹੁਤ ਘੱਟ ਗਿਆ, ਇਸ ਕਰਕੇ ਅਸੀਂ ਐਟਲੀਸਟ 10 ਤਾਂ ਰੱਖਾਂਗੇ। ਠੀਕ ਹੈ,
ਤਾਂ ਜਾਂ ਤਾਂ 1/10 ਜਾਂ ਫਿਰ 10 ਦੋਨਾਂ ਦੇ ਵਿੱਚੋਂ ਜਿਹੜਾ ਵੀ ਵੱਡਾ ਹੈ ਉਹ ਆਪਣਾ ਉਸ ਹਾਊਸ ਦਾ ਉਸ ਸਟੇਟ ਦਾ ਕੋਰਮ ਹੋਏਗਾ। ਠੀਕ ਹੈ ਜੀ, ਇਹ ਚੀਜ਼ ਹੈਗੀ, ਤਾਂ ਧਿਆਨ ਰੱਖਣਾ ਆਪਣੇ। ਠੀਕ ਹੈ ਜੀ, ਆ 10 ਮੈਂਬਰ ਵਾਲੀ ਚੀਜ਼ ਐਡੀਸ਼ਨਲ ਆਪਣੀ ਐਡ ਹੋ ਗਈ ਹੁਣ ਸਟੇਟ ਦੇ ਵਿੱਚ। ਕੇਂਦਰ ਦੇ ਵਿੱਚ ਸਿਰਫ 1/10 ਵਾਲਾ ਰੂਲ ਸੀ, ਕਿਉਂਕਿ ਉੱਥੇ ਕਦੇ ਵੀ ਇੰਨੇ ਮੈਂਬਰ ਘਟਣ ਦੀ ਕੋਈ ਉਮੀਦ ਹੈ ਨਹੀਂ। ਠੀਕ ਹੈ, ਕਿਉਂਕਿ ਉੱਥੇ ਸਟਰੈਂਥ ਹੀ ਬਹੁਤ ਹੈਗੀ, 550 ਹੈਗੀ ਹੈ, ਇੱਥੇ 250 ਹੈਗੀ ਹੈ। ਠੀਕ ਹੈ, ਉੱਥੇ ਨਹੀਂ ਘਟ ਸਕਦਾ। ਸਟੇਟ ਦੇ ਵਿੱਚ ਕਿਉਂਕਿ ਸਟਰੈਂਥ ਘੱਟ ਹੈ, 60-40 ਹੈਗੀ ਹੈ ਕਈ ਸਟੇਟਸ ਦੇ ਵਿੱਚ, ਤਾਂ 1/10 ਉਹਦਾ ਬਹੁਤ ਘੱਟ ਜਾਂਦਾ, ਜੋ ਕਿ ਇੱਕ ਅੱਛੀ ਚੀਜ਼ ਨਹੀਂ ਹੈਗੀ। ਤਾਂ ਆਪਾਂ ਨੇ 10 ਮੈਂਬਰ ਦਾ ਐਟਲੀਸਟ ਕਰ ਹੀ ਦਿੱਤਾ ਕਿ 10 ਮੈਂਬਰ ਦਾ ਐਟਲੀਸਟ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ। ਨੈਕਸਟ ਬੱਚੇ ਲੈਂਗੁਏਜ ਦੀ, ਕਿ ਇੱਕ ਸਟੇਟ ਅਸੈਂਬਲੀ ਦੇ ਵਿੱਚ ਤੁਸੀਂ ਕਿਹੜੀ ਭਾਸ਼ਾ ਇਸਤੇਮਾਲ ਕਰ ਸਕਦੇ ਹੋ। ਠੀਕ ਹੈ, ਜਿਹੜੇ MLAs ਨੇ ਉਹ ਕਿਹੜੀ ਲੈਂਗੁਏਜ ਦੇ ਵਿੱਚ ਕਨਵਰਸ ਕਰ ਸਕਦੇ ਨੇ। ਠੀਕ ਹੈ, ਤਾਂ ਦੇਖੋ ਇੱਕ ਤਾਂ ਬੱਚੇ ਕਿਸੇ ਵੀ ਸਟੇਟ ਦੀ ਆਫੀਸ਼ੀਅਲ ਲੈਂਗੁਏਜ, ਜਿਵੇਂ ਮੈਂ ਗੱਲ ਕਰਾਂ ਪੰਜਾਬ ਦੀ ਪੰਜਾਬੀ ਹੋ ਗਈ। ਠੀਕ ਹੈ, ਪੰਜਾਬੀ ਦੇ ਵਿੱਚ ਡੈਫੀਨਿਟਲੀ ਬੋਲ ਸਕਦੇ ਹੋ। ਠੀਕ ਹੈ, ਹਰ ਸਟੇਟ ਦੀ ਆਪਣੀ ਆਫੀਸ਼ੀਅਲ ਲੈਂਗੁਏਜ ਹੈਗੀ ਇੱਕ, ਜਾਂ ਫਿਰ ਹਿੰਦੀ ਦੇ ਵਿੱਚ ਬੋਲ ਸਕਦੇ ਹੋ ਔਰ ਇੰਗਲਿਸ਼ ਦੇ ਵਿੱਚ ਬੋਲ ਸਕਦੇ ਹੋ। ਤਾਂ ਇਹ 3 ਲੈਂਗੁਏਜਸ ਤਾਂ ਐਟਲੀਸਟ ਹੈ ਹੀ ਗਈਆਂ ਨੇ ਜਿਹਦੇ ਵਿੱਚ ਤੁਸੀਂ ਜਿਹੜੇ MLAs ਨੇ ਉਹ ਆਪਣੀ ਅਸੈਂਬਲੀ ਦੇ ਵਿੱਚ ਬੋਲ ਸਕਦੇ ਨੇ। ਠੀਕ ਹੈ ਜੀ, ਇਸ ਤੋਂ ਇਲਾਵਾ ਰਾਜੇ ਮੰਨ ਲਓ ਕੋਈ ਪੰਜਾਬ ਦੇ ਵਿੱਚ ਪੰਜਾਬੀ ਤੋਂ ਇਲਾਵਾ ਕੋਈ ਹੋਰ ਕਿਸੇ ਦੀ ਮਾਤ ਭਾਸ਼ਾ ਹੈਗੀ ਹੈ। ਠੀਕ ਹੈ, ਜੇ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੀ, ਮਹਾਰਾਸ਼ਟਰ ਦੇ ਵਿੱਚ ਰਾਜੇ ਇੰਨੇ ਕੁ ਮਤਲਬ ਕਲਚਰ ਮਤਲਬ ਆਏ ਹੋਏ ਨੇਗੇ, ਤਾਂ ਹੋ ਸਕਦਾ ਅਲੱਗ-ਅਲੱਗ ਕਲਚਰ ਤੋਂ ਅਲੱਗ-ਅਲੱਗ ਉਹਨਾਂ ਦੀ ਮਦਰ ਟੰਗ ਹੋਵੇ। ਠੀਕ ਹੈ, ਤਾਂ ਹੁਣ ਮਹਾਰਾਸ਼ਟਰ ਦੀ ਜਿਹੜੀ ਆਫੀਸ਼ੀਅਲ ਲੈਂਗੁਏਜ ਉਹ ਤਾਂ ਮਰਾਠੀ ਹੈਗੀ। ਠੀਕ ਹੈ, ਤਾਂ ਹੁਣ ਮਰਾਠੀ ਦੇ ਵਿੱਚ ਵੀ ਬੋਲ ਸਕਦੇ ਨੇ ਉਹ, ਹਿੰਦੀ ਦੇ ਵਿੱਚ ਵੀ ਬੋਲ ਸਕਦੇ ਨੇ, ਇੰਗਲਿਸ਼ ਦੇ ਵਿੱਚ ਵੀ ਬੋਲ ਸਕਦੇ ਨੇ। 3 ਤਾਂ ਰਾਜੇ ਇਹੀ ਹੋਈਆਂ ਜੋ ਆਪਾਂ ਨੇ ਕਾਮਨ ਪੜ੍ਹਦੇ ਹਾਂ। ਇਸ ਤੋਂ ਇਲਾਵਾ ਰਾਜੇ ਹੋ ਸਕਦਾ ਜਿਹੜਾ ਬੰਦਾ ਉੱਥੇ ਮਹਾਰਾਸ਼ਟਰ ਵਿੱਚ ਬੈਠਾ ਉਹਦੀ ਜਿਹੜੀ ਮਦਰ ਟੰਗ ਹੈ ਤਮਿਲ ਹੈ, ਬੱਚੇ ਤਮਿਲ ਹੈਗੇ। ਠੀਕ ਹੈ, ਇੱਕ ਤਮਿਲ MP ਬਣਿਆ ਹੋਇਆ ਮੰਨ ਲਓ, ਠੀਕ ਹੈ, MLA ਬਣਿਆ ਹੋਇਆ ਮਹਾਰਾਸ਼ਟਰ ਦੇ ਵਿੱਚ, ਤਾਂ ਉਹ ਆਪਣਾ ਬੰਦਾ ਜਿਹੜਾ ਕੀ ਹੈ ਤਮਿਲ ਦੇ ਵਿੱਚ ਵੀ ਬੋਲ ਸਕਦਾ ਹੈਗਾ। ਠੀਕ ਹੈ, ਆਪਣੀ ਮਦਰ ਟੰਗ ਦੇ ਵਿੱਚ ਵੀ ਬੋਲ ਸਕਦਾ ਹੈ, ਬਟ ਪ੍ਰੋਵਾਈਡਡ ਜਿਹੜਾ ਪ੍ਰੀਜ਼ਾਈਡਿੰਗ ਆਫੀਸਰ ਹੈ, ਜਿਹੜਾ ਸਪੀਕਰ ਜਾਂ ਚੇਅਰਮੈਨ ਹੈ ਉਸ ਹਾਊਸ ਦਾ, ਉਹ ਰਾਜੇ ਕੀ ਕਰੇ, ਉਹ ਉਹਨੂੰ ਪਰਮਿਸ਼ਨ ਦੇ ਦੇ। ਠੀਕ ਹੈ, ਪ੍ਰੀਜ਼ਾਈਡਿੰਗ ਆਫੀਸਰ ਦੀ ਪਰਮਿਸ਼ਨ ਤੋਂ ਬਾਅਦ ਕੋਈ ਬੰਦਾ ਆਪਣੀ ਮਦਰ ਟੰਗ ਦੇ ਵਿੱਚ ਵੀ ਬੋਲ ਸਕਦਾ ਹੈਗਾ। ਠੀਕ ਹੈ, ਤਾਂ 4 ਤਰ੍ਹਾਂ ਦੀ ਲੈਂਗੁਏਜਸ ਹੋ ਗਈਆਂ ਬੱਚੇ, ਇੱਕ ਤਾਂ ਸਟੇਟ ਦੀ ਆਫੀਸ਼ੀਅਲ ਲੈਂਗੁਏਜ, ਇੱਕ ਹਿੰਦੀ, ਇੱਕ ਇੰਗਲਿਸ਼, ਜਾਂ ਫਿਰ ਬੰਦੇ ਦੀ ਆਪਣੀ ਮਦਰ ਟੰਗ, ਅਗਰ ਉਹ ਪ੍ਰੀਜ਼ਾਈਡਿੰਗ ਆਫੀਸਰ ਉਹਨੂੰ ਪਰਮਿਸ਼ਨ ਦੇ ਦਿੰਦਾ। ਤਾਂ 4 ਲੈਂਗੁਏਜ ਦੇ ਵਿੱਚ ਆਪਾਂ ਕਹਿ ਸਕਦੇ ਕਿ ਕੋਈ ਵੀ ਜਿਹੜਾ MLA ਹੈ, MP MLC ਹੈ, ਉਹ ਆਪਣੀ ਸਟੇਟ ਦੇ ਵਿੱਚ ਰਾਜੇ ਕਨਵਰਸ ਕਰ ਸਕਦਾ। ਠੀਕ ਹੈ, ਸਪੀਚ ਵਗੈਰਾ ਜੋ ਵੀ ਐਡਰੈਸ ਵਗੈਰਾ ਕਰਨਾ ਕਰ ਸਕਦਾ ਹੈਗਾ। ਠੀਕ ਹੈ ਜੀ, ਹੁਣ ਬੱਚੇ ਲੈਜਿਸਲੇਟਿਵ ਪ੍ਰੋਸੀਜਰ ਇਨ ਸਟੇਟ ਰਾਜੇ ਤਾਂ ਬਿਲਕੁਲ ਸੇਮ ਹੈਗਾ ਜਿਵੇਂ ਆਪਣੇ ਸੈਂਟਰ ਦੇ ਵਿੱਚ ਦੇਖਿਆ ਸੀਗਾ ਕਿ ਲੋਕ ਸਭਾ ਦੇ ਵਿੱਚ ਪਾਸ ਹੋਊਗਾ ਬਿੱਲ, ਰਾਜ ਸਭਾ ਦੇ ਵਿੱਚ ਪਾਸ ਹੋਊਗਾ, ਦੈਨ ਪ੍ਰੈਜ਼ੀਡੈਂਟ ਦਾ ਸਾਈਨ। ਠੀਕ ਹੈ, ਇਹ ਸੇਮ ਚੀਜ਼ ਬੱਚੇ ਸਟੇਟ ਦੇ ਵਿੱਚ ਵੀ ਹੋ ਰਹੀ ਹੈ ਕਿ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਹੋਊਗਾ। ਠੀਕ ਹੈ, ਫਿਰ SLC ਦੇ ਵਿੱਚ ਹੋਊਗਾ, ਫਿਰ ਆਪਣਾ ਗਵਰਨਰ। ਠੀਕ ਹੈ, ਹੁਣ ਜਿਹੜੀ ਸਟੇਟ ਦੇ ਵਿੱਚ SLC ਹੈਗੀ ਹੈ ਬੱਚੇ ਤਾਂ ਠੀਕ ਹੈ, ਅਦਰਵਾਈਜ਼ ਪ੍ਰੋਸੈਸ ਕੀ ਬਣ ਜਾਊਗਾ, SLA ਤੋਂ ਬਾਅਦ ਸਿੱਧਾ ਗਵਰਨਰ। ਠੀਕ ਹੈ ਜੀ, ਤਾਂ ਇਹ ਦੋਨੇ ਚੀਜ਼ਾਂ ਠੀਕ ਨੇ। SLC ਦੇ ਵਿੱਚ ਉਦੋਂ ਜਾਊਗਾ ਜਦੋਂ SLC ਹੈਗੀ, ਓਬਵੀਅਸਲੀ ਗੱਲ ਹੈ। ਠੀਕ ਹੈ, ਔਰ ਆਰਡੀਨੈਂਸ ਬੱਚੇ ਇਹਦਾ ਆਪਾਂ ਕੀ ਦੇਖਿਆ ਸੀ ਵੀ ਜਦੋਂ ਇੱਕ ਹਾਊਸ ਨਹੀਂ ਹੈਗਾ, ਚਾਹੇ ਲੋਕ ਸਭਾ ਨਹੀਂ ਹੈਗਾ, ਚਾਹੇ ਰਾਜ ਸਭਾ ਨਹੀਂ ਹੈਗਾ, ਚਾਹੇ ਦੋਨੋਂ ਹੀ ਨਹੀਂ ਹੈਗੇ। ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਸਾਡਾ ਜਿਹੜਾ ਲਾਅ ਸੀਗਾ, ਕਾਨੂੰਨ ਬਣਾਉਣਾ ਮੁਸ਼ਕਿਲ ਹੋ ਗਿਆ ਸੀਗਾ। ਠੀਕ ਹੈ, ਕਿਉਂਕਿ ਕਾਨੂੰਨ ਬਣਾਉਣ ਦਾ ਪ੍ਰੋਸੈਸ ਹੀ ਇਹ ਹੈਗਾ। ਠੀਕ ਹੈ, ਲੈਜਿਸਲੇਟਿਵ ਪ੍ਰੋਸੀਜਰ ਦਾ ਕੀ ਮਤਲਬ ਹੈ ਵੀ ਕਾਨੂੰਨ ਬਣਾਉਣ ਦਾ ਪ੍ਰੋਸੀਜਰ ਕੀ ਹੈਗਾ। ਠੀਕ ਹੈ, ਤਾਂ ਹੀ ਪ੍ਰੋਸੀਜਰ ਸੀਗਾ, ਬਟ ਜੇ ਹਾਊਸਿਸ ਹੀ ਹੈਗੇ ਨੇ ਫਿਰ ਕਿਵੇਂ ਬਣਾਵਾਂਗੇ ਆਪਾਂ। ਠੀਕ ਹੈ, ਤਾਂ ਅਸੀਂ ਦੁਵਿਧਾ ਦੇ ਵਿੱਚ ਫਸ ਗਏ ਸੀਗੇ। ਇਸ ਦੁਵਿਧਾ ਤੋਂ ਨਿਕਲਣ ਵਾਸਤੇ ਬੱਚੇ ਕਿ ਆਪਾਂ ਨੂੰ ਇਮੀਡੀਏਟ ਕੋਈ ਲਾਅ ਚਾਹੀਦਾ ਹੈ ਔਰ ਹਾਊਸ ਸੈਸ਼ਨ ਦੇ ਵਿੱਚ ਨਹੀਂ ਹੈਗਾ, ਅਸੀਂ ਕੀ ਲੈ ਕੇ ਆਏ ਸੀ ਬੱਚੇ, ਆਰਡੀਨੈਂਸ ਲੈ ਕੇ ਆਏ ਸੀਗੇ। ਠੀਕ ਹੈ, ਤਾਂ ਸੇਮ ਚੀਜ਼ ਇੱਥੇ ਬੱਚੇ ਕਿ ਅਗਰ SLC ਹਾਊਸ ਨਹੀਂ ਹੈਗੀ ਰਾਜੇ ਸੈਸ਼ਨ ਦੇ ਵਿੱਚ, ਜਾਂ SLA ਨਹੀਂ ਹੈਗੀ, ਜਾਂ ਦੋਨੋਂ ਨਹੀਂ ਹੈਗੀਆਂ, ਤਾਂ ਉਸ ਕੇਸ ਦੇ ਵਿੱਚ ਗਵਰਨਰ ਆਪਣੇ ਆਰਡੀਨੈਂਸ ਇਸ਼ੂ ਕਰ ਸਕਦੇ ਨੇ। ਠੀਕ ਹੈ, ਆਰਟੀਕਲ ਕਿਹੜਾ ਬੱਚੇ, ਆਰਟੀਕਲ ਹੈਗਾ 213। ਪਹਿਲਾਂ ਕਿਹੜਾ ਸੀ ਜੇ ਬੱਚੇ ਕੇਂਦਰ ਦੇ ਵਿੱਚ ਪ੍ਰੈਜ਼ੀਡੈਂਟ ਅੰਡਰ ਆਰਟੀਕਲ 123 ਆਰਡੀਨੈਂਸ ਇਸ਼ੂ ਕਰਦੇ ਸੀ, ਔਰ ਗਵਰਨਰ ਅੰਡਰ ਆਰਟੀਕਲ 213 ਆਪਣਾ ਆਰਡੀਨੈਂਸ ਇਸ਼ੂ ਕਰਦੇ ਨੇ। ਠੀਕ ਹੈ, ਤਾਂ ਰਾਜੇ ਯਾਦ ਕਰਨਾ ਵੀ ਸੌਖਾ ਹੈ, 123 ਵੀ ਯਾਦ ਕਰਨਾ ਸੌਖਾ ਹੈ। ਫਿਰ ਹੁਣ ਇਹ ਤੋਂ ਆਪਾਂ 213 ਯਾਦ ਕਰ ਸਕਦੇ ਹਾਂ, ਜਾਂ ਤਾਂ ਤੁਸੀਂ ਡਿਜਿਟਸ ਨੂੰ ਇੰਟਰਚੇਂਜ ਕਰ ਲਓ ਬੱਚੇ ਵੀ ਇੱਧਰ ਆ ਗਿਆ 1, ਜਾਂ ਫਿਰ ਤੁਸੀਂ ਕਰ ਲਓ +90। ਠੀਕ ਹੈ, ਵੀ ਕੇਂਦਰ ਦੇ ਆਰਟੀਕਲ ਦੇ ਨਾਲ +90 ਕਰਕੇ ਆਪਣਾ 213 ਬਣ ਰਿਹਾ ਇੱਥੇ। ਠੀਕ ਹੈ, ਜਾਂ ਫਿਰ ਸਿੰਪਲੀ ਡਿਜਿਟਸ ਨੂੰ ਤੁਸੀਂ ਇੰਟਰਚੇਂਜ ਕਰ ਲਓ ਕਿ ਹਾਂਜੀ ਪਹਿਲਾਂ 1 2 3 ਸੀਗਾ, ਫਿਰ 2 1 3 ਹੈ, ਬਸ ਇਹ ਚੀਜ਼ ਹੈ। ਠੀਕ ਹੈ, ਤਾਂ ਇਹ ਗੱਲ ਹੋਈ ਬੱਚੇ ਆਪਣੇ ਸਟੇਟ ਲੈਜਿਸਲੇਚਰ ਦੇ ਪ੍ਰੋਸੀਜਰ ਦੀ। ਹੁਣ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੇਖ ਲੈਣੇ ਆਪਾਂ ਕਿ ਕੋਈ ਵੀ ਬਿੱਲ ਜਿਹੜਾ ਕਿਵੇਂ ਪਾਸ ਹੁੰਦਾ ਹੈਗਾ। ਠੀਕ ਹੈ, ਤਾਂ ਬਿੱਲ ਅਗੇਨ ਕਈ ਤਰ੍ਹਾਂ ਦੇ ਹੁੰਦੇ ਨੇ ਬੱਚੇ, ਆਪਾਂ ਪਹਿਲਾਂ ਗੱਲ ਕਰਦੇ ਹਾਂ ਆਰਡੀਨਰੀ ਬਿੱਲ ਦੀ। ਠੀਕ ਹੈ, ਇੱਕ ਸਧਾਰਨ ਬਿੱਲ ਕਿਵੇਂ ਪਾਸ ਹੁੰਦਾ ਹੈ, ਸਭ ਤੋਂ ਪਹਿਲਾਂ ਤਾਂ ਬੱਚੇ ਇੱਕ ਹਾਊਸ ਦੇ ਵਿੱਚ ਓਰੀਜੀਨੇਟ ਹੋਊਗਾ, ਬਿਲਕੁਲ ਹੋਊਗਾ। ਠੀਕ ਹੈ, ਚਾਹੇ ਤਾਂ ਹੋ ਸਕਦਾ ਹੈ ਆਪਾਂ ਮੰਨ ਕੇ ਚੱਲਦੇ ਹਾਂ SLA ਦੇ ਵਿੱਚ ਬਿੱਲ ਓਰੀਜੀਨੇਟ ਹੋ ਰਿਹਾ। ਠੀਕ ਹੈ ਜੀ, ਚਲੋ ਉਸ ਤੋਂ ਬਾਅਦ ਕੀ ਹੋਊਗਾ ਜੀ, ਬਿੱਲ ਦੂਜੇ ਹਾਊਸ 'ਚ ਬਿਲਕੁਲ ਜਾਊਗਾ ਜੀ। ਠੀਕ ਹੈ, ਬਿੱਲ ਦੂਜੇ ਹਾਊਸ ਦੇ ਵਿੱਚ ਜਾਊਗਾ। ਠੀਕ ਹੈ, ਯਾਨੀ ਕਿ SLC ਦੇ ਵਿੱਚ ਜਾਊਗਾ। ਉਸ ਤੋਂ ਬਾਅਦ ਕੀ ਹੈ ਬੱਚੇ, ਉਸ ਤੋਂ ਬਾਅਦ ਗਵਰਨਰ ਦਾ ਅਸੈਂਟ ਹੋਊਗਾ, ਇਹ ਵੀ ਬਿਲਕੁਲ ਠੀਕ ਹੈ ਜੀ, ਗਵਰਨਰ ਦਾ ਆਪਣਾ ਅਸੈਂਟ ਹੋਊਗਾ। ਠੀਕ ਹੈ, ਇਹ ਸੇਮ ਚੀਜ਼ ਆਪਾਂ ਨੇ ਬੱਚੇ ਕੇਂਦਰ ਦੇ ਵਿੱਚ ਵੀ ਪੜ੍ਹੀ ਹੈਗੀ, ਆਪਾਂ ਦੇਖ ਲੈਂਦੇ ਹਾਂ ਲੋਕ ਸਭਾ, ਰਾਜ ਸਭਾ ਐਂਡ ਪ੍ਰੈਜ਼ੀਡੈਂਟ। ਲੋਕ ਸਭਾ ਰਾਜ ਇੱਕ ਚੀਜ਼ ਸ਼ਾਇਦ ਆਪਾਂ ਸਕਿਪ ਕਰ ਗਏ,
ਜਿਹੜਾ ਸਮਨ ਵਾਲਾ ਸੀ ਬੱਚੇ, ਠੀਕ ਹੈ। ਦੇਖੋ ਇਹਦੇ ਵਿੱਚ ਆਪਣੇ ਇਹ ਮੈਂ ਸਕਿਪ ਤਾਂ ਵੀ ਕਰਦਾ ਸੀ ਕਿਉਂਕਿ ਪੜ੍ਹ ਚੁੱਕੇ ਆਪਾਂ। ਇਹਦੇ ਵਿੱਚ ਕੀ ਸੀ ਬੱਚੇ ਕਿ ਜਿਹੜਾ ਹਾਊਸ ਦਾ ਸੈਸ਼ਨ ਹੈ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਬਜਟ ਦੇ ਮੌਨਸੂਨ ਸੈਸ਼ਨ ਦੇ ਵਿੱਚ, ਦੇਖੋ ਇਨ ਜਨਰਲ ਤਾਂ ਸਿਰਫ ਮਹੀਨੇ ਜਾਂ 2 ਮਹੀਨੇ ਦਾ ਗੈਪ ਹੁੰਦਾ ਹੈ ਬਜਟ ਸੈਸ਼ਨ, ਮੌਨਸੂਨ ਸੈਸ਼ਨ ਜਾਂ ਕਿਸੇ ਵੀ 2 ਸੈਸ਼ਨ ਦੇ ਵਿੱਚ, ਬਜਟ ਟੂ ਮੌਨਸੂਨ, ਮੌਨਸੂਨ ਟੂ ਵਿੰਟਰ ਜਾਂ ਵਿੰਟਰ ਟੂ ਫੇਅਰ ਅਗੇਨ ਬਜਟ, ਤਾਂ ਕਿਸੇ ਵੀ 2 ਸੈਸ਼ਨ ਦੇ ਵਿੱਚ ਮੈਕਸਿਮਮ ਜਿਹੜਾ ਗੈਪ ਹੈ ਬੱਚੇ ਉਹ 6 ਮਹੀਨਿਆਂ ਦਾ ਹੋ ਸਕਦਾ ਹੈ। ਇਨ ਜਨਰਲ ਤਾਂ 1-2 ਮਹੀਨਿਆਂ ਦਾ ਹੀ ਹੁੰਦਾ ਹੈਗਾ, ਬਟ ਵੱਧੋ ਵੱਧ 6 ਮਹੀਨਿਆਂ ਦਾ ਹੋ ਸਕਦਾ ਹੈ। ਇਹ ਚੀਜ਼ ਆਪਣੇ ਪਾਰਲੀਮੈਂਟ ਦੇ ਵਿੱਚ ਵੀ ਦੇਖੀ ਸੀ ਬੱਚੇ, ਠੀਕ ਹੈ। ਔਰ ਦੂਜੀ ਚੀਜ਼ ਵੀ ਇਹਨਾਂ ਹਾਊਸਸ ਨੂੰ ਐਟਲੀਸਟ 1 ਸਾਲ ਦੇ ਵਿੱਚ 2 ਵਾਰੀ ਤਾਂ ਮਿਲਣਾ ਹੀ ਪਊਗਾ, ਐਟਲੀਸਟ, ਠੀਕ ਹੈ। ਇਨ ਜਨਰਲ ਤਾਂ ਦੇਖੋ ਕਈ ਵਾਰ ਮਿਲਦੇ ਨੇ, ਬਟ ਐਟਲੀਸਟ 2 ਵਾਰੀ ਤਾਂ ਮਿਲਣਾ ਹੀ ਪਊਗਾ, ਚਾਹੇ ਕੁਛ ਮਰਜ਼ੀ ਹੋ ਜੇ, ਠੀਕ ਹੈ। ਇਹ ਸਾਡੇ ਸੰਵਿਧਾਨ ਦਾ ਪ੍ਰੋਵੀਜ਼ਨ ਹੈ ਬੱਚੇ, ਠੀਕ ਹੈ। ਇਹ ਦੋਨੇ ਚੀਜ਼ਾਂ ਆਪਾਂ ਕੇਂਦਰ ਦੇ ਵਿੱਚ ਵੀ ਪੜ੍ਹ ਕੇ ਆਏ ਹਾਂ, ਠੀਕ ਹੈ ਜੀ। ਚਲੋ ਤਾਂ ਕੰਟੀਨਿਊ ਕਰਦੇ ਬੱਚੇ ਆਪਣਾ ਲਾਅ ਮੇਕਿੰਗ ਦਾ ਪ੍ਰੋਸੈਸ, ਠੀਕ ਹੈ। ਤਾਂ ਹੁਣ ਇੱਥੇ ਕੀ ਸੀ ਬੱਚੇ, ਲੋਕ ਸਭਾ ਨੇ ਪਾਸ ਕਰਤਾ, ਰਾਜ ਸਭਾ ਨੇ ਕਰਤਾ, ਪ੍ਰੈਜ਼ੀਡੈਂਟ ਨੇ ਸਾਈਨ ਕਰਤੇ, ਆਪਣਾ ਲਾਅ ਬਣ ਗਿਆ, ਠੀਕ ਹੈ ਜੀ। ਹੁਣ ਇਮੈਜਿਨ ਕਰੋ ਬੱਚੇ ਕੋਈ ਬਿੱਲ ਸੀ ਜਿਹੜਾ ਲੋਕ ਸਭਾ ਦੇ ਵਿੱਚ ਪੇਸ਼ ਹੋਇਆ, ਠੀਕ ਹੈ ਜੀ, ਇਹਨਾਂ ਨੇ ਪਾਸ ਕਰਤਾ, ਠੀਕ ਹੈ ਜੀ, ਬਟ ਅੱਗੇ ਜਾ ਕੇ ਰਾਜ ਸਭਾ ਨੇ ਬਲੌਕ ਕਰਤਾ ਵੀ ਰਾਜ ਸਭਾ ਨੇ ਪਾਸ ਨਹੀਂ ਕੀਤਾ ਹੈਗਾ, ਠੀਕ ਹੈ। ਹੁਣ ਮੈਨੂੰ ਦੱਸੋ ਤੁਸੀਂ, ਜੇ ਰਾਜ ਸਭਾ ਨੇ ਪਾਸ ਨਹੀਂ ਕੀਤਾ, ਸਾਡੇ ਕੋਲੇ ਕੋਈ ਰਾਜੇ ਹੱਲ ਹੈਗਾ ਇਸ ਚੀਜ਼ ਦਾ, ਠੀਕ ਹੈ ਵੀ ਹੁਣ ਕੀ ਕਰੀਏ। ਹੁਣ ਦੇਖੋ ਆਪਾਂ ਨੂੰ ਪਤਾ ਹੈ ਦੋਨੇ ਹਾਊਸਿਸ ਦਾ ਬਿੱਲ ਪਾਸ ਕਰਨਾ ਜ਼ਰੂਰੀ ਹੈ, ਫਿਰ ਹੀ ਆਪਣਾ ਲਾਅ ਬਣੇਗਾ, ਠੀਕ ਹੈ। ਦੈਟ ਮੀਨਸ ਅਗਰ ਰਾਜ ਸਭਾ ਨੇ ਇੱਥੇ ਬਿੱਲ ਨਾ ਪਾਸ ਕੀਤਾ ਤਾਂ ਆਪਣਾ ਇੱਥੇ ਡੈਡ ਲੋਕ ਕ੍ਰੀਏਟ ਹੋ ਜਾਊਗਾ, ਠੀਕ ਹੈ, ਡੈਡ ਲੋਕ ਕ੍ਰੀਏਟ ਹੋ ਜਾਊਗਾ। ਔਰ ਅਸੀਂ ਇਹ ਵੀ ਦੇਖਿਆ ਸੀ ਅਗਰ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਤਾਂ ਸਾਡੇ ਕੋਲ ਇੱਕ ਪ੍ਰੋਵੀਜ਼ਨ ਹੈਗੀ ਹੈ ਕਾਹਦੀ ਜੀ, ਜੁਆਇੰਟ ਸੀਟਿੰਗ ਦੀ, ਠੀਕ ਹੈ। ਆਰਟੀਕਲ ਕਿਹੜਾ ਸੀ ਜੀ ਜੁਆਇੰਟ ਸੀਟਿੰਗ ਦਾ, ਆਰਟੀਕਲ 108, ਕਿਉਂਕਿ ਇਕੱਠੇ ਬੈਠ ਕੇ ਸਾਰੇ ਦੋਨੇ ਹਾਊਸਿਸ ਇਕੱਠੇ ਬੈਠ ਕੇ ਮਾਲਾ ਜਪਦੇ ਨੇ। ਕੀ ਪਰਪਸ ਸੀ ਬੱਚੇ ਜੁਆਇੰਟ ਸੀਟਿੰਗ ਦਾ, ਵੀ ਅਸੀਂ ਜਦੋਂ ਇਕੱਠੇ ਬੈਠਾਂਗੇ ਨਾ ਅਸੀਂ ਸੋਲੂਸ਼ਨ ਕਰ ਲਾਂਗੇ। ਦੇਖੋ ਹੁਣ ਰਾਜ ਸਭਾ ਲੋਕ ਸਭਾ ਨੇ ਪਾਸ ਕਰਤਾ, ਮਤਲਬ ਲੋਕ ਸਭਾ ਨੂੰ ਠੀਕ ਲੱਗੀ ਚੀਜ਼, ਰਾਜ ਸਭਾ ਨੇ ਪਾਸ ਨਹੀਂ ਕੀਤਾ, ਰਾਜ ਸਭਾ ਨੂੰ ਚੀਜ਼ ਠੀਕ ਨਹੀਂ ਲੱਗੀ ਹੈਗੀ, ਤਾਂ ਜਦੋਂ ਅਸੀਂ ਇਕੱਠੇ ਬੈਠਾਂਗੇ ਨਾ ਅਸੀਂ ਆਪਣੇ ਜਿਹੜੇ ਪ੍ਰੋਬਲਮਸ ਨੇ ਉਹ ਡਿਸਕਸ ਕਰ ਸਕਦੇ ਹਾਂ। ਲੋਕ ਸਭਾ ਰਾਜ ਸਭਾ ਨੂੰ ਮਨਾ ਸਕਦੀ ਹੈ ਵੀ ਸਰ ਕੀ ਗੱਲ ਹੈ, ਕੀ ਦਿੱਕਤ ਹੈ, ਤੁਹਾਨੂੰ ਕੀ ਪ੍ਰੋਬਲਮ ਲੱਗ ਰਹੀ ਹੈ ਬਿੱਲ ਦੇ ਵਿੱਚ, ਠੀਕ ਹੈ। ਤਾਂ ਮਤਲਬ ਆਪਾਂ ਕੀ ਹੈ ਇੱਕ ਦੂਸਰੇ ਨਾਲ ਆਪਣੇ ਵਿਊਜ਼ ਐਕਸਚੇਂਜ ਕਰ ਸਕਦੇ ਹਾਂ, ਠੀਕ ਹੈ, ਜੁਆਇੰਟ ਸੀਟਿੰਗ ਦੇ ਵਿੱਚ ਇਹ ਚੀਜ਼ ਸੀਗੀ। ਅਤੇ ਮਤਲਬ ਰਾਜ ਸਭਾ ਇੰਨਾ ਕਿ ਇੰਪੋਰਟੈਂਟ ਹਾਊਸ ਸੀਗਾ ਵੀ ਅਗਰ ਇਹਨਾਂ ਨੇ ਬਿੱਲ ਪਾਸ ਨਹੀਂ ਕੀਤਾ ਤਾਂ ਆਪਣਾ ਲਾਅ ਨਹੀਂ ਬਣ ਸਕਦਾ, ਔਰ ਇਹਨਾਂ ਨੂੰ ਮਨਾਉਣਾ ਬਹੁਤ ਜ਼ਰੂਰੀ ਸੀਗਾ, ਠੀਕ ਹੈ, ਅਗਰ ਬਿੱਲ ਪਾਸ ਕਰਵਾਉਣਾ ਹੈਗਾ, ਠੀਕ ਹੈ। ਇਸੇ ਕਰਕੇ ਆਪਾਂ ਇਕੱਠੇ ਬੈਠੇ ਸੀਗੇ, ਇਸੇ ਕਰਕੇ ਆਪਣੇ ਜੁਆਇੰਟ ਸੀਟਿੰਗ ਕੀਤੀ ਸੀਗੀ। ਹੁਣ ਆਪਾਂ ਗੱਲ ਕਰਦੇ ਹਾਂ ਬੱਚੇ ਸਟੇਟ ਅਸੈਂਬਲੀ ਦੀ। ਇੱਕ ਚੀਜ਼ ਤੁਸੀਂ ਧਿਆਨ ਦੇਣੀ ਹੈ ਬੱਚੇ, ਸਟੇਟ ਦੇ ਵਿੱਚ ਜਿਹੜਾ SLC ਹੈ ਨਾ ਇਹ ਜਸਟ ਇੱਕ ਬੜਾ ਹੀ ਵਾਧੂ ਜਿਹਾ ਹਾਊਸ ਹੈਗਾ, ਠੀਕ ਹੈ। ਇਹਦੀ ਕੋਈ ਬਹੁਤ ਹੀ ਰਿਕੁਆਇਰਮੈਂਟ ਨਹੀਂ ਹੈਗੀ। ਤੁਸੀਂ ਇਮੈਜਿਨ ਕਰੋ ਪੰਜਾਬ ਦੇ ਵਿੱਚ SLC ਹੈ ਨਹੀਂ, ਪੰਜਾਬ ਦੇ ਵਿੱਚ ਸਿਰਫ SLA ਹੈ, SLC ਨਹੀਂ ਹੈਗੀ, ਤਾਂ ਕੀ ਪੰਜਾਬ ਦੇ ਵਿੱਚ ਕੋਈ ਕੰਮ ਘੱਟ ਹੁੰਦਾ ਹੈਗਾ, ਠੀਕ ਹੈ। ਬਿਹਾਰ ਦੇ ਵਿੱਚ SLC ਹੈਗੀ ਹੈ, ਕੀ ਉਹ ਕੋਈ ਜ਼ਿਆਦਾ ਕੰਮ ਕਰਦੇ ਨੇਗੇ, ਠੀਕ ਹੈ, ਨਹੀਂ। ਮਤਲਬ ਕੀ ਹੈ SLC ਹੈਗੀ ਹੈ ਤਾਂ ਵੀ ਠੀਕ ਹੈ, ਨਹੀਂ ਹੈਗੀ ਤਾਂ ਵੀ ਠੀਕ ਹੈ, ਕੰਮ ਤਾਂ ਹੋ ਹੀ ਜਾਣਾ ਹੈਗਾ, ਠੀਕ ਹੈ। ਬਟ ਕੀ ਇਹ ਚੀਜ਼ ਟਰੂ ਹੈ ਬੱਚੇ ਪਾਰਲੀਮੈਂਟ ਦੇ ਵਿੱਚ? ਨਹੀਂ, ਪਾਰਲੀਮੈਂਟ ਦੇ ਵਿੱਚ ਤਾਂ ਰਾਜ ਸਭਾ ਡੈਫੀਨੇਟਲੀ ਹੋਣੀ ਚਾਹੀਦੀ ਹੈ, ਫਿਰ ਹੀ ਕੰਮ ਹੋਊਗਾ, ਠੀਕ ਹੈ, ਕਿਉਂਕਿ ਇੱਕੋ ਹੀ ਪਾਰਲੀਮੈਂਟ ਹੈ ਔਰ ਇੱਕੋ ਹੀ ਪ੍ਰੋਸੀਜਰ ਹੈਗਾ, ਠੀਕ ਹੈ। ਤਾਂ ਇੱਥੇ ਤਾਂ ਰਾਜ ਸਭਾ ਦੀ ਮਸਟ ਹੋਣੀ ਹੀ ਚਾਹੀਦੀ ਸੀਗੀ। ਬਟ ਸਟੇਟ ਦੇ ਵਿੱਚ ਕਿਉਂਕਿ ਆਪਾਂ ਦੇਖ ਰਹੇ ਹਾਂ ਕਈ ਸਟੇਟ ਦੇ ਵਿੱਚ ਹੈਗੀ ਹੈ, ਕਈ ਦੇ ਵਿੱਚ ਨਹੀਂ, ਦੈਟ ਮੀਨਸ ਉਹ ਬਹੁਤ ਜ਼ਰੂਰੀ ਚੀਜ਼ ਨਹੀਂ ਹੈਗੀ ਉਹ, ਠੀਕ ਹੈ। ਜੇ ਬਹੁਤ ਜ਼ਰੂਰੀ ਹੁੰਦੀ ਤਾਂ ਹਰ ਸਟੇਟ ਦੇ ਵਿੱਚ ਹੋਣੀ ਸੀਗੀ, ਠੀਕ ਹੈ। ਤਾਂ ਮਤਲਬ ਬਹੁਤ ਜ਼ਰੂਰੀ ਚੀਜ਼ ਇਹ ਨਹੀਂ ਹੈਗੀ। ਹੁਣ ਇੱਥੋਂ ਆਪਾਂ ਕੀ ਯਾਦ ਰੱਖਣਾ ਹੈ, ਆਪਾਂ ਨੇ ਯਾਦ ਰੱਖਣਾ ਹੈ ਵੀ SLC ਇੱਕ ਜਸਟ ਵਾਧੂ ਜਿਹਾ ਹਾਊਸ ਹੈਗਾ, ਠੀਕ ਹੈ, ਨਹੀਂ ਹੈਗਾ ਤਾਂ ਵੀ ਠੀਕ ਹੈ। ਤਾਂ ਹੁਣ ਇਸੇ ਕਰਕੇ, ਇਸੇ ਲੌਜਿਕ ਕਰਕੇ ਅਸੀਂ ਕਹਿ ਤਾਂ ਦਿੰਦੇ ਹਾਂ ਵੀ ਕੰਪੇਅਰੇਬਲ ਹੈ, ਵੀ SLA ਹੈ ਜਿਹੜਾ ਉਹ ਲੋਕ ਸਭਾ ਨਾਲ ਕੰਪੇਅਰੇਬਲ ਹੈ, SLC ਜਿਹੜਾ ਹੈ ਉਹ ਰਾਜ ਸਭਾ ਨਾਲ ਕੰਪੇਅਰੇਬਲ ਹੈ, ਠੀਕ ਹੈ। ਠੀਕ ਹੈ, ਕੁਛ ਹੱਦ ਤੱਕ ਇਹ ਗੱਲ ਠੀਕ ਹੈ, ਬਟ ਬਹੁਤ ਹੱਦ ਤੱਕ ਨਹੀਂ ਹੈਗੀ। ਉਹਦਾ ਕਾਰਨ ਕੀ ਹੈ, ਰਾਜ ਸਭਾ ਕੋਲ ਤਾਂ ਬਹੁਤ ਜ਼ਿਆਦਾ ਪਾਵਰਸ ਸੀਗੀਆਂ, ਠੀਕ ਹੈ। ਈਵਨ ਜੇ ਬਿੱਲ ਨੂੰ ਨਾ ਪਾਸ ਕਰੇ ਤਾਂ ਨਹੀਂ ਪਾਸ ਹੋਊਗਾ ਬਿੱਲ, ਬਟ SLC ਕੋਲੇ ਬੜੀਆਂ ਹੀ ਲਿਮਿਟਡ ਪਾਵਰਸ ਨੇ। ਆਪਾਂ ਦੇਖਦੇ ਕਿਵੇਂ, ਹੁਣ ਮੰਨ ਲਓ ਬੱਚੇ SLA ਨੇ ਬਿੱਲ ਪਾਸ ਕਰਤਾ, ਬਿੱਲ ਗਿਆ ਜੀ SLC ਕੋਲੇ। ਹੁਣ SLC ਕੋਲੇ ਵੱਧੋ ਵੱਧ ਕੀ ਕੰਮ ਕਰ ਸਕਦਾ ਬੱਚੇ, 3 ਮਹੀਨੇ ਵੱਧੋ ਵੱਧ ਆਪਣੇ ਕੋਲ ਰੱਖ ਸਕਦੀ ਹੈ, ਠੀਕ ਹੈ। 3 ਮਹੀਨੇ ਆਪਣੇ ਕੋਲ ਇਹ ਬਿੱਲ ਨੂੰ ਰੱਖ ਸਕਦੇ ਨੇ, ਡਿਬੇਟ ਕਰਨਗੇ, ਘੋਖ ਪੜਤਾਲ ਕਰਨਗੇ, ਡਿਸਕਸ਼ਨਸ ਕਰਨਗੇ, ਸਾਰਾ ਕੁਝ ਕਰਨਗੇ, ਠੀਕ ਹੈ। ਵੱਧੋ ਵੱਧ 3 ਮਹੀਨੇ ਰੱਖ ਕੇ ਇਹ ਕੀ ਕਰ ਸਕਦੇ ਨੇ, ਇੱਕ ਵਾਰੀ ਇਹ ਜਿਹੜਾ ਬਿੱਲ ਹੈ ਇਹ SLA ਕੋਲ ਦੁਬਾਰਾ ਭੇਜ ਦੇਣਗੇ ਕਿ ਇੱਕ ਵਾਰੀ ਸਰ ਤੁਸੀਂ ਦੁਬਾਰਾ ਦੇਖ ਲਓ ਕਿ ਕੁਝ ਮੈਨੂੰ ਠੀਕ ਨਹੀਂ ਲੱਗਿਆ ਹੈਗਾ। ਦੇਖੋ ਇਨ ਜਨਰਲ ਤਾਂ ਪ੍ਰੈਜ਼ੀਡੈਂਟ ਭੇਜਦਾ ਹੁੰਦਾ ਸੀਗਾ, ਠੀਕ ਹੈ, ਹਾਲੇ ਗਵਰਨਰ ਨਹੀਂ ਭੇਜ ਰਿਹਾ, ਧਿਆਨ ਦੇਣਾ। ਦੂਜਾ ਹਾਊਸ SLC SLA ਕੋਲੇ ਭੇਜ ਰਹੀ ਹੈ ਵੀ ਕੁਛ ਸਾਨੂੰ ਕੋਈ ਦਿੱਕਤ ਲੱਗ ਰਹੀ ਹੈ। ਹੁਣ SLA ਬੱਚੇ ਕਿਉਂਕਿ ਇਹ ਵਾਧੂ ਹਾਊਸ ਹੈ ਤਾਂ SLA ਰਾਜੇ ਹੋ ਸਕਦਾ ਇਹਨਾਂ ਨੂੰ ਤਵੱਜੋ ਦੇ ਦੇਣ ਜਾਂ ਹੋ ਸਕਦਾ ਨਾ ਵੀ ਦੇਣ, ਤਾਂ SLA ਦੀ ਮਰਜ਼ੀ ਹੈ SLC ਨੂੰ ਤਵੱਜੋ ਦੇਣੀ ਹੈ ਕਿ ਨਹੀਂ ਦੇਣੀ ਹੈ। ਜੋ ਮਤਲਬ ਰეკਮੈਂਡੇਸ਼ਨ SLC ਕਰ ਰਹੀ ਹੈ ਬਿੱਲ ਦੇ ਵਿੱਚ, ਹੁਣ SLA ਨੇ ਮੰਨਣੀਆਂ ਨੇ ਕਿ ਨਹੀਂ ਮੰਨਣੀਆਂ ਇਹ ਹੁਣ SLA ਡਿਪੈਂਡ ਕਰਦਾ ਹੈਗਾ, ਠੀਕ ਹੈ। ਤਾਂ ਹੁਣ SLA ਜਾਂ ਤਾਂ ਮੰਨ ਕੇ ਕਰ ਸਕਦਾ ਹੈ ਇਹ ਗੱਲਾਂ ਵੀ ਹਾਂਜੀ ਜੋ SLC ਨੇ ਕਹੀ ਹੈ, ਜਾਂ ਫਿਰ ਬਿਨਾਂ ਮੰਨੇ ਹੀ ਜੋ ਪਹਿਲਾਂ ਭੇਜਿਆ ਸੀ ਉਹੀ ਬਿੱਲ ਦੁਬਾਰਾ ਭੇਜ ਸਕਦਾ ਵੀ ਨਹੀਂ ਇਹੀ ਗੱਲ ਹੈ ਤੁਸੀਂ ਪਾਸ ਕਰੋ ਚੁੱਪ ਕਰਕੇ, ਠੀਕ ਹੈ। ਤਾਂ ਹੁਣ ਇਸ ਕੇਸ ਦੇ ਵਿੱਚ ਵੱਧੋ ਵੱਧ ਦੇਖੋ 3 ਮਹੀਨੇ ਪਹਿਲਾਂ ਸੀਗਾ, ਵੱਧੋ ਵੱਧ 1 ਮਹੀਨਾ ਹੋਰ, ਵੱਧੋ ਵੱਧ 1 ਮਹੀਨਾ ਹੋਰ ਜਿਹੜਾ ਕੀ ਹੈ
ਇਹ SLC ਜਿਹੜੀ ਹੈ ਬਿੱਲ ਨੂੰ ਡਿਲੇ ਕਰ ਸਕਦੀ ਹੈ। ਜਦੋਂ ਬੱਚੇ 4 ਮਹੀਨੇ ਹੋ ਜਾਂਦੇ ਨੇ, 3 ਮਹੀਨੇ ਪਹਿਲੀ ਵਾਰ 'ਚ, 1 ਮਹੀਨਾ ਫਿਰ ਦੂਜੀ ਵਾਰ 'ਚ, ਜਦੋਂ 4 ਮਹੀਨੇ ਪੂਰੇ ਹੋ ਜਾਂਦੇ ਨੇ ਬਿੱਲ ਆਟੋਮੈਟਿਕਲੀ ਮੰਨਿਆ ਜਾਊਗਾ ਕਿ ਪਾਸ ਹੋ ਗਿਆ, ਠੀਕ ਹੈ। ਚਾਹੇ ਤਾਂ ਇਹਨਾਂ ਨੇ ਪਾਸ ਕੀਤਾ ਵੋਟਾਂ ਪਾ ਕੇ, ਚਾਹੇ ਨਹੀਂ ਕੀਤਾ, 4 ਮਹੀਨੇ ਹੋਣ ਤੋਂ ਬਾਅਦ ਇਹ ਮੰਨਿਆ ਜਾਊ ਆਟੋਮੈਟਿਕਲੀ ਬਿੱਲ ਪਾਸ ਹੋ ਗਿਆ। ਦੈਟ ਮੀਨਸ ਇਹਨਾਂ ਕੋਲੇ ਕੋਈ ਬਹੁਤ ਹੀ ਜ਼ਿਆਦਾ ਪਾਵਰ ਨਹੀਂ ਹੈਗੀ। ਜਿਵੇਂ ਰਾਜ ਸਭਾ ਵਿੱਚ ਬਲੌਕ ਕਰ ਰਹੀ ਸੀ ਬਿੱਲ ਨੂੰ, ਠੀਕ ਹੈ, ਉਹ ਬਲੌਕ ਕਰਨ ਦੀ ਸ਼ਮਤਾ ਇਹਦੇ ਕੋਲ ਨਹੀਂ ਹੈਗੀ। ਇਹ ਵੱਧੋ ਵੱਧ 4 ਮਹੀਨੇ ਡਿਲੇ ਕਰ ਸਕਦਾ ਆਰਡੀਨਰੀ ਬਿੱਲ ਨੂੰ, ਠੀਕ ਹੈ। ਆਪਾਂ ਗੱਲ ਕਰ ਰਹੇ ਹਾਂ ਬੱਚੇ ਸਧਾਰਨ ਬਿੱਲ ਦੀ, ਠੀਕ ਹੈ। ਤਾਂ ਹੁਣ ਜਦੋਂ 4 ਮਹੀਨੇ ਪੂਰੇ ਹੋ ਗਏ ਤਾਂ ਫਿਰ ਗਵਰਨਰ ਕੋਲ ਜਾਊਗਾ, ਗਵਰਨਰ ਆਪਣੇ ਸਾਈਨ ਵਗੈਰਾ ਕਰਨਗੇ। ਤਾਂ ਬਸ ਇੱਕ ਚੀਜ਼ ਹਮੇਸ਼ਾ ਧਿਆਨ 'ਚ ਰੱਖਣਾ ਆਪਣੇ, SLC ਜਸਟ ਇੱਕ ਵਾਧੂ ਹਾਊਸ ਹੈ, ਇਹਦੇ ਕੋਲੇ ਬੜੀਆਂ ਲਿਮਿਟਡ ਪਾਵਰਸ ਨਹੀਂ ਹੈ, ਠੀਕ ਹੈ, ਧਿਆਨ ਰੱਖਣਾ ਆਪਣੇ। ਚਲੋ ਤਾਂ ਕੀ ਕਰ ਰਹੇ ਬੱਚੇ, ਜਦੋਂ ਬਿੱਲ ਸੈਕਿੰਡ ਹਾਊਸ ਦੇ ਵਿੱਚ ਜਾ ਰਿਹਾ ਉੱਥੇ ਮੈਕਸਿਮਮ 4 ਮਹੀਨਿਆਂ ਵਾਸਤੇ ਡਿਲੇ ਹੋ ਸਕਦਾ ਹੈਗਾ। ਔਰ ਕਿਉਂਕਿ ਬੱਚੇ SLC ਕੋਲੇ ਕੋਈ ਬਲੌਕ ਕਰਨ ਦੀ ਸ਼ਮਤਾ ਨਹੀਂ ਹੈਗੀ, ਠੀਕ ਹੈ। ਅਸੀਂ ਜੋ ਜੁਆਇੰਟ ਸੀਟਿੰਗ ਬੁਲਾਈ ਸੀ ਬੱਚੇ ਕੇਂਦਰ ਦੇ ਵਿੱਚ, ਕਿਉਂ ਬੁਲਾਈ ਸੀ? ਕਿਉਂਕਿ ਰਾਜ ਸਭਾ ਨੂੰ ਆਪਾਂ ਨੂੰ ਮਨਾਉਣਾ ਪੈ ਰਿਹਾ ਸੀਗਾ ਕਿ ਸਰ ਦੱਸੋ ਪਲੀਜ਼ ਕੀ ਪ੍ਰੋਬਲਮ ਹੈਗੀ, ਕਿਉਂਕਿ ਰਾਜ ਸਭਾ ਕੋਲੇ ਕਾਫੀ ਪਾਵਰਸ ਨਹੀਂ ਹੈ ਬਲੌਕ ਕਰਨ ਦੀਆਂ, ਬਟ SLC ਕੋਲੇ ਕੋਈ ਪਾਵਰਸ ਕਿਉਂਕਿ ਹੈ ਨਹੀਂ ਗੀਆਂ ਬਲੌਕ ਕਰਨ ਦੀਆਂ, ਤਾਂ ਸਾਨੂੰ ਇਹਨੂੰ ਮਨਾਉਣ ਦੀ ਵੀ ਕੋਈ ਲੋੜ ਨਹੀਂ ਹੈਗੀ, ਠੀਕ ਹੈ। ਨਹੀਂ ਪਾਸ ਕਰਦੇ ਨਾ ਕਰਨ ਦਿਓ, 4 ਮਹੀਨਿਆਂ ਬਾਅਦ ਤਾਂ ਬਿੱਲ ਪਾਸ ਹੋ ਹੀ ਜਾਣਾ ਹੈਗਾ, ਠੀਕ ਹੈ। ਤਾਂ ਕੋਈ ਮਨਾਉਣ ਦੀ ਲੋੜ ਨਹੀਂ, ਕਿਉਂਕਿ ਮਨਾਉਣ ਦੀ ਲੋੜ ਹੈ ਨਹੀਂ, ਦੈਟ ਇਜ਼ ਵਾਈ ਕੋਈ ਜੁਆਇੰਟ ਸੀਟਿੰਗ ਦੀ ਪ੍ਰੋਵੀਜ਼ਨ ਵੀ ਸਟੇਟ ਦੇ ਵਿੱਚ ਨਹੀਂ ਹੈਗੀ, ਠੀਕ ਹੈ। ਇਹ ਧਿਆਨ ਰੱਖਣਾ ਆਪਾਂ ਨੇ, ਠੀਕ ਹੈ ਜੀ। ਚਲੋ ਮੰਨ ਕੇ ਚੱਲਦੇ ਆਪਾਂ ਨੇ SLA ਨੇ ਵੀ ਪਾਸ ਕਰਤਾ, SLC ਨੇ ਵੀ ਪਾਸ ਕਰਤਾ, ਬਿੱਲ ਗਿਆ ਜੀ ਗਵਰਨਰ ਕੋਲੇ, ਠੀਕ ਹੈ, ਬਿੱਲ ਗਿਆ ਜੀ ਗਵਰਨਰ ਕੋਲੇ। ਹੁਣ ਗਵਰਨਰ ਕੋਲੇ ਕਿਹੜੇ ਕਿਹੜੇ ਆਪਸ਼ਨਸ ਨੇ ਜੀ ਕਿ ਬਿੱਲ ਨਾਲ ਕੀ ਕੁਝ ਕਰ ਸਕਦਾ ਹੈਗਾ, ਠੀਕ ਹੈ, ਇਹ ਆਪਾਂ ਦੇਖਣਾ ਹੈਗਾ। ਜੇ ਆਪਾਂ ਗੱਲ ਕਰੀਏ ਪ੍ਰੈਜ਼ੀਡੈਂਟ ਦੀ, ਪ੍ਰੈਜ਼ੀਡੈਂਟ ਕੋਲ ਕਿਹੜੇ ਕਿਹੜੇ ਆਪਸ਼ਨ ਸੀ ਬੱਚੇ? ਇੱਕ ਤਾਂ ਸੀਗਾ ਦੇਖੋ ਬਿੱਲ ਨੂੰ ਯੈਸ ਕਰ ਦੇ, ਬਿੱਲ ਨੂੰ ਹਾਂ ਦੇ ਦੇ। ਇੱਕ ਸੀਗਾ ਵੀ ਬਿੱਲ ਨੂੰ ਮਨਾ ਕਰ ਦੇ ਬੱਚੇ, ਮੈਂ ਸਾਈਨ ਨਹੀਂ ਕਰਦਾ। ਇੱਕ ਸੀਗਾ ਕਿ ਬਿੱਲ ਨੂੰ ਵਾਪਸ ਭੇਜ ਦੇ, ਠੀਕ ਹੈ, ਰੀਕਨਸੀਡਰੇਸ਼ਨ ਵਾਸਤੇ, ਕਿ ਜਿਹੜੇ ਹਾਊਸਸ ਨੇ ਇਹਨਾਂ ਕੋਲ ਹੀ ਵਾਪਸ ਭੇਜ ਦਿਓ ਕਿ ਹਾਊਸਸ ਤੁਸੀਂ ਇੱਕ ਵਾਰੀ ਬਿੱਲ ਨੂੰ ਦੁਬਾਰਾ ਦੇਖੋ। ਇਹ 3 ਆਪਸ਼ਨ ਸੀਗੇ ਆਪਣੇ ਕੋਲੇ ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ, ਠੀਕ ਹੈ। ਹੁਣ ਜੇ ਆਪਾਂ ਗੱਲ ਕਰੀਏ ਬੱਚੇ ਗਵਰਨਰ ਦੀ, ਗਵਰਨਰ ਦੇ ਕੇਸ ਦੇ ਵਿੱਚ ਕਿਹੜੇ ਕਿਹੜੇ ਆਪਸ਼ਨਸ ਹੈਗੇ? ਇੱਕ ਤਾਂ ਦੇਖੋ ਸੇਮ ਹੀ ਆ ਜਾਊਗਾ ਕਿ ਹਾਂਜੀ ਯੈਸ ਕਰ ਦੇਣਾ ਹੈਗਾ, ਠੀਕ ਹੈ, ਓਬਵੀਅਸਲੀ ਗੱਲ ਸਾਈਨ ਕਰਨ ਵਾਸਤੇ ਕਹਿ ਰਹੇ ਆਪਾਂ। ਇੱਕ ਕਹਿ ਸਕਦਾ ਗਵਰਨਰ ਮੈਂ ਸਾਈਨ ਨਹੀਂ ਕਰਦਾ, ਵਿਦ ਹੋਲਡ ਕਰਦਾ ਮੈਂ। ਇੱਕ ਬੱਚੇ ਅਗੇਨ ਹਾਊਸਸ ਦੇ ਵਿੱਚ ਦੁਬਾਰਾ ਭੇਜ ਸਕਦਾ ਹੈਗਾ, ਠੀਕ ਹੈ, ਗਵਰਨਰ ਇਹਨਾਂ ਹਾਊਸ ਦੇ ਵਿੱਚ ਬਿੱਲ ਨੂੰ ਦੁਬਾਰਾ ਭੇਜ ਸਕਦਾ, ਠੀਕ ਹੈ ਜੀ। ਇੱਕ ਹੋ ਸਕਦਾ ਬੱਚੇ, ਹੁਣ ਦੇਖੋ ਚੌਥੀ ਚੀਜ਼ ਹੈਗੀ, ਹੁਣ ਮੈਨੂੰ ਦੱਸੋ ਬੱਚੇ ਪ੍ਰੈਜ਼ੀਡੈਂਟ ਕੋਲੇ, ਪ੍ਰੈਜ਼ੀਡੈਂਟ ਦੇ ਉੱਪਰ ਕੋਈ ਹੈਗਾ? ਜੇ ਮੰਨ ਲਓ ਪ੍ਰੈਜ਼ੀਡੈਂਟ ਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਬਿੱਲ ਦੇ ਵਿੱਚ, ਤਾਂ ਕੀ ਪ੍ਰੈਜ਼ੀਡੈਂਟ ਕੋਲੇ ਕੋਈ ਉੱਪਰ ਹੈਗਾ ਵੀ ਆਪਣੇ ਬੌਸ ਨੂੰ ਦਿਖਾ ਲੂਗਾ ਵੀ ਸਰ ਦੇਖੋ ਮੈਨੂੰ ਸਮਝ ਨਹੀਂ ਆ ਰਹੀ? ਨਹੀਂ, ਤਾਂ ਮਤਲਬ ਪ੍ਰੈਜ਼ੀਡੈਂਟ ਕੋਲੇ ਉੱਪਰ ਕੋਈ ਨਹੀਂ ਹੈਗਾ। ਬਟ ਕੀ ਗਵਰਨਰ ਦੇ ਉੱਪਰ ਕੋਈ ਹੈਗਾ? ਬਿਲਕੁਲ ਹੈਗਾ ਜੀ, ਕਿਉਂਕਿ ਗਵਰਨਰ ਦਾ ਬੌਸ ਕੌਣ ਹੈ? ਪ੍ਰੈਜ਼ੀਡੈਂਟ ਹੈਗਾ, ਠੀਕ ਹੈ। ਪ੍ਰੈਜ਼ੀਡੈਂਟ ਹੀ ਗਵਰਨਰ ਨੂੰ ਅਪਾਇੰਟ ਕਰਦਾ, ਪ੍ਰੈਜ਼ੀਡੈਂਟ ਹੀ ਰਿਮੂਵ ਕਰ ਦਿੰਦਾ, ਠੀਕ ਹੈ। ਤਾਂ ਕੁੱਲ ਮਿਲਾ ਕੇ ਗਵਰਨਰ ਦਾ ਬੌਸ ਕੌਣ ਹੈ? ਪ੍ਰੈਜ਼ੀਡੈਂਟ ਹੈ। ਤਾਂ ਅਗਰ ਗਵਰਨਰ ਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ ਬਿੱਲ ਦੇ ਵਿੱਚ, ਤਾਂ ਉਹ ਕੀ ਕਰ ਸਕਦੇ? ਜਾਂ ਚੌਥਾ ਆਪਸ਼ਨ ਇੱਥੇ ਐਡ ਹੋ ਜਾਂਦਾ ਜੀ ਕਿ ਉਹ ਬਿੱਲ ਆਪਣੇ ਬੌਸ ਨੂੰ ਪ੍ਰੈਜ਼ੀਡੈਂਟ ਕੋਲੇ ਭੇਜ ਸਕਦੇ ਨੇ। ਗਵਰਨਰ ਆਪਣਾ ਬਿੱਲ, ਸਟੇਟ ਦਾ ਬਿੱਲ, ਧਿਆਨ ਦੇਣਾ, ਇਹ ਬਿੱਲ ਕਾਹਦਾ ਜੀ? ਇਹ ਪੰਜਾਬ ਦੀ ਅਸੈਂਬਲੀ ਦਾ ਬਿੱਲ ਹੈਗਾ, ਪੰਜਾਬ ਦੀ ਕਿਸੇ ਵੀ ਸਟੇਟ ਦੀ ਅਸੈਂਬਲੀ ਦਾ ਬਿੱਲ ਹੈ। ਅਤੇ ਉੱਥੇ ਰਾਜੇ ਇੱਕ ਹਾਊਸ ਨੇ ਪਾਸ ਕਰਤਾ, ਦੂਜੇ ਨੇ ਪਾਸ ਕਰਤਾ, ਫਿਰ ਗਵਰਨਰ ਕੋਲ ਗਿਆ। ਹੁਣ ਇਹ ਗਵਰਨਰ ਚਾਹੇ ਤਾਂ 3 ਆਪਸ਼ਨ ਇਹ ਵਾਲੇ ਚੂਜ਼ ਕਰ ਲਏ ਬੱਚੇ, ਜਾਂ ਫਿਰ ਇਸ ਬਿੱਲ ਨੂੰ ਪ੍ਰੈਜ਼ੀਡੈਂਟ ਦੀ ਕੰਸੀਡਰੇਸ਼ਨ ਵਾਸਤੇ ਰਿਜ਼ਰਵ ਰੱਖ ਸਕਦਾ ਹੈਗਾ ਕਿ ਹਾਂਜੀ ਮੈਂ ਤਾਂ ਪ੍ਰੈਜ਼ੀਡੈਂਟ ਨੂੰ ਦਿਖਾਊਂਗਾ ਮੈਂ, ਠੀਕ ਹੈ ਜੀ। ਤਾਂ ਇਹ ਚੌਥਾ ਆਪਸ਼ਨ ਐਡ ਹੋ ਗਿਆ ਬੱਚੇ। 4 ਆਪਸ਼ਨ ਨੇ ਗਵਰਨਰ ਦੇ ਕੇਸ ਦੇ ਵਿੱਚ, ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ ਸਿਰਫ 3 ਆਪਸ਼ਨ ਸੀਗੇ, ਠੀਕ ਹੈ। ਤਾਂ ਇੱਥੇ 4 ਆਪਸ਼ਨ ਹੋ ਗਏ ਆਪਣੇ ਕੋਲ। ਇਹ ਧਿਆਨ ਰੱਖਣਾ ਆਪਣੇ ਕਿ ਪ੍ਰੈਜ਼ੀਡੈਂਟ ਵਾਸਤੇ ਵੀ ਰਿਜ਼ਰਵ ਰੱਖ ਸਕਦਾ ਬਿੱਲ ਨੂੰ, ਠੀਕ ਹੈ ਜੀ। ਇਸ ਤੋਂ ਬਾਅਦ ਠੀਕ ਹੈ ਜੀ, ਫਿਰ ਹੁਣ ਅੱਗੇ ਪ੍ਰੈਜ਼ੀਡੈਂਟ ਡਿਸਾਈਡ ਕਰੂਗਾ ਕਿ ਮੈਨੇ ਕਰਨਾ ਕੀ ਕੁਛ ਹੈ। ਹੁਣ ਅੱਗੇ ਫਿਰ ਪ੍ਰੈਜ਼ੀਡੈਂਟ ਕੋਲ ਕਿਹੜੇ ਕਿਹੜੇ ਆਪਸ਼ਨ ਹੈਗੇ? ਦੇਖੋ ਬਿੱਲ ਕਿਹਦਾ ਜੀ? ਸਟੇਟ ਦਾ ਬਿੱਲ ਹੈ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਕੋਲ ਸੇਮ ਹੀ ਆਪਸ਼ਨਸ ਨੇ ਜੋ ਕੇਂਦਰ ਦੇ ਬਿੱਲ ਵਾਸਤੇ ਨੇਗੇ, ਠੀਕ ਹੈ ਜੀ। ਜਾਂ ਤਾਂ ਯੈਸ ਕਰ ਸਕਦਾ ਹੈ, ਜਾਂ ਨੋ ਕਰ ਸਕਦਾ ਹੈ, ਜਾਂ ਫਿਰ ਸਟੇਟ ਦੇ ਵਿੱਚ ਵਾਪਸ ਭੇਜ ਸਕਦਾ ਹੈ, ਠੀਕ ਹੈ। ਤਾਂ ਸੇਮ 3 ਆਪਸ਼ਨਸ ਨੇਗੇ ਜੋ ਕੇਂਦਰ ਵਾਲੇ ਬਿੱਲ ਵਾਸਤੇ ਨੇਗੇ, ਪਾਰਲੀਮੈਂਟ ਦੇ ਬਿੱਲ ਵਾਸਤੇ ਨੇਗੇ, ਠੀਕ ਹੈ ਜੀ। ਦੁਬਾਰਾ ਮੈਂ ਦੱਸਦਾ ਨਾ, ਦੇਖੋ ਇੱਕ ਹਾਊਸ ਨੇ ਪਾਸ ਕਰਤਾ, ਇਹ ਗੱਲ ਕਰ ਰਹੇ ਹਾਂ ਬੱਚੇ ਆਪਾਂ ਸਟੇਟ ਦੀ, ਧਿਆਨ ਰੱਖਣਾ ਸਟੇਟ ਦੀ ਗੱਲ ਕਰ ਰਹੇ ਹਾਂ, ਰਾਜ ਦੀ ਗੱਲ ਕਰ ਰਹੇ ਹਾਂ। ਇੱਕ ਹਾਊਸ ਨੇ ਪਾਸ ਕਰਤਾ, ਦੂਜੇ ਨੇ ਪਾਸ ਕਰਤਾ, ਫਿਰ ਗਵਰਨਰ ਕੋਲ ਗਿਆ। ਗਵਰਨਰ ਕੋਲ ਕਿਹੜੇ ਕਿਹੜੇ ਆਪਸ਼ਨਸ ਨੇ? ਯੈਸ ਕਰ ਸਕਦਾ ਹੈ, ਨੋ ਕਰ ਸਕਦਾ ਹੈ, ਵਾਪਸ ਭੇਜ ਸਕਦਾ ਹੈ, ਜਾਂ ਫਿਰ ਚੌਥਾ ਆਪਸ਼ਨ ਇੱਥੇ ਐਡ ਹੋ ਗਿਆ ਪ੍ਰੈਜ਼ੀਡੈਂਟ ਕੋਲੇ ਦਿਖਾ ਸਕਦਾ ਹੈਗਾ। ਹੁਣ ਪ੍ਰੈਜ਼ੀਡੈਂਟ ਕੀ ਕਰੂਗਾ? ਮੰਨ ਲਓ ਪੰਜਾਬ ਦਾ ਗਵਰਨਰ ਪ੍ਰੈਜ਼ੀਡੈਂਟ ਕੋਲੇ ਬਿੱਲ ਲੈ ਕੇ ਚਲਾ ਗਿਆ ਆਪਣੇ ਪੰਜਾਬ ਦਾ। ਹੁਣ ਪ੍ਰੈਜ਼ੀਡੈਂਟ ਕੀ ਕਰੂਗਾ? ਉਹ ਕਿਹੜਾ ਆਪਣੇ ਤਿਜੋਰੀ ਦੇ ਵਿੱਚ ਰੱਖ ਲੂਗਾ ਪਾ ਕੇ, ਠੀਕ ਹੈ, ਉਹ ਵੀ ਤਾਂ ਕੁਝ ਕਰੂਗਾ ਹੀ ਨਾ, ਵੀ ਜਾਂ ਤਾਂ ਸਾਈਨ ਕਰ ਦੂਗਾ ਜਾਂ ਨਹੀਂ ਕਰੂਗਾ। ਤਾਂ ਹੁਣ ਪ੍ਰੈਜ਼ੀਡੈਂਟ ਕੋਲ ਜਿਹੜੇ ਆਪਸ਼ਨ ਨੇ ਉਹ ਵਿੱਚ ਇਹ ਨੇਗੇ ਕਿ ਯੈਸ ਹਾਂਜੀ ਸਾਈਨ ਕਰ ਸਕਦਾ, ਨਹੀਂ ਵੀ ਕਰ ਸਕਦਾ, ਜਾਂ ਫਿਰ ਸਟੇਟ ਦੇ ਵਿੱਚ, ਕਿਉਂਕਿ ਬਿੱਲ ਕਾਹਦਾ ਜੀ? ਸਟੇਟ ਦਾ ਬਿੱਲ ਹੈ, ਤਾਂ ਸਟੇਟ ਦੇ ਵਿੱਚ ਹੀ ਦੁਬਾਰਾ ਬਿੱਲ ਨੂੰ ਵਾਪਸ ਭੇਜਿਆ ਜਾ ਸਕਦਾ ਹੈਗਾ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਕੋਲ ਇਹ 3 ਆਪਸ਼ਨਸ ਨੇਗੇ, ਠੀਕ ਹੈ ਜੀ, ਅਗੇਨ, ਠੀਕ ਹੈ ਜੀ, ਇਹ ਚੀਜ਼ ਹੈਗੀ। ਚਲੋ ਤਾਂ ਹੁਣ ਇੱਥੇ ਆਪਣਾ ਪ੍ਰੈਜ਼ੀਡੈਂਟ ਅਸੈਂਟ ਦੇ ਸਕਦਾ ਜਾਂ ਨਹੀਂ ਦੇ ਸਕਦਾ ਗਾ। ਨੈਕਸਟ ਬੱਚੇ ਆਪਾਂ ਗੱਲ ਕਰੀਏ ਮਨੀ ਬਿੱਲ ਦੀ, ਠੀਕ ਹੈ। ਮਨੀ ਬਿੱਲ ਦੀ ਆਪਾਂ ਗੱਲ ਕਰਦੇ ਹਾਂ। ਤਾਂ ਜਿਵੇਂ ਬੱਚੇ ਲੋਕ ਸਭਾ ਦੇ ਪਾਰਲੀਮੈਂਟ ਦੇ ਕੇਸ 'ਚ ਲੋਕ ਸਭਾ ਕੋਲ ਜ਼ਿਆਦਾ ਪਾਵਰ ਸੀਗੀਆਂ ਇਨ ਰਿਸਪੈਕਟ ਆਫ ਮਨੀ ਬਿੱਲ, ਠੀਕ ਹੈ, ਕੰਪੇਅਰ ਟੂ ਰਾਜ ਸਭਾ। ਰਾਜ ਸਭਾ ਕੋਲ ਬੜੀਆਂ ਲਿਮਿਟਡ ਪਾਵਰ ਸੀਗੀਆਂ। ਤਾਂ ਰਾਜੇ ਆਈ ਹੋਪ ਤੁਹਾਨੂੰ ਯਾਦ ਹੋਣਾ, ਠੀਕ ਹੈ। ਤਾਂ ਸੇਮ ਚੀਜ਼ਾਂ ਬੱਚੇ ਇੱਥੇ ਯੂਜ਼ ਹੋਣੀਆਂ ਨੇ। SLA ਕੋਲੇ ਬਹੁਤ ਜ਼ਿਆਦਾ ਪਾਵਰਸ ਨੇ SLC ਦੇ ਕੰਪੈਰੀਜ਼ਨ 'ਚ। ਦੇਖੋ ਆਪਾਂ ਤਾਂ ਆਰਡੀਨਰੀ ਬਿੱਲ ਦੇ ਵਿੱਚ ਹੀ ਕਹਿ ਰਹੇ ਹਾਂ
कि SLA ਕੋਲੇ ਬਹੁਤ ਜ਼ਿਆਦਾ ਪਾਵਰਸ ਨੇ ਕੰਪੇਅਰ ਟੂ SLC, ਠੀਕ ਹੈ। ਤਾਂ ਇਹ ਤਾਂ ਆਪਾਂ ਸਧਾਰਨ ਬਿੱਲ ਦੇ ਕੇਸ ਵਿੱਚ ਕਹਿ ਰਹੇ ਹਾਂ। ਮਨੀ ਬਿੱਲ ਦੇ ਕੇਸ ਵਿੱਚ ਤਾਂ ਦੇਖੋ ਡੈਫੀਨੇਟਲੀ ਹੋਣੀ ਸੀਗੀ, ਕਿਉਂਕਿ ਇਹ ਚੀਜ਼ ਤਾਂ ਕੇਂਦਰ ਦੇ ਵਿੱਚ ਵੀ ਲੋਕ ਸਭਾ ਕੋਲ ਜ਼ਿਆਦਾ ਪਾਵਰਸ ਨੇਗੀਆਂ, ਠੀਕ ਹੈ। ਮਨੀ ਬਿੱਲ ਦੇ ਕੇਸ 'ਚ ਸਭ ਤੋਂ ਪਹਿਲਾਂ ਕੀ ਹੈ ਬੱਚੇ, ਕਿ ਜਿਹੜਾ ਮਨੀ ਬਿੱਲ ਹੈ ਉਹ ਸਿਰਫ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ, ਠੀਕ ਹੈ। ਸਿਰਫ SLA ਦੇ ਵਿੱਚ ਹੀ ਮਨੀ ਬਿੱਲ ਜਿਹੜਾ ਪੇਸ਼ ਹੋ ਸਕਦਾ ਹੈਗਾ, ਠੀਕ ਹੈ, ਪਹਿਲੀ ਵਾਰ 'ਚ। ਫਿਰ ਜਾਊਗਾ ਜੀ SLC ਦੇ ਵਿੱਚ। ਇਹ ਚੀਜ਼ ਬੱਚੇ ਆਰਡੀਨਰੀ ਬਿੱਲ ਦੇ ਵਿੱਚ ਟਰੂ ਨਹੀਂ ਹੈਗੀ, ਯਾਨੀ ਕਿ ਆਰਡੀਨਰੀ ਬਿੱਲ ਜਿਹੜਾ ਹੈ ਇੱਦਾਂ ਵੀ ਸਟਾਰਟ ਹੋ ਸਕਦਾ ਹੈ। SLC ਨੇ ਪੇਸ਼ ਕੀਤਾ ਜੀ, ਫਿਰ ਗਿਆ ਜੀ SLA ਕੋਲੇ, ਠੀਕ ਹੈ। ਤਾਂ ਇੱਦਾਂ ਵੀ ਸਟਾਰਟ ਹੋ ਸਕਦਾ ਹੈਗਾ, ਇਹ ਧਿਆਨ ਰੱਖਣਾ ਆਪਾਂ ਨੇ। SLC ਦੇ ਵਿੱਚ ਵੀ ਇੱਕ ਸਧਾਰਨ ਬਿੱਲ ਇੰਟਰੋਡਿਊਸ ਕੀਤਾ ਜਾ ਸਕਦਾ ਹੈਗਾ, ਠੀਕ ਹੈ। ਬਟ ਮਨੀ ਬਿੱਲ ਸਿਰਫ ਔਰ ਸਿਰਫ SLA ਦੇ ਵਿੱਚ ਹੀ ਪੇਸ਼ ਹੋਊਗਾ, ਠੀਕ ਹੈ, SLA ਓਨਲੀ, ਠੀਕ ਹੈ ਜੀ। ਦੂਜਾ ਬੱਚੇ ਸਿਰਫ ਇੱਕ ਮੰਤਰੀ ਹੀ ਪੇਸ਼ ਕਰੂਗਾ, ਕੋਈ ਆਮ ਜਿਹੜਾ ਪ੍ਰਾਈਵੇਟ ਮੈਂਬਰ, ਜਿਹੜਾ ਪ੍ਰਾਈਵੇਟ MLA ਹੈ ਉਹ ਨਹੀਂ ਪੇਸ਼ ਕਰ ਸਕਦਾ, ਸਿਰਫ ਮਿਨਿਸਟਰ ਹੀ ਕਰੂਗਾ। ਇਹ ਚੀਜ਼ ਆਪਾਂ ਨੇ ਲੋਕ ਸਭਾ ਦੇ ਵਿੱਚ ਵੀ ਦੇਖੀ ਸੀਗੀ। ਚਲੋ ਜੀ SLA ਨੇ ਬਿੱਲ ਪੇਸ਼ ਹੋਇਆ ਜੀ, ਇਹਨਾਂ ਨੇ ਪਾਸ ਕਰਦਾ, ਠੀਕ ਹੈ ਜੀ। ਹੁਣ ਗਿਆ ਜੀ SLC ਕੋਲੇ। ਤਾਂ ਹੁਣ SLC ਕੋਲੇ ਅਗੇਨ ਬੱਚੇ ਲਿਮਿਟਡ ਪਾਵਰਸ ਨੇਗੀਆਂ, ਸੇਮ ਪਾਵਰਸ ਨੇ ਜੋ ਰਾਜ ਸਭਾ ਕੋਲੇ ਨੇਗੀਆਂ, ਠੀਕ ਹੈ। ਕਿਉਂਕਿ ਰਾਜ ਸਭਾ ਕੋਲੇ ਵੀ ਬੜੀਆਂ ਲਿਮਿਟਡ ਪਾਵਰ ਸੀਗੀਆਂ। ਕੀ ਸੀਗੇ ਜੀ, ਵੀ ਰਾਜ ਸਭਾ ਵੱਧੋ ਵੱਧ 14 ਦਿਨਾਂ ਵਾਸਤੇ ਬਿੱਲ ਨੂੰ ਡਿਲੇ ਕਰ ਸਕਦੀ ਹੈ, ਠੀਕ ਹੈ। ਤਾਂ ਹੁਣ 14 ਦਿਨਾਂ ਦੇ ਵਿੱਚ ਅਗਰ ਰਾਜ ਸਭਾ ਨੇ ਪਾਸ ਕਰਤਾ ਤਾਂ ਠੀਕ ਹੈ, ਅਗਰ ਨਹੀਂ ਕਰਤਾ ਤਾਂ ਆਟੋਮੈਟਿਕਲੀ ਪਾਸ ਸਮਝਿਆ ਜਾਊਗਾ, ਠੀਕ ਹੈ, ਕਿਉਂਕਿ ਰਾਜ ਸਭਾ ਕੋਲੇ ਬੜੀਆਂ ਲਿਮਿਟਡ ਪਾਵਰ ਸੀਗੀਆਂ ਇਨ ਕੇਸ ਆਫ ਮਨੀ ਬਿੱਲ। ਤਾਂ ਉਸੇ ਤਰ੍ਹਾਂ SLC ਦੇ ਵਿੱਚ ਬੱਚੇ ਤਾਂ ਇੱਕ ਸਧਾਰਨ ਬਿੱਲ ਨੂੰ ਵੱਧੋ ਵੱਧ 4 ਮਹੀਨਿਆਂ ਵਾਸਤੇ ਡਿਲੇ ਕਰ ਸਕਦੀ ਸੀਗੀ, ਇੱਕ ਮਨੀ ਬਿੱਲ ਨੂੰ ਸਿਰਫ ਔਰ ਸਿਰਫ ਅਗੇਨ 14 ਡੇਜ਼ ਵਾਸਤੇ ਡਿਲੇ ਕਰ ਸਕਦੀ ਹੈ, ਠੀਕ ਹੈ। ਤਾਂ ਕੀ ਹੈ ਬੱਚੇ, ਜਿਹੜੀ ਲੈਜਿਸਲੇਟਿਵ ਕਾਊਂਸਲ ਹੈ ਵੱਧੋ ਵੱਧ 14 ਦਿਨਾਂ ਵਾਸਤੇ ਉਸ ਬਿੱਲ ਨੂੰ ਡਿਲੇ ਕਰ ਸਕਦੀ ਹੈ, ਜਾਂ ਫਿਰ ਵੱਧੋ ਵੱਧ ਕੀ ਕਰ ਸਕਦੀ ਹੈ, ਕੁਛ ਰეკਮੈਂਡੇਸ਼ਨ ਦੇ ਸਕਦੀ ਹੈ SLA ਨੂੰ, ਠੀਕ ਹੈ। ਕਿ ਸਰ ਸਾਨੂੰ ਇਹ ਚੀਜ਼ ਠੀਕ ਲੱਗ ਰਹੀ ਹੈ, ਇਹ ਚੀਜ਼ ਗਲਤ ਲੱਗ ਰਹੀ ਹੈ, ਠੀਕ ਹੈ, ਕੁਛ ਰეკਮੈਂਡੇਸ਼ਨ ਦੇ ਸਕਦੀ ਹੈ। ਹੁਣ SLA ਦੀ ਮਰਜ਼ੀ ਹੈ ਇਹਨਾਂ ਸਲਾਹਾਂ ਨੂੰ ਮੰਨਣਾ ਕਿ ਨਹੀਂ ਮੰਨਣਾ ਹੈਗਾ, ਠੀਕ ਹੈ, ਇਹ ਧਿਆਨ ਦੇਣਾ ਆਪਾਂ ਨੇ, ਇਹਦੀ ਮਰਜ਼ੀ ਹੈਗੀ ਹੈ, ਠੀਕ ਹੈ। ਤਾਂ ਮਤਲਬ ਅਗੇਨ ਜੋ ਸਿਚੁਏਸ਼ਨ ਪਹਿਲਾਂ ਸੀ ਬੱਚੇ ਉਹੀ ਹੈਗੀ। ਰਾਜ ਸਭਾ ਵੀ ਕੁਛ ਸਲਾਹ ਦੇ ਸਕਦੀ ਸੀਗੀ ਲੋਕ ਸਭਾ ਨੂੰ, ਠੀਕ ਹੈ। ਲੋਕ ਸਭਾ ਦੀ ਮਰਜ਼ੀ ਸੀ ਉਹ ਸਲਾਹ ਮੰਨਣੀ ਹੈ ਕਿ ਨਹੀਂ ਮੰਨਣੀ ਹੈ, ਠੀਕ ਹੈ। ਤਾਂ ਮਤਲਬ ਕੀ ਹੈ, ਜਿਹੜਾ ਦੂਜਾ ਹਾਊਸ ਹੈ, ਚਾਹੇ SLC ਹੋਇਆ ਚਾਹੇ ਰਾਜ ਸਭਾ ਹੋਇਆ, ਉਹ ਨਾ ਤਾਂ ਬੱਚੇ ਬਿੱਲ ਨੂੰ ਰਿਜੈਕਟ ਕਰ ਸਕਦਾ ਹੈਗਾ, ਨਾ ਹੀ ਅਮੈਂਡ ਕਰ ਸਕਦਾ ਹੈ। ਵੱਧੋ ਵੱਧ ਦੋਨੇ ਹਾਊਸਿਸ ਰეკਮੈਂਡੇਸ਼ਨ ਦੇ ਸਕਦੇ ਨੇ, ਠੀਕ ਹੈ। ਰਾਜ ਸਭਾ ਜਾਂ SLC ਰეკਮੈਂਡੇਸ਼ਨ ਦੇ ਸਕਦੇ ਨੇ SLA ਤੇ ਲੋਕ ਸਭਾ ਨੂੰ, ਠੀਕ ਹੈ। ਹੁਣ ਲੋਕ ਸਭਾ ਜਾਂ SLA ਦੀ ਮਰਜ਼ੀ ਹੈ ਉਹ ਰეკਮੈਂਡੇਸ਼ਨ ਮੰਨਣੀ ਹੈ ਕਿ ਨਹੀਂ ਮੰਨਣੀ ਹੈ, ਠੀਕ ਹੈ ਜੀ। ਚਲੋ, ਤਾਂ ਹੁਣ ਬੱਚੇ ਉਦੋਂ ਬਾਅਦ ਤਾਂ ਮੰਨ ਕੇ ਚੱਲਦੇ ਆਪਾਂ ਨੇ SL ਨੇ ਪਾਸ ਕਰਤਾ, SLS ਨੇ ਪਾਸ ਕਰਤਾ। ਹੁਣ ਗਿਆ ਜੀ ਗਵਰਨਰ ਕੋਲੇ, ਠੀਕ ਹੈ, ਹੁਣ ਗਿਆ ਗਵਰਨਰ ਕੋਲੇ। ਹੁਣ ਗਵਰਨਰ ਕੋਲੇ ਕਿਹੜੇ ਆਪਸ਼ਨਸ ਨੇ ਬੱਚੇ, ਚਲੋ ਆਪਾਂ ਲੋਕ ਸਭਾ ਵੀ ਕੰਪੇਅਰ ਕਰਦੇ ਹਾਂ। ਲੋਕ ਸਭਾ ਕੋਲੇ ਬਿੱਲ ਗਿਆ ਜੀ ਮਨੀ ਬਿੱਲ, ਰਾਜ ਸਭਾ ਕੋਲੇ ਗਿਆ, ਫਿਰ ਗਿਆ ਜੀ ਪ੍ਰੈਜ਼ੀਡੈਂਟ ਕੋਲੇ, ਠੀਕ ਹੈ। ਤਾਂ ਮਨੀ ਬਿੱਲ ਦੇ ਕੇਸ ਵਿੱਚ ਆਪਾਂ ਦੇਖਿਆ ਸੀ ਪ੍ਰੈਜ਼ੀਡੈਂਟ ਕੋਲੇ ਥੋੜ੍ਹੀ ਜਿਹੀ ਪਾਵਰ ਲਿਮਿਟਡ ਸੀਗੀ। ਇੱਕ ਤਾਂ ਦੇਖੋ ਬਿੱਲ ਨੂੰ ਯੈਸ ਕਰ ਸਕਦਾ ਸੀ ਉਹ, ਇੱਕ ਨੋ ਕਰ ਸਕਦਾ ਸੀ। ਇਹ ਗੱਲ ਕਰ ਰਿਹਾ ਮੈਂ ਮਨੀ ਬਿੱਲ ਦੀ, ਠੀਕ ਹੈ। ਬਟ ਜਿਹੜੀ ਥਰਡ ਆਪਸ਼ਨ ਸੀ ਨਾ ਬੱਚੇ, ਵਾਪਸ ਭੇਜਣ ਵਾਲਾ, ਉਹ ਆਪਸ਼ਨ ਇੱਥੇ ਕੰਮ ਨਹੀਂ ਕਰੂਗਾ ਹੈਗਾ, ਉਹ ਇੱਥੇ ਕੰਮ ਨਹੀਂ ਕਰੇਗਾ, ਠੀਕ ਹੈ। ਮਨੀ ਬਿੱਲ ਦੇ ਕੇਸ ਦੇ ਵਿੱਚ ਪ੍ਰੈਜ਼ੀਡੈਂਟ ਬਿੱਲ ਨੂੰ ਵਾਪਸ ਨਹੀਂ ਭੇਜ ਸਕਦੇ। ਉਹਦਾ ਲੌਜਿਕ ਕੀ ਸੀ ਬੱਚੇ, ਕਿ ਅਸੀਂ ਮਨੀ ਬਿੱਲ ਜਦੋਂ ਪੇਸ਼ ਕੀਤਾ ਸੀ ਨਾ, ਇਸੇ ਸਟੇਜ 'ਤੇ, ਪਹਿਲਾਂ ਵਾਲੀ ਸਟੇਜ 'ਤੇ ਹੀ ਪ੍ਰੈਜ਼ੀਡੈਂਟ ਤੋਂ ਪੁੱਛ ਕੇ ਹੀ ਆਪਾਂ ਨੇ ਪੇਸ਼ ਕੀਤਾ ਸੀਗਾ। ਇਹ ਆਪਾਂ ਨੇ ਲੌਜਿਕ ਪੜ੍ਹਿਆ ਸੀ ਬੱਚੇ ਪਾਰਲੀਮੈਂਟ ਦੇ ਚੈਪਟਰ 'ਚ, ਕਿ ਜਦੋਂ ਪੇਸ਼ ਕਰਨਾ ਹੈ, ਪੇਸ਼ ਕਰਨ ਤੋਂ ਪਹਿਲਾਂ ਹੀ ਆਪਾਂ ਨੇ ਇੱਕ ਵਾਰੀ ਪ੍ਰੈਜ਼ੀਡੈਂਟ ਦੀ ਸਲਾਹ ਲੈ ਲਈ ਸੀ। ਕਦੋਂ, ਮਨੀ ਬਿੱਲ ਦੇ ਕੇਸ 'ਚ। ਹੁਣ ਜਦੋਂ ਪਹਿਲਾਂ ਹੀ ਸਲਾਹ ਲੈ ਲਈ ਸੀ ਆਪਾਂ ਨੇ, ਤਾਂ ਬਾਅਦ ਦੇ ਵਿੱਚ ਹੁਣ ਪ੍ਰੈਜ਼ੀਡੈਂਟ ਵਾਪਸ ਕਿਉਂ ਭੇਜੂਗਾ, ਉਹਨੂੰ ਪਤਾ ਹੀ ਹੈ ਵੀ ਬਿੱਲ ਦੇ ਵਿੱਚ ਕੀ ਕੁਛ ਹੈਗਾ, ਠੀਕ ਹੈ। ਤਾਂ ਵੱਧੋ ਵੱਧ ਬਿੱਲ ਨੂੰ ਯੈਸ ਕਰ ਸਕਦਾ ਜਾਂ ਫਿਰ ਵੱਧੋ ਵੱਧ ਨਾ ਕਰ ਸਕਦਾ, ਠੀਕ ਹੈ। ਵਾਪਸ ਭੇਜਣ ਵਾਲਾ ਪ੍ਰੋਵੀਜ਼ਨ ਪ੍ਰੈਜ਼ੀਡੈਂਟ ਕੋਲੇ ਨਹੀਂ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਗਵਰਨਰ ਦੀ। ਪੰਜਾਬ ਦਾ ਮਨੀ ਬਿੱਲ ਹੈ ਜੀ, ਠੀਕ ਹੈ, ਹਾਊਸ ਦੇ ਵਿੱਚ ਪਾਸ ਹੋਇਆ, ਗਵਰਨਰ ਕੋਲ ਗਿਆ। ਗਵਰਨਰ ਇੱਕ ਤਾਂ ਬੱਚੇ ਯੈਸ ਕਰ ਸਕਦੇ ਨੇ, ਇੱਕ ਨੋ ਕਰ ਸਕਦੇ ਨੇ। ਜਿਹੜਾ ਹੁਣ ਅਗੇਨ ਜਿਹੜਾ ਵਾਪਸ ਭੇਜਣ ਵਾਲਾ ਪ੍ਰੋਵੀਜ਼ਨ ਇੱਥੇ ਵੀ ਨਹੀਂ ਹੈਗਾ, ਹੁਣ ਜਿਹੜਾ ਚੌਥਾ ਆਪਸ਼ਨ ਸੀ ਬੱਚੇ ਗਵਰਨਰ ਕੋਲੇ, ਕੀ ਪ੍ਰੈਜ਼ੀਡੈਂਟ ਕੋਲੇ ਭੇਜ ਸਕਦਾ, ਕੀ ਇੱਥੇ ਹੈਗਾ, ਬਿਲਕੁਲ ਹੈਗਾ ਜੀ, ਠੀਕ ਹੈ। ਤਾਂ ਇੱਥੇ ਪ੍ਰੈਜ਼ੀਡੈਂਟ ਕੋਲੇ ਵੀ ਆਪਣਾ ਗਵਰਨਰ ਬਿੱਲ ਭੇਜ ਸਕਦੇ ਨੇ ਮਨੀ ਬਿੱਲ, ਠੀਕ ਹੈ। ਤਾਂ ਇੱਥੇ ਕੀ ਨੇ ਜੀ, ਇੱਥੇ ਗਵਰਨਰ ਕੋਲੇ 3 ਆਪਸ਼ਨ ਨੇਗੇ, ਜਾਂ ਤਾਂ ਗਵਰਨਰ ਯੈਸ ਕਰ ਸਕਦਾ ਹੈ, ਜਾਂ ਵਿਦਹੋਲਡ ਕਰ ਸਕਦਾ ਹੈਗਾ, ਠੀਕ ਹੈ। ਕਿਹਨੂੰ ਜੀ, ਮਨੀ ਬਿੱਲ ਨੂੰ, ਠੀਕ ਹੈ। ਜਾਂ ਫਿਰ ਰਿਜ਼ਰਵ ਦਾ ਬਿੱਲ ਫੋਰ ਪ੍ਰੈਜ਼ੀਡੈਂਟਸ ਅਸੈਂਟ, ਠੀਕ ਹੈ, ਜਾਂ ਫਿਰ ਪ੍ਰੈਜ਼ੀਡੈਂਟ ਵਾਸਤੇ ਰੱਖ ਸਕਦਾ ਹੈਗਾ। ਵਾਪਸ ਨਹੀਂ ਭੇਜ ਸਕਦਾ, ਕੈਨ ਨੋਟ ਰਿਟਰਨ ਦਾ ਬਿੱਲ ਫੋਰ ਰੀਕਨਸੀਡਰੇਸ਼ਨ। ਜਿਹੜਾ ਵਾਪਸ ਵਾਲਾ ਆਪਸ਼ਨ ਸੀ ਨਾ, ਉਹ ਇੱਥੇ ਨਹੀਂ ਹੈਗਾ, ਠੀਕ ਹੈ। ਬਾਕੀ 3 ਆਪਸ਼ਨ ਹੈਗੇ ਨੇ, ਯੈਸ, ਨੋ ਤੇ ਪ੍ਰੈਜ਼ੀਡੈਂਟ ਕੋਲੇ ਭੇਜਣ ਵਾਲਾ। ਚਲੋ ਜੀ, ਹੁਣ ਮੰਨ ਕੇ ਚੱਲਦੇ ਹਾਂ ਵੀ ਪ੍ਰੈਜ਼ੀਡੈਂਟ ਕੋਲੇ ਬਿੱਲ ਭੇਜਤਾ। ਹੁਣ ਅਗੇਨ ਪ੍ਰੈਜ਼ੀਡੈਂਟ ਕੋਲੇ ਕਿਹੜੇ ਆਪਸ਼ਨ ਨੇ ਬੱਚੇ, ਦੇਖੋ ਹੈਗੀ ਜੀ ਹੈ ਜੀ, ਪੰਜਾਬ ਦਾ ਮਨੀ ਬਿੱਲ ਹੈ। ਤਾਂ ਪ੍ਰੈਜ਼ੀਡੈਂਟ ਕੋਲੇ ਪੰਜਾਬ ਦੇ ਮਨੀ ਬਿੱਲ ਦੇ ਕੇਸ ਦੇ ਵਿੱਚ ਕੀ ਪਾਵਰਸ ਨੇਗੀਆਂ, ਦੇਖੋ ਪਹਿਲਾਂ ਤਾਂ ਇੱਕ ਹਾਊਸ ਨੇ ਪਾਸ ਕੀਤਾ, ਦੂਜੇ ਹਾਊਸ ਨੇ ਪਾਸ ਕੀਤਾ, ਫਿਰ ਗਵਰਨਰ ਕੋਲੇ ਹੋਇਆ। ਹੁਣ ਗਵਰਨਰ ਨੇ ਮੰਨ ਲਓ ਤੀਜਾ ਆਪਸ਼ਨ ਚੂਜ਼ ਕਰ ਲਿਆ ਵੀ ਪ੍ਰੈਜ਼ੀਡੈਂਟ ਕੋਲੇ ਭੇਜਤਾ ਮੈਨੇ ਬਿੱਲ। ਤਾਂ ਹੁਣ ਪ੍ਰੈਜ਼ੀਡੈਂਟ ਪੰਜਾਬ ਦੇ ਮਨੀ ਬਿੱਲ ਦੇ ਨਾਲ ਕੀ ਕਰੂਗਾ, ਠੀਕ ਹੈ।
ਅਗੇਨ ਬੱਚੇ ਜੋ ਪਾਵਰਸ ਪਾਰਲੀਮੈਂਟ ਵਾਲੇ ਕੇਸ ਦੇ ਵਿੱਚ ਨੇ ਉਹੀ ਪਾਵਰਸ ਨੇਗੀਆਂ ਇੱਥੇ, ਕਿਉਂਕਿ ਜਾਂ ਤਾਂ ਬੱਚੇ ਯੈਸ ਕਰ ਸਕਦਾ ਹੈ, ਬਿਲਕੁਲ ਕਰ ਸਕਦਾ ਹੈ, ਜਾਂ ਫਿਰ ਮਨਾ ਕਰ ਸਕਦਾ, ਵਿਦ ਹੋਲਡ ਕਰ ਸਕਦਾ ਹੈ, ਬਟ ਵਾਪਸ ਇੱਥੇ ਵੀ ਨਹੀਂ ਭੇਜ ਸਕਦਾ ਹੈਗਾ। ਠੀਕ ਹੈ, ਤਾਂ ਮਨੀ ਬਿੱਲ ਬੱਚੇ, ਮਨੀ ਬਿੱਲ ਇੰਨਾ ਕੁ ਇੰਪੋਰਟੈਂਟ, ਇੰਨੀ ਕੁ ਵਧੀਆ ਚੀਜ਼ ਹੈ, ਇੰਨੀ ਕੁ ਤਗੜੀ ਚੀਜ਼ ਹੈ ਵੀ ਇਹਨੂੰ ਕੋਈ ਵੀ ਰਿਟਰਨ ਨਹੀਂ ਕਰ ਸਕਦਾ, ਨਾ ਤਾਂ ਗਵਰਨਰ ਕਰ ਸਕੇ, ਨਾ ਪ੍ਰੈਜ਼ੀਡੈਂਟ ਕਰ ਸਕੇ, ਨਾ ਸਟੇਟ ਦਾ ਬਿੱਲ ਬੱਚੇ, ਨਾ ਕੇਂਦਰ ਦਾ ਬਿੱਲ, ਪਾਰਲੀਮੈਂਟ ਦਾ ਬਿੱਲ। ਠੀਕ ਹੈ, ਤਾਂ ਕੋਈ ਵੀ ਬਿੱਲ ਮਨੀ ਬਿੱਲ ਹੈਗਾ ਤਾਂ ਉਹਨੂੰ ਕੋਈ ਵੀ ਕਦੇ ਵੀ ਰਿਟਰਨ ਨਹੀਂ ਕਰੂਗਾ। ਤੁਸੀਂ ਅੱਖਾਂ ਬੰਦ ਕਰਕੇ ਬੱਚੇ ਕਹਿ ਦਿਓ ਕਿਸੇ ਵੀ ਕੇਸ ਦੇ ਵਿੱਚ ਮਨੀ ਬਿੱਲ ਨੂੰ ਰਿਟਰਨ ਕੋਈ ਵੀ ਨਹੀਂ ਕਰ ਸਕਦਾ ਹੈਗਾ। ਠੀਕ ਹੈ, ਆਪਾਂ ਧਿਆਨ ਰੱਖਣਾ ਹੈਗਾ ਆਪਣੇ। ਠੀਕ ਹੈ ਜੀ, ਮਨੀ ਬਿੱਲ ਨੂੰ ਕੋਈ ਵੀ ਰਿਟਰਨ ਨਹੀਂ ਕਰ ਸਕਦਾ, ਚਾਹੇ ਬਿੱਲ ਸਟੇਟ ਦਾ ਹੀ ਕਿਉਂ ਨਾ ਹੋਵੇ, ਸਟੇਟ ਦਾ ਹੀ ਮਨੀ ਬਿੱਲ ਕਿਉਂ ਨਾ ਹੋਵੇ ਔਰ ਉਹ ਪ੍ਰੈਜ਼ੀਡੈਂਟ ਕੋਲੇ ਪਿਆ ਹੋਵੇ, ਤਾਂ ਪ੍ਰੈਜ਼ੀਡੈਂਟ ਸਟੇਟ ਦੇ ਮਨੀ ਬਿੱਲ ਨੂੰ ਵੀ ਆਪਣਾ ਕੀ ਹੈ ਵਾਪਸ ਨਹੀਂ ਭੇਜ ਸਕਦੇ ਹੈਗੇ। ਠੀਕ ਹੈ, ਇਹ ਚੀਜ਼ ਹੈਗੀ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਬੱਚੇ ਇਸ ਹਾਊਸ ਦੀ ਪੋਜੀਸ਼ਨ ਦੀ। ਠੀਕ ਹੈ, ਦੇਖੋ ਜਿਵੇਂ ਆਪਣੇ ਲੋਕ ਸਭਾ ਅਤੇ ਰਾਜ ਸਭਾ ਦੇ ਕੇਸ ਵਿੱਚ ਦੇਖਿਆ ਸੀ, ਕਈ ਕੇਸਿਸ ਦੇਖੇ ਸੀਗੇ ਕਿ ਲੋਕ ਸਭਾ ਕੋਲ ਜ਼ਿਆਦਾ ਪਾਵਰ ਸੀਗੀਆਂ ਜਾਂ ਬਰਾਬਰ ਪਾਵਰ ਨੇ, ਜਾਂ ਲੋਕ ਸਭਾ ਕੋਲ ਘੱਟ ਪਾਵਰ ਸੀਗੀਆਂ। ਤਾਂ 3 ਕੇਸ ਪੜ੍ਹੇ ਸੀ ਬੱਚੇ ਆਪਾਂ ਨੇ। ਹੁਣ ਤੁਸੀਂ ਲੌਜਿਕ ਲਗਾਓ ਬੱਚੇ, ਅਗਰ ਆਪਾਂ ਗੱਲ ਕਰੀਏ SLA ਅਤੇ SLC ਦੀ। ਠੀਕ ਹੈ, ਕੀ SLA ਕੋਲ ਪਾਵਰ ਜ਼ਿਆਦਾ ਨੇ? ਬਿਲਕੁਲ ਹੈਗੀਆਂ ਨੇ ਜੀ। ਕੀ ਕੁਝ ਕੇਸਿਸ ਦੇ ਵਿੱਚ ਬਰਾਬਰ ਨੇ? ਹਾਂਜੀ, ਬਰਾਬਰ ਹੋ ਸਕਦੇ ਨੇ। ਕੀ ਕੁਝ ਕੇਸਿਸ ਦੇ ਵਿੱਚ SLA ਕੋਲ ਘੱਟ ਪਾਵਰ ਹੋ ਸਕਦੇ? ਨਹੀਂ, ਇਹ ਕੇਸ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਬੱਚੇ SLC ਕੋਲੇ ਤਾਂ ਕੋਈ ਪਾਵਰ ਹੀ ਨਹੀਂ ਹੈਗੀ। ਆਪਾਂ ਦੇਖ ਰਹੇ ਹਾਂ ਇਹ ਤਾਂ ਇੱਕ ਵਾਧੂ ਹਾਊਸ ਹੈਗਾ। ਠੀਕ ਹੈ, ਤਾਂ ਇੱਥੇ ਬੱਚੇ ਸਿਰਫ 2 ਹੀ ਐਂਗਲ ਬਣਨਗੇ, 2 ਹੀ ਕੇਸਿਸ ਬਣਨਗੇ। ਇੱਕ ਕੇਸ ਦੇ ਵਿੱਚ SLA ਕੋਲ ਜ਼ਿਆਦਾ ਪਾਵਰ ਸੀਗੀਆਂ ਜੋ ਕਿ ਇਹਦੇ ਪੈਰਲਲ ਹੈ, ਇੱਕ ਕੇਸ ਦੇ ਵਿੱਚ ਦੋਨਾਂ ਕੋਲ ਬਰਾਬਰ ਪਾਵਰ ਨੇ, ਇਹਦੇ ਪੈਰਲਲ ਹੈ। ਜਿਹੜਾ ਤੀਜਾ ਕੇਸ ਸੀ ਬੱਚੇ ਕਿ ਰਾਜ ਸਭਾ ਕੋਲੇ ਕੁਝ ਕੇਸ ਦੇ ਵਿੱਚ ਜ਼ਿਆਦਾ ਪਾਵਰ ਸੀਗੀਆਂ, ਉਹ ਇੱਥੇ ਕੇਸ ਨਹੀਂ ਬਣ ਸਕਦਾ ਕਿਉਂਕਿ SLC ਕੋਲੇ ਬੜੀਆਂ ਲਿਮਿਟਡ ਪਾਵਰ ਸੀਗੀਆਂ। ਠੀਕ ਹੈ ਜੀ, ਚਲੋ ਗੱਲ ਕਰਦੇ ਆਪਾਂ ਦੋਨੇ ਐਂਗਲਸ ਤੋਂ। ਪਹਿਲਾਂ ਗੱਲ ਕਰਦੇ ਹਾਂ ਵੀ ਇਕੁਅਲ ਕਦੋਂ ਨੇ, SLA ਅਤੇ SLC ਇਕੁਅਲ ਕਦੋਂ ਨੇ, ਉਹਦੀ ਗੱਲ ਕਰਦੇ ਆਪਾਂ। ਠੀਕ ਹੈ, ਦੇਖੋ ਬੱਚੇ ਆਰਡੀਨਰੀ ਬਿੱਲ ਦੇ ਇੰਟਰੋਡਕਸ਼ਨ ਦੇ ਵਿੱਚ, ਠੀਕ ਹੈ, ਆਪਾਂ ਦੇਖਿਆ ਸੀਗਾ ਬਿੱਲ ਚਾਹੇ ਤਾਂ ਬੱਚੇ SLA ਦੇ ਵਿੱਚ ਪੇਸ਼ ਹੋਵੇ ਚਾਹੇ SLC ਦੇ ਵਿੱਚ ਪੇਸ਼ ਹੋਵੇ, ਡਜ਼ਨਟ ਮੈਟਰ, ਦੋਨੇ ਚੀਜ਼ਾਂ ਸੇਮ ਨੇਗੀਆਂ। ਠੀਕ ਹੈ, ਓਬਵੀਅਸਲੀ ਗੱਲ ਹੈ, ਸਿਰਫ ਇੰਟਰੋਡਕਸ਼ਨ ਦੀ ਗੱਲ ਕਰ ਰਿਹਾ ਬੱਚੇ ਮੈਂ ਪੇਸ਼ ਕਰਨ ਦੀ, ਵੀ ਚਾਹ ਤਾਂ ਇਹਦੇ ਵਿੱਚ ਪੇਸ਼ ਹੋ ਸਕਦਾ ਚਾਹੇ ਇਹਦੇ ਵਿੱਚ ਪੇਸ਼ ਹੋ ਸਕਦਾ, ਉਹਨਾਂ ਦੋਨਾਂ ਕੇਸ ਦੇ ਵਿੱਚ ਪਾਵਰ ਸੇਮ ਨੇਗੀਆਂ। ਜਾਂ ਫਿਰ ਬੱਚੇ ਸਿਲੈਕਸ਼ਨ ਆਫ ਮਿਨਿਸਟਰਸ। ਠੀਕ ਹੈ, ਜਿਵੇਂ ਬੱਚੇ ਆਪਣਾ ਕੇਂਦਰ ਦੇ ਵਿੱਚ ਆਪਣਾ ਪ੍ਰਧਾਨ ਮੰਤਰੀ, ਕੀ ਜ਼ਰੂਰੀ ਹੈ ਵੀ ਲੋਕ ਸਭਾ ਤੋਂ ਹੀ ਹੋਣਾ ਚਾਹੀਦਾ? ਨਹੀਂ, ਰਾਜ ਸਭਾ ਦਾ ਵੀ ਹੋ ਸਕਦਾ ਹੈਗਾ। ਠੀਕ ਹੈ, ਕੀ ਕੋਈ ਮੰਤਰੀ ਜ਼ਰੂਰੀ ਹੈ ਵੀ ਸਿਰਫ ਲੋਕ ਸਭਾ ਦੇ ਵਿੱਚ ਹੀ ਹੋਊਗਾ? ਠੀਕ ਹੈ, ਨਹੀਂ, ਬਿਲਕੁਲ ਨਹੀਂ, ਰਾਜ ਸਭਾ ਤੋਂ ਵੀ ਹੋ ਸਕਦੇ ਨੇ। ਜਿਵੇਂ ਆਪਣਾ ਫਾਈਨਾਂਸ ਮਿਨਿਸਟਰ ਨੇਗੇ ਨਿਰਮਲਾ ਮੈਡਮ, ਨਿਰਮਲਾ ਮੈਡਮ ਅੱਜ ਕੀ ਨੇ ਆਪਣੇ ਫਾਈਨਾਂਸ ਮਿਨਿਸਟਰ ਨੇ, ਉਹ ਰਾਜ ਸਭਾ ਤੋਂ ਨੇਗੇ। ਠੀਕ ਹੈ, ਤਾਂ ਕੁੱਲ ਮਿਲਾ ਕੇ ਕਹਿ ਸਕਦੇ ਵੀ ਜਿਹੜੇ ਮਿਨਿਸਟਰਸ ਨੇ ਉਹ ਕਿਸੇ ਵੀ ਹਾਊਸ ਦੇ ਵਿੱਚ ਹੋ ਸਕਦੇ ਨੇ, ਇਕੱਲਾ ਮਿਨਿਸਟਰ ਹੀ ਨਹੀਂ, ਈਵਨ PM ਵੀ ਆਪਣਾ ਪ੍ਰਧਾਨ ਮੰਤਰੀ ਵੀ ਕਿਸੇ ਵੀ ਹਾਊਸ ਦੇ ਵਿੱਚੋਂ ਹੋ ਸਕਦੇ ਨੇਗੇ। ਉਹੀ ਚੀਜ਼ ਬੱਚੇ ਆਪਣੇ ਸਟੇਟ ਦੇ ਵਿੱਚ ਹੈ, ਚਾਹੇ ਤਾਂ CM ਬੱਚੇ ਜਾਂ ਕੋਈ ਹੋਰ ਮਿਨਿਸਟਰ, ਦੋਨੇ ਹਾਊਸ ਦੇ ਵਿੱਚੋਂ ਕਿਸੇ ਵੀ ਹਾਊਸ ਦਾ ਮੈਂਬਰ ਹੋ ਸਕਦੇ ਨੇ। ਠੀਕ ਹੈ, ਇਹ ਵੀ ਆਪਣੇ ਧਿਆਨ ਦੇਣਾ ਹੈਗਾ। ਠੀਕ ਹੈ, ਤਾਂ ਇਨ ਕੇਸ ਆਫ ਸਿਲੈਕਸ਼ਨ ਆਫ ਮਿਨਿਸਟਰਸ ਦੋਨੇ ਹਾਊਸ ਦੀਆਂ ਪਾਵਰ ਸੇਮ ਨੇਗੀਆਂ। ਠੀਕ ਹੈ, ਇਹ ਵੀ ਆਪਾਂ ਨੇ ਧਿਆਨ ਰੱਖਣਾ ਹੈ। ਤਾਂ ਇੱਥੇ ਨਹੀਂ ਹੈ ਸੋਚਣਾ ਵੀ ਇੱਥੇ ਆਪਾਂ ਨੇ ਚੀਜ਼ ਨਹੀਂ ਸੋਚਣੀ ਵੀ SLC ਵਾਧੂ ਹਾਊਸ ਹੈਗਾ। ਠੀਕ ਹੈ, ਤਾਂ SLC ਦਾ ਮੈਂਬਰ ਵੀ CM ਬਣ ਸਕਦਾ ਹੈ, ਆਪਾਂ ਧਿਆਨ ਦੇਣਾ ਹੈਗਾ। ਠੀਕ ਹੈ ਜੀ, ਚਲੋ ਹੁਣ ਓਬਵੀਅਸਲੀ ਕੁਝ ਕੇਸਿਸ ਐਸੇ ਨੇ ਜਿੱਥੇ SLA ਕੋਲੇ ਜਿਹੜੀਆਂ ਜ਼ਿਆਦਾ ਪਾਵਰਸ ਨੇ, ਬਹੁਤ ਜ਼ਿਆਦਾ ਪਾਵਰਸ ਹੈਗੀਆਂ। ਠੀਕ ਹੈ, ਕੰਪੇਅਰ ਟੂ SLC। ਠੀਕ ਹੈ, ਓਬਵੀਅਸਲੀ ਇਹ ਚੀਜ਼ਾਂ ਬਹੁਤ ਜ਼ਿਆਦਾ ਨੇਗੀਆਂ ਕਿਉਂਕਿ ਮੈਕਸਿਮਮ ਕੇਸਿਸ ਦੇ ਵਿੱਚ ਪਾਵਰ ਜ਼ਿਆਦਾ ਹੀ ਨੇ SLA ਕੋਲੇ। ਸਿਰਫ 2 ਹੀ ਕੇਸਿਸ ਸੀ ਜਦੋਂ ਦੋਨਾਂ ਕੋਲੇ ਪਾਵਰ ਇਕੁਅਲ ਸੀਗੀਆਂ। ਠੀਕ ਹੈ, ਔਰ ਤੀਜਾ ਕੇਸ ਜਿਹੜਾ SLA ਕੋਲੇ ਘੱਟ ਪਾਵਰ, ਉਹ ਤਾਂ ਕਦੇ ਬਣ ਨਹੀਂ ਸਕਦਾ ਹੈਗਾ। ਠੀਕ ਹੈ ਜੀ, ਤਾਂ ਗੱਲ ਕਰਦੇ ਹਾਂ ਬੱਚੇ ਸਭ ਤੋਂ ਵੱਡੀ ਪਾਵਰ ਦਾ ਬੱਚੇ ਹੈਗੀ ਹੈ ਮਨੀ ਬਿੱਲ ਦੀ। ਜਿਵੇਂ ਬੱਚੇ ਲੋਕ ਸਭਾ ਰਾਜ ਸਭਾ ਦੀ ਸਾਰਾ ਜਿਹੜਾ ਕੰਪੈਰੀਜ਼ਨ ਸੀਗਾ ਕਿ ਲੋਕ ਸਭਾ ਜ਼ਿਆਦਾ ਪਾਵਰਫੁਲ ਹੈ, ਉਸੇ ਤਰ੍ਹਾਂ SLA ਵੀ ਪਾਵਰਫੁਲ ਹੈ। ਕਿਵੇਂ? ਸਭ ਤੋਂ ਪਹਿਲਾਂ ਤਾਂ ਪੇਸ਼ ਕਰਨ ਦੇ ਵਿੱਚ ਬੱਚੇ। ਠੀਕ ਹੈ, ਫਿਰ ਮਨੀ ਬਿੱਲ ਡਿਸਾਈਡ ਕੌਣ ਕਰਦਾ ਹੈ? ਇਹ ਵੀ ਸਪੀਕਰ ਹੀ ਡਿਸਾਈਡ ਕਰਦਾ ਹੈ। ਜਿਹੜਾ SLA ਦਾ ਸਪੀਕਰ ਹੈ ਨਾ, ਉਹੀ ਡਿਸਾਈਡ ਕਰੇਗਾ ਕਿ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ। ਠੀਕ ਹੈ, SLC ਦਾ ਚੇਅਰਮੈਨ ਡਿਸਾਈਡ ਨਹੀਂ ਕਰ ਸਕਦਾ। ਠੀਕ ਹੈ, ਇਹੀ ਚੀਜ਼ ਆਪਾਂ ਨੇ ਬੱਚੇ ਲੋਕ ਸਭਾ ਦੇ ਵਿੱਚ ਪੜ੍ਹੀ ਹੈ ਵੀ ਲੋਕ ਸਭਾ ਦਾ ਜਿਹੜਾ ਸਪੀਕਰ ਹੈ ਉਹ ਡਿਸਾਈਡ ਕਰੇਗਾ ਕਿ ਕੋਈ ਬਿੱਲ ਮਨੀ ਬਿੱਲ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਜਿਹੜੀ ਰਾਜ ਸਭਾ ਦਾ ਚੇਅਰਮੈਨ ਸੀ ਉਹ ਡਿਸਾਈਡ ਨਹੀਂ ਕਰ ਰਿਹਾ ਸੀਗਾ। ਤਾਂ ਇਸ ਕੇਸ ਦੇ ਵਿੱਚ SLA ਕੋਲੇ ਜ਼ਿਆਦਾ ਪਾਵਰਸ ਸੀਗੀਆਂ, ਮਨੀ ਬਿੱਲ ਦੇ ਕੇਸ ਦੇ ਵਿੱਚ ਓਬਵੀਅਸਲੀ ਜ਼ਿਆਦਾ ਪਾਵਰਸ ਸੀਗੀਆਂ। ਠੀਕ ਹੈ ਜੀ, ਪਾਵਰ ਆਫ ਪਾਸਿੰਗ ਆਰਡੀਨਰੀ ਬਿੱਲ। ਆਰਡੀਨਰੀ ਬਿੱਲ ਦੇਖੋ ਬੱਚੇ, ਪਹਿਲਾਂ ਆਪਾਂ ਨੇ ਦੇਖਿਆ ਸੀ ਵੀ ਪੇਸ਼ ਕਰਨ ਦੇ ਵਿੱਚ ਤਾਂ ਦੋਨਾਂ ਕੋਲੇ ਸੇਮ ਪਾਵਰਸ ਨੇ। ਠੀਕ ਹੈ, ਸਮਝ ਆਉਂਦੀ ਆਪਾਂ ਨੂੰ। ਬਟ ਬੱਚੇ ਪਾਸਿੰਗ ਦੇ ਵਿੱਚ ਆਪਾਂ ਨੇ ਦੇਖਿਆ ਸੀ ਜੇ ਇੱਕ ਵਾਰੀ ਇਸ ਨੇ ਪਾਸ ਕਰਤਾ ਅਤੇ SLC ਕੋਲ ਗਿਆ, SLC ਵੱਧੋ ਵੱਧ 4 ਮਹੀਨੇ ਡਿਲੇ ਕਰ ਸਕਦੀ ਹੈ, ਬਿੱਲ ਨੂੰ ਬਲੋਕ ਨਹੀਂ ਕਰ ਸਕਦੀ। ਦੈਟ ਮੀਨਸ ਪਾਸਿੰਗ ਦੇ ਕੇਸ ਦੇ ਵਿੱਚ ਇਹਦੇ ਕੋਲ ਕੋਈ ਪਾਵਰ ਨਹੀਂ ਹੈਗੀ ਜ਼ਿਆਦਾ। ਠੀਕ ਹੈ, ਪਾਸਿੰਗ ਦੇ ਕੇਸ ਦੇ ਵਿੱਚ SLA ਕੋਲ ਜ਼ਿਆਦਾ ਪਾਵਰ ਹੈਗੀ। ਅਗੇਨ ਬੱਚੇ ਜੇ ਆਪਾਂ ਗੱਲ ਸੋਚ ਕੇ ਚੱਲੀਏ, SLC ਦੇ ਵਿੱਚ ਬਿੱਲ ਪੇਸ਼ ਹੋਇਆ। ਠੀਕ ਹੈ, SLC ਦੇ ਵਿੱਚ ਬਿੱਲ ਪੇਸ਼ ਹੋਇਆ, ਫਿਰ SLA ਕੋਲ ਗਿਆ। ਠੀਕ ਹੈ, ਇਹਨਾਂ ਨੇ ਪਾਸ ਕਰਤਾ, ਇਹਨਾਂ ਨੇ ਪਾਸ ਨਹੀਂ ਕੀਤਾ, ਹੁਣ ਇੱਥੇ ਹੀ ਬਿੱਲ ਖਤਮ ਹੋ ਜੂਗਾ। ਠੀਕ ਹੈ, ਇਹਨਾਂ ਨੇ ਆਪਣੀ ਕੋਈ ਮਨਸ਼ਾ ਜ਼ਾਹਿਰ ਕੀਤੀ ਵੀ ਹਾਂਜੀ ਇਹ ਬਿੱਲ ਹੋਣਾ ਚਾਹੀਦਾ ਹੈ,
बट SLA ने वो बिल पास नहीं किया, तो बिल इत्थे ही खत्म हो जाऊगा, इस बिल का कोई वजूद ही नहीं रहना हैगा। ठीक है, तो ऑबवियसली अगेन SLA को ज़्यादा पावर्स ने बिल पास करना है कि नहीं करना हैगा। ठीक है, SLC ने बिल नहीं पास किया तो कोई मतलब नहीं है, कोई दिक्कत नहीं हैगी, बिल ऑटोमैटिकली पास हो जाऊगा 4 महीने के। ठीक है जी, ये चीज़ है। तो चाहे बेशक पेश करने वेले इंट्रोडक्शन करने वेले दोनों को पावर सेम ने, बट बिल पास करने वेले अपने SLA को ज़्यादा पावर ने। SLC जी हैगी वधो वध 4 महीनों वास्ते डिले कर सकती है। ठीक है जी। बजट की डिस्कशन बच्चे अगेन जिमें सिर्फ लोक सभा के ही बजट डिस्कस जोड़ा कि वोटिंग की जा सकती हैगी। ठीक है, जी काउंसल है सिर्फ डिस्कस कर सकती है बजट को, वोट नहीं कर सकती, कैन नॉट वोट। जिमें अपने केंद्र के भी देखा बच्चे कि जोड़ा बजट है उसके उपर वोटिंग सिर्फ और सिर्फ लोक सभा ही करेगी, राज्य सभा वोट नहीं कर सकती हैगी बजट के उपर। ठीक है, ये स्पैशल प्रोविजन एक अपनी लोक सभा वास्ते। तो ऑबवियसली इतने भी वही चीज़ है भी सिर्फ SLA जी है वो वोटिंग कर सकती है, सिर्फ मैं बच्चे गल कर रहा बजट की। ठीक है, बजट के गल कर रहा मैं, SLC को कोई वोटिंग की पावर है ही नहीं हैगी, वोटिंग की पावर ही नहीं कोई है। ठीक है, डिस्कस कर सकते बट वोट नहीं कर सकते। अगेन बच्चे रिस्पोंसिबिलिटी आप गल करते होंगे कि जी काउंसल ऑफ मिनिस्टर है दैट इज़ कलैक्टिवली रिस्पोंसिबल टू लोक सभा। तो इतने भी वही चीज़ आऊगी बच्चे, काउंसल ऑफ मिनिस्टर्स इज़ कलैक्टिवली रिस्पोंसिबल टू SLA। SLC नहीं करती हैगी, SLC नहीं करती हुण, क्योंकि रिस्पोंसिबिलिटी SLA हैगी है, तो नो कॉन्फिडेंस मोशन भी सिर्फ और सिर्फ SLA दे विच ही पेश होगा। ठीक है, अगर मान लो अपना SLA है बच्चे, ये अपना काउंसल ऑफ मिनिस्टर है। ठीक है, तो ये जी कदे अगर इस काउंसल ऑफ मिनिस्टर को हटाना है तो कौन हटा सकता है, ये SLA ही हटा सकती है, SLC नहीं हटा सकती। ठीक है, नो कॉन्फिडेंस मोशन सिर्फ SLA ही पास कर सकती है। ठीक है जी, ये चीज़ है। दूजा बच्चे की है जोड़े काउंसल के मैंबर ने, देखो अपने पढ़िया सीगा, मैं इरेज कर रहा बच्चे, जोड़ा अपन पढ़िया सी राज्य सभा के मैंबर, राज्य सभा के मैंबर किवें अपॉइंट होंगे ने बच्चे, स्टेट्स तो आते हैं, जिहड़ियां स्टेट असैंबलीज ने, पंजाब है, हरियाणा है ना, ये अपने कुछ रैप्रजेंटेटिव चुन के भेजते हैं कित्थे, राज्य सभा के। ठीक है, हुण पंजाब दे विच तां बच्चे इक्को ही असैंबली है, अपने कहा सी पंजाब के जिहड़े MLAs ने, MLAs चुनते हैं अपने राज्य सभा के रैप्रजेंटेटिव, जिवें अपने पंजाब दे विचों 7 MP जाते हैं राज्य सभा के। ठीक है, तो उन्होंने कौन भेजदा, अपने MLAs चुनते हैं, अपने पंजाब की असैंबली है जिहड़े 117 बंदे ने वो वोटां पाउंदे ने। ठीक है, तो हुण पंजाब दे विच तां गल रही एक हाउस हैगा, हुण जे बिहार की मैं गल करा, बिहार के भी तो बंदे जाणगे ना, तो बिहार के 2 हाउसिस ने, MLAs भी है उत्थे ते MLCs भी है। तो हुण जो बिहार ने अपने कुछ बंदे भेजने राज्य सभा के, तो कौन वोटां पाऊगा, या दोनों पाणगे, तो इस केस भी सिर्फ MLA ही वोटां पाणगे, MLC इत्थे वोटां नहीं पाते। यानी कि इत्थे भी जी स्टेट लैजिस्लेटिव असैंबली है वो ज़्यादा पावर ने कंपेयर टू SLC के। ठीक है जी, SLA ही जिहड़े कि वोटां पा के बिहार के मैंबर्स ने राज्य सभा के भेजदा है, SLC के कोई पावर यह जी है नहीं। ठीक है बच्चे, सेम चीज़ बच्चे प्रेजिडेंट के केस है भी, जिहड़ा प्रेजिडेंट का इलैक्शन है, तुहानूं याद होगा प्रेजिडेंट के इलैक्शन के कौन कौन पार्टिसिपेट करते बच्चे, एक तो इलैक्टेड MPs करते हैं बच्चे, इलैक्टेड MPs, एक करते हैं इलैक्टेड MLAs, इलैक्टेड MLAs। असी वर्ड बच्चे MLA यूज़ किया, MLC वर्ड कदे भी यूज़ नहीं किया अपने। ठीक है, तो इत्थे भी सिर्फ MLA SLA के मैंबर ही पार्टिसिपेट करेंगे जो राष्ट्रपति का चुनाव करना है। ठीक है, तो राष्ट्रपति के इलैक्शन के बच्चे और राज्य सभा के इलैक्शन के सिर्फ और सिर्फ SLA ही पार्टिसिपेट करती है बच्चे। ठीक है, देखो थोड़ा जिहा अगर थोड़ी कदे वैसे तो कन्फ्यूजन नहीं होनी चाहिए, बड़े आप अच्छी तरह प्यार नाल डिस्कस कर रहे हैं, कदे हुंदी भी है तो जी वीडियो थोड़े को हमेशा हैगी है, इन्हूं दोबारा तुसीं रीप्ले करो, तुहानूं सारा कुछ क्लीयर हो जाएगा, नो प्रॉब्लम एट ऑल। ठीक है जी, बट हाँ जो तुसीं नोट मेकिंग करोगे खुद अपने हत्थ नाल तां चीज़ां बहुत ज़्यादा क्लीयर होणगीਆਂ। ठीक है, तो प्रैफर मैं हमेशा करदा कि थोड़े बहुते नोट्स तुसीं बना लिया करो। ठीक है जी, ये चीज़ है, बाकी वीडियो थोड़े को ऑलवेज हैगी है। ठीक है जी, दूजा बच्चे एक होर भी SLA को ज़्यादा पावर ने, काहदे विच एक अगर कॉन्स्टिट्यूशनल अमेंडमेंट बिल नूं रेटिफाई करना है, कुछ राजे संविधान संशोधन बिल इहो ਜਿਹੇ ਹੁੰਦੇ ने जिहदे विच कि स्टेट्स की मंजूरी लैनी पैंदी है, स्टेट्स की। ठीक है, 50% स्टेट्स की, तुहानूं पढ़िया होगा कदे ना कदे, आप अगे पढ़ांगे भी फ्यूचर के विच। देखो इन जनरल का जिहड़ा संविधान के विच संशोधन करना है, चेंजिज करने कौन कर दूगे जी, सिर्फ और सिर्फ पार्लीमेंट का काम हैगा। ठीक है, बट कई केसिस ऐसे नेगे जो पार्लीमेंट तो अलावा 50% ऑफ स्टेट तो भी अपने रजामंदी लैनी पैंदी है। ठीक है, तो हुण वो जिहड़ी रजामंदी है अगेन ओबवियसली हाउस के ही होगी ना, किसी स्टेट के मान लो पंजाब की रजामंदी लैनी है किसी केस के। ठीक है, तो पंजाब की रजामंदी का मतलब की होया, पंजाब की असैंबली की रजामंदी। ठीक है, तो इत्थे भी जिहड़े MLAs ने, SLA है सिर्फ वही रेटिफाई करूगा, किसी भी संविधान संशोधन बिल नूं, कॉन्स्टिट्यूशनल अमेंडमेंट बिल नूं सिर्फ SLA ही रेटिफाई करूगा, यही पास करूगा,
SLC ਕੋਲ ਕੋਈ ਵੀ ਪਾਵਰ ਹੈ ਨਹੀਂ ਜਦੋਂ ਵੀ ਸੰਵਿਧਾਨ ਸੰਸ਼ੋਧਨ ਦੀ ਗੱਲ ਆਉਂਦੀ ਹੈਗੀ, ਠੀਕ ਹੈ ਜੀ। ਇਹ ਚੀਜ਼ ਹੈ। ਇਸ ਤੋਂ ਇਲਾਵਾ ਰਾਜੇ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ SLC ਦੀ, SLC ਨੂੰ ਬਣਾਉਂਦਾ ਕੌਣ ਹੈ ਬੱਚੇ? SLC ਨੂੰ ਬਣਾਉਂਦਾ ਕੌਣ ਹੈ? ਆਪਣੇ ਪੜ੍ਹਿਆ ਸੀ ਲਾਸਟ ਸੈਸ਼ਨ ਦੇ ਵਿੱਚ, SLC ਨੂੰ ਬਣਾਉਂਦਾ ਬੱਚੇ ਪਾਰਲੀਮੈਂਟ। ਮੰਨ ਲਓ ਪੰਜਾਬ ਦੇ ਵਿੱਚ ਆਪਣੇ ਕੱਲ੍ਹ ਨੂੰ SLC ਬਣਾਉਣੀ ਹੈ ਤਾਂ ਕੌਣ ਬਣਾਏਗਾ ਜੀ? ਪਾਰਲੀਮੈਂਟ ਬਣਾਊਗੀ, ਠੀਕ ਹੈ। ਬਟ ਪਾਰਲੀਮੈਂਟ ਨੂੰ ਕੀ ਪਈ ਹੈ ਵੀ ਪੰਜਾਬ ਦੇ ਵਿੱਚ ਬਣਾਊਗੀ, ਠੀਕ ਹੈ। ਤਾਂ ਮਤਲਬ ਕੀ ਹੈ, ਅਸੀਂ ਦੱਸਾਂਗੇ ਪਹਿਲਾਂ, ਅਸੀਂ ਦੱਸਾਂਗੇ ਯਾਨੀ ਕਿ ਪੰਜਾਬ ਦੀ ਜਿਹੜੀ ਅਸੈਂਬਲੀ ਆਲਰੇਡੀ ਹੈਗੀ ਹੈ, ਅਸੀਂ ਬੱਚੇ 2/3 ਮੈਜੋਰਿਟੀ ਦੇ ਨਾਲ ਮੈਂ ਗੱਲ ਕਰ ਰਿਹਾ ਵੀ ਪੰਜਾਬ ਦੇ ਵਿੱਚ ਆਪਣੇ SLC ਬਣਾਉਣੀ ਹੈ। ਤਾਂ ਉਹਦਾ ਪ੍ਰੋਸੀਜਰ ਕੀ ਹੈ? ਤਾਂ ਉਹਦਾ ਪ੍ਰੋਸੀਜਰ ਇਹ ਹੈ, ਜੋ ਅਸੈਂਬਲੀ ਪਹਿਲਾਂ ਆਪਣੇ ਕੋਲ ਹੈਗੀ ਆਲਰੇਡੀ, ਠੀਕ ਹੈ, ਉਹ ਅਸੈਂਬਲੀ 2/3 ਵੋਟਾਂ ਨਾਲ ਇਹ ਮਤਾ ਪਾਸ ਕਰੂਗੀ ਕਿ ਹਾਂਜੀ ਸਾਨੂੰ SLC ਚਾਹੀਦੀ ਹੈ, ਠੀਕ ਹੈ। ਆਪਣੀ ਮਨਸ਼ਾ ਜ਼ਾਹਿਰ ਕਰੂਗੀ, ਆਪਣੀ ਇੰਟੈਂਸ਼ਨ ਜ਼ਾਹਿਰ ਕਰੂ। SLA ਕੋਲੇ ਕੋਈ ਪਾਵਰ ਨਹੀਂ ਹੈਗੀ SLC ਬਣਾਉਣ ਦੀ, ਨਹੀਂ, ਇਹ ਸਿਰਫ ਆਪਣੀ ਮਨਸ਼ਾ ਜ਼ਾਹਿਰ ਕਰਨਗੇ ਕਿ ਹਾਂਜੀ ਸਰ ਸਾਨੂੰ ਚਾਹੀਦੀ ਹੈ। ਹੁਣ ਇਹ ਆਪਣੀ ਮਨਸ਼ਾ 2/3 ਨਾਲ ਪਾਸ ਕਰਕੇ ਇਹ ਪਾਰਲੀਮੈਂਟ ਨੂੰ ਦੱਸਣਗੇ ਕਿ ਸਰ ਹਾਂਜੀ ਹਾਂਜੀ ਬਿਲਕੁਲ ਸਾਨੂੰ SLC ਚਾਹੀਦੀ ਹੈ। ਹੁਣ ਫਾਈਨਲੀ ਜਿਹੜੀ ਪਾਰਲੀਮੈਂਟ ਹੈ ਉਹ ਬਣਾਏਗੀ SLC, ਠੀਕ ਹੈ। ਪਾਰਲੀਮੈਂਟ SLC ਦੀ ਕ੍ਰੀਏਟਰ ਹੈ। ਜੋ ਆਪਣੇ ਪੜ੍ਹਿਆ ਸੀ SLC ਦਾ ਜੋ ਬ੍ਰਹਮਾ ਹੈ ਉਹ ਹੈਗੀ ਹੈ ਪਾਰਲੀਮੈਂਟ। ਪਾਰਲੀਮੈਂਟ ਹੀ ਜਿਹੜੇ SLC ਨੂੰ ਬਣਾਊਗੀ। ਬ੍ਰਹਮਾ ਕੌਣ ਹੈ ਜੀ? ਕ੍ਰੀਏਟਰ ਆਫ ਸ੍ਰਿਸ਼ਟੀ। ਇਸ ਸਾਰੀ ਜਗਤ ਦਾ ਕ੍ਰੀਏਟਰ ਕੌਣ ਹੈ? ਬ੍ਰਹਮਾ ਕਹਿੰਦੇ ਨੇ ਆਪਾਂ। ਤਾਂ ਉਸੇ ਤਰ੍ਹਾਂ ਜਿਹੜੀ SLC ਹੈ ਉਹਦਾ ਕ੍ਰੀਏਟਰ ਕੌਣ ਹੈ? ਪਾਰਲੀਮੈਂਟ ਹੈਗੀ ਆਪਣੀ, ਠੀਕ ਹੈ ਜੀ। ਤਾਂ ਮਤਲਬ ਕੀ ਹੈਗਾ ਬੱਚੇ, ਔਰ ਅਗਰ ਆਪਾਂ ਗੱਲ ਕਰੀਏ ਪੰਜਾਬ ਦੀ ਅਸੈਂਬਲੀ ਦੀ, ਪੰਜਾਬ ਦੇ ਵਿੱਚ ਆਪਣੇ ਪੰਜਾਬ ਦੀ ਅਸੈਂਬਲੀ ਨੇ ਮਤਾ ਪਾਸ ਕੀਤਾ 2/3 ਨਾਲ, ਪਾਰਲੀਮੈਂਟ ਨੇ ਆਪਣੀ SLC ਬਣਾਤੀ, ਤਾਂ ਪੰਜਾਬ ਦੇ ਵਿੱਚ SLC ਬਣ ਗਈ ਜੀ, ਮੁਬਾਰਕਾਂ, ਠੀਕ ਹੈ। ਚਲੋ ਹੁਣ ਆਪਾਂ ਗੱਲ ਕਰਦੇ ਹਾਂ ਬਿਹਾਰ ਦੀ। ਬਿਹਾਰ ਦੇ ਵਿੱਚ ਆਲਰੇਡੀ ਬੱਚੇ SLC ਹੈਗੀ ਹੈ, ਬਿਹਾਰ ਦੇ ਵਿੱਚ ਆਲਰੇਡੀ SLC ਹੈਗੀ ਹੈ। ਤਾਂ ਹੁਣ ਇਹ ਸੋਚ ਰਹੇ ਨੇ ਬੱਚੇ, ਬਿਹਾਰ ਦੇ ਜਿਹੜੇ ਲੋਕ ਨੇ ਵੀ ਇਹ ਤਾਂ ਵਾਧੂ ਖਰਚ ਹੈਗਾ। ਹੁਣ ਦੇਖੋ ਜੀ SLC ਬਿਠਾਏ ਹੋਏ ਨੇ, ਇਹਨਾਂ ਨੂੰ ਸੈਲਰੀਸ ਤਾਂ ਦੇਣੀਆਂ ਪੈਣਗੀਆਂ ਨਾ, ਅਤੇ ਵਾਧੂ ਖਰਚ ਹੈ ਸਟੇਟ ਦੇ ਐਕਸਚੇਕਰ ਦੇ ਉੱਪਰ। ਤਾਂ ਹੁਣ ਕੱਲ੍ਹ ਨੂੰ ਜੇ ਬਿਹਾਰ ਨੇ ਆਪਣੀ SLC ਹਟਾਉਣੀ ਹੈ ਵੀ ਨਹੀਂ ਚਾਹੀਦੀ ਸਾਨੂੰ, ਤਾਂ ਇਹਦਾ ਕੀ ਪ੍ਰੋਸੀਜਰ ਹੋਊਗਾ ਬੱਚੇ? ਤਾਂ ਇਹਦਾ ਪ੍ਰੋਸੀਜਰ ਇਹ ਹੋਊਗਾ, ਜਿਹੜੇ ਉਹਨਾਂ ਦੇ SLA ਨੇ, ਜਿਹੜੀ ਅਸੈਂਬਲੀ ਹੈਗੀ ਹੈ, ਉਹ 2/3 ਨਾਲ ਮੈਜੋਰਿਟੀ ਨਾਲ ਮਤਾ ਪਾਸ ਕਰੂਗੀ ਕਿ ਸਰ ਸਾਨੂੰ ਤਾਂ ਇਹ ਨਹੀਂ ਚਾਹੀਦਾ ਹੈਗਾ, ਠੀਕ ਹੈ। ਇਹ ਆਪਣੀ ਮਨਸ਼ਾ ਜ਼ਾਹਿਰ ਕਰਨਗੇ ਵੀ ਸਾਨੂੰ SLC ਨਹੀਂ ਚਾਹੀਦੀ ਹੈਗੀ, ਠੀਕ ਹੈ। ਤਾਂ ਅਗੇਨ ਇਹ ਆਪਣੀ ਮਨਸ਼ਾ ਦਾ ਜੇ ਪਾਰਲੀਮੈਂਟ ਨੂੰ ਦੱਸਣਗੇ ਅਤੇ ਪਾਰਲੀਮੈਂਟ ਫਿਰ ਇਸ SLC ਨੂੰ ਅਬੋਲਿਸ਼ ਕਰ ਦੂਗੀ, ਠੀਕ ਹੈ। ਤਾਂ ਹੁਣ ਇੱਥੋਂ ਸਿੱਖਣ ਨੂੰ ਕੀ ਮਿਲਿਆ ਬੱਚੇ, ਕਿ ਜਿਹੜੀ ਪਾਰਲੀਮੈਂਟ ਹੈ ਨਾ ਬੱਚੇ, ਪਾਰਲੀਮੈਂਟ ਕਾਊਂਸਲ ਕੈਨ ਬੀ ਅਬੋਲਿਸ਼ਡ ਔਰ ਕ੍ਰੀਏਟਡ ਬਾਏ ਦਾ ਪਾਰਲੀਮੈਂਟ। ਸਾਨੂੰ ਸਮਝ ਆ ਰਿਹਾ ਹੈ ਕਿ SLC ਅਗਰ ਕਿਸੇ ਸਟੇਟ ਦੇ ਵਿੱਚ ਬਣਾਉਣੀ ਹੈ ਜਾਂ ਹਟਾਉਣੀ ਹੈ, ਕੌਣ ਕਰੂਗਾ ਜੀ? ਉਹ ਪਾਰਲੀਮੈਂਟ ਕਰੂਗੀ, ਠੀਕ ਹੈ। ਕ੍ਰੀਏਟਡ ਬਾਏ ਪਾਰਲੀਮੈਂਟ। ਕਿਵੇਂ, ਕਿਉਂ ਕਰੂਗੀ ਜੀ ਪਾਰਲੀਮੈਂਟ? ਪਾਰਲੀਮੈਂਟ ਨੂੰ ਕੀ ਪਈ ਹੈ ਐਵੇਂ ਪੰਗੇ ਲੈਣ ਦੀ? ਕਿਉਂਕਿ ਉਹ ਫਲਾਣੀ ਸਟੇਟ ਕਹਿ ਰਹੀ ਹੈ ਆਪਾਂ ਨੂੰ, ਪੰਜਾਬ ਕਹਿ ਰਿਹਾ ਸੀ, ਬਿਹਾਰ ਕਹਿ ਰਿਹਾ ਸੀ, ਯਾਨੀ ਕਿ ਔਨ ਦਾ ਰეკਮੈਂਡੇਸ਼ਨ ਆਫ ਸਟੇਟ ਅਸੈਂਬਲੀ, ਕੋਈ ਸਟੇਟ ਅਸੈਂਬਲੀ ਮਤਾ ਪਾਸ ਕਰਕੇ ਪਾਰਲੀਮੈਂਟ ਨੂੰ ਦੱਸੂਗੀ ਕਿ ਸਰ ਸਾਨੂੰ SLC ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈਗੀ, ਠੀਕ ਹੈ। ਤਾਂ ਇਹਦਾ ਕੀ ਮਤਲਬ ਹੋਇਆ ਬੱਚੇ, ਇਸ SLC ਦਾ, ਇਸ ਦੂਜੇ ਹਾਊਸ ਦੀ ਜਿਹੜੀ ਐਗਜ਼ਿਸਟੈਂਸ ਹੈ ਦੈਟ ਡਿਪੈਂਡ ਔਨ ਅਸੈਂਬਲੀ, ਠੀਕ ਹੈ। ਆਪਾਂ ਕੀ ਪੜ੍ਹ ਰਹੇ ਬੱਚੇ ਕਿ SLA ਵੱਡੀ ਹੈ ਕਿ SLC ਵੱਡੀ ਹੈ? ਇਹ ਤਾਂ ਸਾਨੂੰ ਦੇਖ ਲਿਆ ਕਿ SLC ਬਹੁਤ ਵੱਡੀ ਹੈ SLC ਤੋਂ, ਇਹ ਸਾਨੂੰ ਦੇਖ ਲਿਆ। ਬਟ ਇੰਨੀ ਕੁ ਵੱਡੀ ਹੈ ਬੱਚੇ ਕਿ ਜਿਹੜਾ ਦੂਜਾ ਹਾਊਸ ਹੈ ਨਾ SLC, ਇਹਦੀ ਐਗਜ਼ਿਸਟੈਂਸ ਹੀ ਵੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਇਹ ਡਿਪੈਂਡ ਕਰਦਾ ਇਹਦੇ ਦੂਜੇ ਭਰਾ 'ਤੇ, ਠੀਕ ਹੈ। SLA ਦੇ ਉੱਪਰ ਡਿਪੈਂਡ ਕਰਦਾ ਹੈ ਕਿ SLC ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਤੁਸੀਂ ਆਪ ਸੋਚੋ ਬੱਚੇ, ਜਿਹੜੇ ਬੰਦੇ ਦਾ ਵਜੂਦ ਕਿਸੇ ਦੂਸਰੇ ਬੰਦੇ ਦੇ ਉੱਪਰ ਡਿਪੈਂਡੈਂਟ ਹੈਗਾ, ਉਹ ਬਰਾਬਰ ਕਿਵੇਂ ਹੋ ਸਕਦੇ ਨੇਗੇ, ਠੀਕ ਹੈ। ਜਾਂ ਫਿਰ ਉਹਦੇ ਵਿੱਚ ਪਾਵਰ ਅਸਿਮੈਟਰੀ ਕਿੰਨੀ ਜ਼ਿਆਦਾ ਹੋਊਗੀ? ਓਬਵੀਅਸਲੀ ਗੱਲ, ਇਹ ਬਹੁਤ ਜ਼ਿਆਦਾ ਪਾਵਰਫੁਲ ਹੋਊਗਾ। ਇਹ ਬੜਾ ਹੀ ਲਿਮਿਟਡ ਪਾਵਰ ਵਾਲਾ ਹਾਊਸ ਹੈਗਾ, ਠੀਕ ਹੈ। ਜਸਟ ਇੱਕ ਵਾਧੂ ਹਾਊਸ ਹੈ, ਬੜੇ ਜਸਟ ਪੋਲੀਟੀਕਲ ਰੀਜ਼ਨ ਨੇ ਇਸ SLC ਨੂੰ ਰੱਖਣ ਵਾਸਤੇ, ਕੋਈ ਵੀ ਇਹਦਾ ਯੂਟਿਲਿਟੀ ਨਹੀਂ ਹੈਗੀ। ਅਗਰ ਦੇਖੀਏ ਆਪਾਂ, ਵਾਧੂ ਖਰਚ ਹੈ ਐਕਸਚੇਕਰ ਦੇ ਉੱਪਰ, ਠੀਕ ਹੈ ਜੀ। ਤਾਂ ਜਸਟ ਪੋਲੀਟੀਕਲ ਰੀਜ਼ਨ ਹੁੰਦੇ ਨੇ ਮੋਸਟਲੀ, ਠੀਕ ਹੈ ਜੀ। ਤਾਂ ਆਪਾਂ ਦੇਖ ਸਕਦੇ ਹਾਂ ਜਿਹੜੇ ਹਾਊਸ ਦੀ ਐਗਜ਼ਿਸਟੈਂਸ ਹੀ ਦੂਜੇ ਹਾਊਸ ਦੇ ਉੱਪਰ ਡਿਪੈਂਡ ਕਰਦੀ ਹੈ, ਤਾਂ ਉਹਦੇ ਕੋਲੇ ਬਿਲਕੁਲ ਹੀ ਲਿਮਿਟਡ ਪਾਵਰ ਹੋਣਗੀਆਂ, ਠੀਕ ਹੈ। ਤਾਂ ਇਹ ਚੀਜ਼ ਆਪਾਂ ਪੜ੍ਹਦੇ ਜੀ, ਇਸੇ ਕਰਕੇ SLA ਬਹੁਤ ਵੱਡਾ ਹੈ ਜੀ SLC ਤੋਂ, ਠੀਕ ਹੈ ਜੀ। ਇਹ ਚੀਜ਼ ਬੱਚੇ ਲੋਕ ਸਭਾ ਅਤੇ ਰਾਜ ਸਭਾ ਵਾਸਤੇ ਟਰੂ ਨਹੀਂ ਹੈਗੀ, ਠੀਕ ਹੈ। ਆਪਾਂ ਨੇ ਦੇਖਿਆ ਸੀ ਲੋਕ ਸਭਾ ਕੋਲੇ ਕਾਫੀ ਜ਼ਿਆਦਾ ਪਾਵਰ ਨੇ, ਸਮਝ ਆਉਂਦੀ ਹੈ ਆਪਾਂ ਨੂੰ ਬਹੁਤ ਕੇਸਿਸ ਦੇ ਵਿੱਚ। ਬਟ ਇੱਦਾਂ ਕੁਛ ਨਹੀਂ ਹੈਗਾ ਵੀ ਆਪਾਂ ਲੋਕ ਸਭਾ ਮਤਾ ਪਾਸ ਕਰਕੇ ਰਾਜ ਸਭਾ ਖਤਮ ਕਰ ਦੂਗੇ, ਨਹੀਂ, ਇਹ ਜਿਹਾ ਕੁਛ ਨਹੀਂ ਹੈਗਾ। ਇਹ ਦੋਨੇ ਐਗਜ਼ਿਸਟ ਕਰਨਗੇ ਹਮੇਸ਼ਾ ਬੱਚੇ, ਠੀਕ ਹੈ। ਤਾਂ ਇਹਨਾਂ ਕੋਲੇ ਬਹੁਤ ਸਾਰੇ ਕੇਸਿਸ ਦੇ ਵਿੱਚ ਬਰਾਬਰ ਪਾਵਰਸ ਵੀ ਹੈਗੀਆਂ ਨੇ। ਆਪਾਂ ਪਾਰਲੀਮੈਂਟ ਦੇ ਵਿੱਚ ਬੜਾ ਡਿਟੇਲ ਦੇ ਵਿੱਚ ਪੜ੍ਹਿਆ ਸੀ ਇਹ ਚੀਜ਼, ਠੀਕ ਹੈ ਬੱਚੇ। ਚਲੋ, ਤਾਂ ਰਾਜੇ ਇਹ ਸੀ ਆਪਣਾ ਸਾਰਾ ਸਟੇਟ ਲੈਜਿਸਲੇਚਰ ਦਾ ਚੈਪਟਰ ਬੱਚੇ। ਇਸ ਤੋਂ ਇਲਾਵਾ ਬੱਚੇ ਤੁਸੀਂ ਕੀ ਕਰਨਾ, ਤੁਹਾਡੇ ਵਾਸਤੇ ਸੈਲਫ ਸਟੱਡੀ ਦਾ ਕੰਮ ਹੈ, ਇੱਕ ਲਿਸਟ ਆਫ ਮਿਨਿਸਟਰਸ ਕਰਨਾ ਬੱਚੇ। ਆਪਣਾ ਮੰਤਰੀ ਮੰਡਲ ਦੇਖਣਾ ਹੈ ਪੰਜਾਬ ਦੀ ਅਸੈਂਬਲੀ ਦਾ। ਦੇਖੋ ਹਰ ਟਾਈਮ ਚੇਂਜ ਹੁੰਦਾ ਰਹਿੰਦਾ ਹੈਗਾ, ਠੀਕ ਹੈ। ਤਾਂ ਇਹ ਤੁਸੀਂ ਤੁਹਾਡੀ ਡਿਊਟੀ ਬਣਦੀ ਹੈ ਬੱਚੇ, ਹਰ ਵਾਰੀ ਤੁਸੀਂ ਅਪਡੇਟ ਰੱਖਣਾ ਹੈਗਾ ਕਿ ਮਿਨਿਸਟਰਸ ਕਿਹੜੇ ਕਿਹੜੇ ਨੇ, ਠੀਕ ਹੈ। ਤਾਂ ਅਪਕਮਿੰਗ ਐਗਜ਼ਾਮ ਜਿਹੜੇ ਵੀ ਪੰਜਾਬ ਦੇ ਆਉਣਗੇ ਉਹਦੇ ਵਿੱਚ ਇਹ ਚੀਜ਼ ਬੜੀ ਇੰਪੋਰਟੈਂਟ ਬਣ ਸਕਦੀ ਹੈ ਕਿ ਪੰਜਾਬ ਦੇ ਅਸੈਂਬਲੀ ਦੇ ਵਿੱਚ ਕਿਹੜੇ ਮਿਨਿਸਟਰ ਕੋਲ ਕਿਹੜਾ ਪੋਰਟਫੋਲੀਓ ਹੈ, ਕਿਹੜੇ ਮਿਨਿਸਟਰ ਕੋਲ ਕਿਹੜਾ ਪੋਰਟਫੋਲੀਓ ਹੈਗਾ, ਠੀਕ ਹੈ।
कौन अपना राजे हैल्थ मिनिस्टर है, कौन अपना कोई ट्रांसपोर्ट मिनिस्टर है, ये सारे कुछ तुसीं देखने ध्यान नाल, ठीक है जी। ये थोड़ी सैल्फ स्टडी है, ठीक है बच्चे। इस नाल अपना स्टेट लैजिसलेचर वाला जो चैप्टर है कंप्लीट होंदा राजे। कोई भी डाउट है प्लीज़ वीडियो तुसीं थोड़ा बहुत दोबारा देख लिया करो, डजंट मैटर, कोई दिक्कत कोई ये बहुत ज़्यादा प्रॉब्लम नहीं हैगी, ठीक है। तो चलो बच्चे पढ़ते रहो, रिवाइज करते रहो, ठीक है बच्चे, मिलते हैं नेक्स्ट सेशन, टेक केयर।